ਕੁਨਾਲ ਜੀ, ਕਿਸ ਤਰ੍ਹਾਂ ਦੇ ਮਰਦਾਂ ਦੀ ਤੁਸੀਂ ਮਦਦ ਕਰਦੇ ਹੋ ਜਿਨ੍ਹਾਂ ਦੇ ਝੂਠੇ ਪਰਚੇ ਹੋਏ ਹੋਣ? ਜੇ ਤੁਸੀਂ ਪਹਿਲਾਂ ਖੜਦੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਲੜਕਾ ਸਹੀ ਹੈ ਜਾਂ ਲੜਕੀ ਸਹੀ ਹੈ? ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹ 'ਤੇ ਪਰਚਾ ਝੂਠਾ ਹੈ ਜਾਂ ਸੱਚਾ ਹੈ? ਉਹਦਾ ਕਿ ਡਾਈਵੋਰਸ ਕਰਾਉਂਦੇ ਹੋ ਜਾਂ ਉਹਨਾਂ ਦੀ ਸੁਲ੍ਹਾ ਕਰਵਾਉਂਦੇ ਹੋ? ਕਿਸ ਤਰ੍ਹਾਂ ਦਾ ਕੰਮ ਕਰਦੇ ਹੋ? ਉਹ ਆਪਣੀ ਵਾਈਫ ਨੂੰ, ਪਤਨੀ ਨੂੰ ਕੁੱਟਦਾ ਵੀ ਹੋਵੇ, ਦਹੇਜ ਮੰਗਦਾ ਵੀ ਹੋਵੇ, ਪਰ ਤੁਹਾਨੂੰ ਆ ਕੇ ਇੱਕ ਕਹਾਣੀ ਇਹੋ ਜਿਹੀ ਸੁਣਾਵੇ ਕਿ ਮੈਂ ਸਹੀ ਹਾਂ, ਉਹ ਗਲਤ ਨੇ। ਕੁਝ ਇਹੋ ਜਿਹੇ ਕੇਸ ਆਏ ਨੇ ਤੁਹਾਡੇ ਕੋਲ? 6 ਮਹੀਨੇ ਬੱਚਾ ਮਦਰ ਕੋ ਰਹੇਗਾ, 6 ਮਹੀਨੇ ਬੱਚਾ ਫਾਦਰ ਕੋ ਰਹੇਗਾ, ਕਿ ਇਹਦਾ ਕੋਈ ਬੱਚੇ ਤੇ ਬੁਰਾ ਅਸਰ ਨਹੀਂ ਪੈਂਦਾ? ਬੱਚੇ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਹੋ ਰਿਹਾ ਤੁਹਾਨੂੰ ਲੱਗਦਾ ਹੈ? ਮੈਰਿਜ ਤੋਂ ਬਾਅਦ ਉਹਦਾ ਇਫੈਕਟ ਅੱਛਾ ਹੀ ਹੋਣਾ ਚਾਹੀਦਾ, ਇੰਪੈਕਟ ਗਲਤ ਕਿਉਂ ਹੋ ਜਾਂਦਾ? ਵੈਲਕਮ ਨਿਊਜ਼ 24 ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਦੇਸ਼ ਦਾ ਕਾਨੂੰਨ ਬਹੁਤ ਵਧੀਆ ਕਾਨੂੰਨ ਹੈ, ਪਰ ਇਸ ਕਾਨੂੰਨ ਦੀਆਂ ਕੁਝ ਖਾਮੀਆਂ ਦੇ ਕਾਰਨ ਕੁਝ ਲੋਕਾਂ ਨੂੰ ਇਹਦੇ ਨਤੀਜੇ ਵੀ ਭੁਗਤਣੇ ਪੈਂਦੇ ਹਨ ਔਰ ਉਹਨਾਂ ਦਾ ਨੁਕਸਾਨ ਵੀ ਹੁੰਦਾ ਹੈ। ਸੋ ਅੱਜ ਜਨਤਾ ਦੇ ਰੂਬਰੂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਇਨਸਾਫ ਅਵੇਅਰਨੈਸ ਮੂਵਮੈਂਟ NGO ਦੇ ਕੁਝ ਨੁਮਾਇੰਦਿਆਂ ਦੇ ਨਾਲ। ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਨਸਾਫ ਅਵੇਅਰਨੈਸ ਮੂਵਮੈਂਟ ਦੇ ਨੁਮਾਇੰਦੇ ਕੁਨਾਲ ਅਗਰਵਾਲ ਜੀ, ਵਿਕਾਸ ਮਦਾਨ ਜੀ ਤੇ ਮੇਰੇ ਸਹਿਯੋਗੀ ਕੌਰ ਪਰਮਿੰਦਰ ਜੀ। ਸੋ ਕੁਨਾਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇੱਥੇ। ਇਨਸਾਫ ਅਵੇਅਰਨੈਸ ਮੂਵਮੈਂਟ ਬਾਰੇ ਸਾਨੂੰ ਕੁਝ ਦੱਸੋ, ਇਹ ਕੀ ਹੈ? ਇਨਸਾਫ ਅਵੇਅਰਨੈਸ ਮੂਵਮੈਂਟ ਇੱਕ ਅਜਿਹਾ NGO ਹੈ ਜੋ ਲੜਕਿਆਂ ਦੀ ਮਦਦ ਕਰਦਾ ਹੈ ਜੀ, ਜਿਹੜੇ ਝੂਠੇ ਦਾਜ, ਦਹੇਜ, ਰੇਪ, ਮੋਲਸਟੇਸ਼ਨ ਜਾਂ ਵਰਕਪਲੇਸ ਹੈਰੈਸਮੈਂਟ ਦੇ ਕੇਸ 'ਚ ਫਸੇ ਹੋਣ। ਇਹ ਕਦੋਂ ਸਟਾਰਟ ਹੋਈ ਇਹ ਕੰਮ ਅਸੀਂ NGO ਦਾ 2014 'ਚ ਸ਼ੁਰੂ ਕੀਤਾ ਇਹਨੂੰ, ਪਰ ਰਜਿਸਟਰ ਅਸੀਂ 2017 'ਚ ਕਰਾਇਆ। ਇਹਨੂੰ ਤੁਸੀਂ ਹੀ ਸਟਾਰਟ ਕੀਤਾ ਸੀ? ਸਟਾਰਟ ਕਰਨ ਵਾਲੇ ਅਸੀਂ ਕੁਝ ਲੋਕ ਸੀਗੇ, ਜਿਨ੍ਹਾਂ 'ਚ ਮੇਰੇ ਨਾਲ ਵਿਕਾਸ ਜੀ ਮੇਰੇ ਨਾਲ ਸੀਗੇ ਜੀ। ਕੀ ਪਰਪਸ ਹੈ ਇਹਦਾ NGO ਦਾ? NGO ਉਹਨਾਂ ਮੁੰਡਿਆਂ ਨੂੰ ਹੈਲਪ ਕਰਦੀ ਹੈ ਜਿਨ੍ਹਾਂ ਦੇ ਝੂਠੇ ਦਾਜ, ਦਹੇਜ ਦੇ, ਰੇਪ, ਮੋਲਸਟੇਸ਼ਨ ਦੇ ਪਰਚੇ ਪਏ ਹੋਣ। ਜੀ। ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਇੱਕ ਇਹੋ ਜਿਹੀ NGO ਬਣਾਉਣੀ ਚਾਹੀਦੀ ਹੈ ਜੋ ਮਰਦਾਂ ਦੀ ਹੈਲਪ ਕਰ ਸਕੇ? ਮੈਂ ਆਪ ਇਸ ਦੌਰ ਤੋਂ ਗੁਜ਼ਰਿਆ, ਮੇਰੇ ਤੇ ਆਪ ਝੂਠਾ ਪਰਚਾ ਪਿਆ ਸੀਗਾ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਸਾਡਾ ਕਾਨੂੰਨ ਹੈ ਇਹ ਮਰਦਾਂ ਨੂੰ ਕਿੱਥੇ ਲੱਗਦਾ ਹੈ ਕਿ ਤੁਹਾਨੂੰ ਇਹ ਗਲਤ ਕਾਨੂੰਨ ਹੈ? ਸਰ, ਸਾਡੇ ਕਾਨੂੰਨ IPC ਦੀਆਂ ਘੱਟ ਤੋਂ ਘੱਟ 50 ਧਾਰਾਵਾਂ ਨੇ ਜਿਸ 'ਚ ਇੱਕ ਔਰਤ ਬੰਦੇ ਤੇ ਕੇਸ ਕਰ ਸਕਦੀ ਹੈ, ਇੱਕ ਲੜਕੇ ਤੇ, ਇੱਕ ਮੁੰਡੇ ਤੇ ਕੇਸ ਕਰ ਸਕਦੀ ਹੈ। ਇਹਨਾਂ ਦੀਆਂ ਕਿੰਨੀਆਂ ਧਾਰਾਵਾਂ ਹੈ ਜਿਸ 'ਚ ਲੜਕਾ ਇੱਕ ਲੜਕੀ ਤੇ ਕੇਸ ਕਰ ਸਕਦਾ? ਰੇਪ ਜੈਂਡਰ ਨਿਊਟਰਲ ਨਹੀਂ ਹੈ ਕਿ ਸ਼ੋਸ਼ਣ ਸਿਰਫ ਲੜਕੀਆਂ ਦਾ ਹੀ ਹੁੰਦਾ, ਲੜਕਿਆਂ ਦਾ ਨਹੀਂ ਹੋ ਸਕਦਾ? ਆਮ ਤੌਰ ਤੇ ਤਾਂ ਇਹੀ ਦੇਖਣ ਨੂੰ ਆਉਂਦਾ ਹੈ ਕਿ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਹੈਗੀਆਂ ਉਹ ਲੜਕੀਆਂ ਨੂੰ ਆਉਂਦੀਆਂ ਹੈਗੀਆਂ, ਕਿਉਂਕਿ ਲੜਕੀ ਜਿਹੜਾ ਆਪਣਾ ਸਾਰਾ ਘਰ ਪਰਿਵਾਰ, ਭੈਣ ਭਰਾ ਸਾਰਾ ਕੁਝ ਛੱਡ ਕੇ ਜੇ ਤੁਹਾਡੇ ਕੋਲ ਆਈ ਹੈ, ਇੱਕ ਇਹੋ ਜਿਹੇ ਘਰ 'ਚ ਚਲੀ ਗਈ ਹੈ ਜਿੱਥੇ ਉਹਨੂੰ ਕੁਝ ਵੀ ਨਹੀਂ ਪਤਾ ਹੈ ਕਿ ਮੈਂ ਇਸ ਘਰ ਦੇ ਨਾਲ ਕੀ ਨਾਤਾ, ਕੁਝ ਵੀ ਨਹੀਂ, ਉਹ ਸਾਰਾ ਕੁਝ ਛੱਡ ਕੇ ਉੱਥੇ ਆ ਜਾਂਦੀ ਹੈ। ਪਰ ਫਿਰ ਵੀ ਜੇ ਉਹਨੂੰ ਉੱਥੇ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ ਤੇ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਲੜਕੀ ਗਲਤ ਹੈ? ਸਰ, ਮੈਂ ਕਹਿੰਦਾ ਕਿ ਸਭ ਕੁਝ ਛੱਡ ਕੇ ਆਈ ਹੈ, ਮੈਂ ਮੰਨ ਲੈਂਦਾ ਤੁਹਾਡੀ ਗੱਲ, ਪਰ ਕਈ ਵਾਰ ਤੁਸੀਂ ਕੁਝ ਇੰਸਟੈਂਸਿਸ ਦੇਖੇ ਹੋਣ ਕਿ ਐਸੇ ਮਕਸਦ ਨਾਲ ਆਈ ਹੋਏ ਕਿ ਮੈਂ ਤੰਗ ਕਰਨਾ ਜਾਂ ਮੈਂ ਪੈਸੇ ਲੈਣੇ ਆ। ਫਿਰ ਇਸ ਚੀਜ਼ ਦੇ ਸਹੀ ਕਈ ਉਦਾਹਰਨ ਦੇਖਦੇ ਹਾਂ, ਕਈ ਅਖਬਾਰਾਂ 'ਚ ਅਸੀਂ ਫੋਟੋਗ੍ਰਾਫਸ ਦੇਖਦੇ ਹਾਂ, ਕਈ ਕੇਸਿਸ ਆਉਂਦੇ ਸਾਡੇ ਕੋਲ ਜਿਸ 'ਚ ਅਸੀਂ ਦੇਖਦੇ ਹਾਂ ਕਿ ਲੜਕੀ ਦਾ ਮੋਟਿਵ ਸਿਰਫ ਪੈਸਾ ਹੈ। ਹਨੀ ਟਰੈਪ ਆਪਾਂ ਸੁਣਦੇ ਹਾਂ, ਬਹੁਤ ਸਾਰੇ ਸੁਣਿਆ ਹੋਏਗਾ। ਪਿੱਛੇ ਕੇਸ ਸਾਡਾ ਹੋਇਆ ਸੀਗਾ ਜਿਸ 'ਚ ਸਾਡੇ ਕੰਟਰੀ ਦੇ ਇੱਕ ਆਰਮੀ ਦੇ ਬੰਦੇ ਨੇ ਜੋ ਜਾਂ ਇੰਟੈਲੀਜੈਂਸ ਦੇ ਬੰਦੇ ਨੇ ਵਿਦੇਸ਼ੀ ਮੁਲਕਾਂ ਨੂੰ ਨਿਊਜ਼ ਦੇ ਰਿਹਾ ਸੀ ਕਿਉਂਕਿ ਉਹ ਹਨੀ ਟਰੈਪ 'ਚ ਫਸ ਗਿਆ ਸੀ, ਕੁੜੀ ਨੇ ਉਹਨੂੰ ਫਸਾ ਲਿਆ ਸੀਗਾ, ਜਿਸ ਦੇ ਤਹਿਤ ਉਹ ਮਜਬੂਰੀ 'ਚ। ਪਰ ਇਹ ਚੀਜ਼ ਤਾਂ ਦੋਨਾਂ ਤੇ ਲਾਗੂ ਹੁੰਦੀ ਹੈ, ਇਹ ਲੜਕਾ ਵੀ ਕਰ ਸਕਦਾ ਔਰ ਲੜਕੀ ਵੀ ਕਰ ਸਕਦੀ। ਜਿੱਥੇ ਗਲਤ ਚੀਜ਼ ਆਉਂਦੀ ਹੈ ਉੱਥੇ ਜੈਂਡਰ ਨਹੀਂ ਦੇਖਿਆ ਜਾ ਸਕਦਾ। ਹੋ ਸਕਦਾ ਲੜਕੀ ਗਲਤ ਕਰਕੇ ਉਹਨੂੰ ਫਸਾ ਲਵੇ ਮੁੰਡੇ ਨੂੰ, ਹੋ ਸਕਦਾ ਮੁੰਡਾ ਵੀ ਲੜਕੀ ਨੂੰ ਫਸਾ ਲਵੇ। ਅਗਰੀਡ। ਪਰ ਜੇ ਲੜਕਾ ਕੁੜੀ ਨੂੰ ਫਸਾ ਲੈਂਦਾ ਤੇ ਉਹਦੇ ਕੋਲ ਲਾਜ਼ ਹੈਗੇ ਆ ਜਿਨ੍ਹਾਂ ਨਾਲ ਉਹਨੂੰ ਸਜ਼ਾ ਦਵਾ ਸਕਦੀ ਹੈ, ਪਰ ਮੁੰਡੇ ਕੋਲ ਕੋਈ ਲਾਅ ਨਹੀਂ ਹੈ। ਸੋ ਯੂ ਸੈਡ ਕਿ ਲੜਕੀਆਂ ਜਿਹੜੀਆਂ ਨੇ ਇਸ ਲਾਅ ਦਾ ਮਿਸਯੂਜ਼ ਕਰਦੀਆਂ ਨੇ? ਯੈਸ, ਔਰ ਬਹੁਤ ਸਾਰੇ ਕੇਸਿਸ। ਵੈਸੇ ਸੁਣਨ 'ਚ ਇਹੀ ਆਉਂਦਾ ਕਿ ਸਾਡਾ ਜਿਹੜਾ ਸਮਾਜ ਹੈ ਉਹ ਪੁਰਸ਼ ਪ੍ਰਧਾਨ ਹੈ। ਸੁਣਨ 'ਚ ਆਉਂਦਾ, ਹਾਂਜੀ। ਦੇਖਣ 'ਚ ਅਸੀਂ ਜੋ ਦੇਖ ਰਹੇ ਹਾਂ, ਜੋ ਅਸੀਂ ਸਮਝ ਰਹੇ ਹਾਂ, ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਕੁਝ ਚੀਜ਼ ਅਸੀਂ ਬਹੁਤ ਸਾਰੀਆਂ ਦੇਖ ਰਹੇ ਹਾਂ, ਤੁਸੀਂ ਪੁਰਸ਼ ਪ੍ਰਧਾਨ ਹੈ, ਲੜਕੇ ਤੇ ਐਡਿਡ ਜ਼ਿੰਮੇਵਾਰੀ ਹੈ, ਉਹਨੂੰ ਕਮਾਣਾ ਵੀ ਹੈ, ਸਭ ਕੁਝ ਕਰਨਾ ਹੈ, ਘਰ ਚਲਾਉਣਾ ਵੀ ਹੈ। ਜੇ ਉਹ ਕਮਾਉਂਦਾ ਹੈ ਔਰ ਟਾਈਮ ਨਹੀਂ ਦੇ ਪਾਉਂਦਾ ਤਾਂ ਵੀ ਉਹ ਗਲਤ ਹੈ। ਜੇ ਨਹੀਂ ਕਮਾਉਂਦਾ, ਘਰ ਬੈਠਾ ਰਹਿੰਦਾ ਔਰ ਟਾਈਮ ਹੀ ਟਾਈਮ ਦਿੰਦਾ, ਉਹ ਤਾਂ ਵੀ ਗਲਤ ਹੈ। ਉਹਨੂੰ ਕਿਸੇ ਪਾਸੇ ਜੀਣ ਨਹੀਂ ਦਿੱਤਾ ਜਾਂਦਾ। ਇੱਥੇ ਮੈਂ ਇੱਕ ਚੀਜ਼ ਐਡ ਕਰਨੀ ਚਾਹੂੰਗਾ ਕਿ ਆਪਾਂ ਕਿਹਾ ਕਿ ਲੜਕੀ ਸਭ ਕੁਝ ਛੱਡ ਕੇ ਲੜਕੇ ਦੇ ਘਰ ਆਉਂਦੀ ਹੈ। ਲੜਕੇ ਦੇ ਘਰ ਵੀ, ਤੁਹਾਡੇ ਘਰ ਵੀ ਕੋਈ ਮਹਿਮਾਨ ਆਉਂਦਾ, ਕੁਛ ਦਿਨ ਤੁਹਾਨੂੰ ਵੀ ਥੋੜ੍ਹਾ ਜਿਹਾ ਐਡਜਸਟ ਕਰਨ 'ਚ ਲੱਗਦਾ
ਲੜਕੇ ਨੇ ਵੀ ਦੇਖੋ ਅਗਰ ਉਹ ਸਭ ਕੁਝ ਛੱਡ ਕੇ ਆਈ ਹੈ ਤੇ ਲੜਕੇ ਨੇ ਵੀ ਅੱਜ ਤੱਕ ਜੋ ਅਰਨ ਕੀਤਾ ਹੈ ਜਾਂ ਜੋ ਵੀ ਉਹ ਇੱਕ ਅਣਜਾਣ ਬੰਦੇ ਦਾ ਹਵਾਲੇ ਕਰਨ ਲਈ ਰੈਡੀ ਹੈ। ਹੁਣ ਆਪਾਂ ਅਗਰ ਇਹਨੂੰ ਇਸ ਤਰ੍ਹਾਂ ਦੇਖੀਏ ਕਿ ਕੋਈ ਇੱਕ ਚੀਜ਼ ਆ, ਕੋਈ ਪਾਰਟ ਅਸੀਂ ਕਿਸੇ ਇੱਕ ਜਗ੍ਹਾ ਤੇ ਫਿਕਸ ਕਰਦੇ ਹਾਂ, ਉਸ ਪਾਰਟ ਨੂੰ ਵੀ ਤਕਲੀਫ ਹੋ ਰਹੀ ਹੈ, ਉਸ ਜਗ੍ਹਾ ਤੇ ਵੀ ਕੁਛ ਨਾ ਕੁਛ ਡਿਸਟਰਬੈਂਸ ਹੁੰਦੀ ਹੈ, ਦੋਨਾਂ ਨੂੰ ਥੋੜਾ ਬਹੁਤ ਹੈ। ਔਰ ਇਸ ਚੀਜ਼ ਦੇ ਵਿੱਚ ਕੀ ਹੈ ਕਿ ਸੈਟਲ ਹੋਣ ਨੂੰ ਟਾਈਮ ਲੱਗਦਾ ਹੈ। ਅਸੀਂ ਇਸ ਚੀਜ਼ ਨੂੰ ਐਗਰੀ ਕਰਦੇ ਹਾਂ, ਕੋਈ ਵੀ ਘਰ ਲੈ ਲਓ, ਕੋਈ ਵੀ ਨਵੀਂ ਸ਼ਾਦੀ ਲੈ ਲਓ, ਰਾਈਟ ਅਵੇ ਫਸਟ ਬਹੁਤ ਘੱਟ ਫੈਮਲੀਜ਼ ਹੈ ਕਿ ਜਾਂਦੇ ਐਡਜਸਟਮੈਂਟ ਹੋ ਜਾਏ, ਕੁਛ ਟਾਈਮ ਲੱਗਦਾ। ਮੈਂ ਇਹੋ ਜਿਹੇ ਘਰ ਦੇਖਿਆ ਜਿਨ੍ਹਾਂ 'ਚ ਸ਼ੁਰੂ 'ਚ ਐਡਜਸਟਮੈਂਟ ਨਹੀਂ ਹੋ ਰਹੀ ਸੀ, ਨਾਓ ਦੇ ਆਰ ਵੈਰੀ ਸਕਸੈਸਫੁਲ ਕਪਲ ਐਂਡ ਦੇਰ ਆਰ ਸਰਟਨ ਕਈ ਜਗ੍ਹਾ ਤੇ ਇਹ ਹੁੰਦਾ ਕਿ ਦੋ ਠੀਕ ਬੰਦੇ ਵੀ ਇਕੱਠੇ ਨਹੀਂ ਰਹਿ ਪਾਉਂਦੇ, ਦੋ ਬੰਦੇ ਬਿਲਕੁਲ ਠੀਕ ਸਮਟਾਈਮਸ ਹੈ। ਇਹ ਵੀ ਅਸੀਂ ਕਹਿ ਸਕਦੇ ਕਿ ਸਾਡਾ ਸਮਾਜ ਹੀ ਕਈ ਵਾਰੀ ਦੋ ਬੜੇ ਅੱਛੀ ਫੈਮਿਲੀ ਹੁੰਦੀ ਹੈ ਜਾਂ ਕਪਲ ਹੁੰਦਾ ਹੈ, ਉਹਨਾਂ ਨੂੰ ਖਰਾਬ ਕਰਨ ਦੇ ਵਿੱਚ ਉਹਨਾਂ ਦਾ ਜ਼ਿਆਦਾ ਉਹਨਾਂ ਦਾ ਕਹਿ ਸਕਦੇ ਹਾਂ ਬਿਲਕੁਲ ਉਹਨਾਂ ਇੰਟਰਫੇरेंस ਫਰਮ ਗਰਲਸ ਫੈਮਿਲੀ ਈਗੋ ਕਲੈਸ਼ਸ ਰਾਈਟ। ਕਈ ਵਾਰੀ ਲੜਕੀ ਨੂੰ ਲੱਗਦਾ ਕਿ ਨਹੀਂ ਮੈਂ ਕਿੱਦਾਂ, ਕਿਉਂਕਿ ਮੈਂ ਪੜ੍ਹੀ ਲਿਖੀ ਹਾਂ ਜਾਂ ਸਮਟਾਈਮਸ ਸੁਭਾਅ ਨਹੀਂ ਮੈਚ ਕਰਦਾ। ਇੱਕ ਲੜਕਾ ਮਤਲਬ ਮੰਨ ਲਓ ਘੁੰਮਣ ਦਾ ਸ਼ੌਕੀਨ ਨਹੀਂ ਹੈ, ਲੜਕੀ ਨੂੰ ਘੁੰਮਣ ਦਾ ਸ਼ੌਕੀਨ ਹੈ, ਸ਼ੀ ਵਾਂਟਸ ਟੂ ਗੋ ਆਊਟ ਹੈਵ ਵੈਕੇਸ਼ਨਸ। ਲੜਕਾ ਕਹਿੰਦਾ ਮੈਨੂੰ ਘਰ ਦਾ ਪਸੰਦ ਹੈ, ਮੈਂ ਦਾਲ ਫੁਲਕਾ ਖਾ ਕੇ ਖੁਸ਼ ਹਾਂ, ਮੈਨੂੰ ਆਈ ਐਮ ਵੈਰੀ ਕੰਫਰਟੇਬਲ, ਜਦੋਂ ਮੈਨੂੰ ਛੁੱਟੀ ਹੋਵੇ ਤੇ ਮੈਂ ਘਰ ਆਰਾਮ ਨਾਲ ਜਾ ਕੇ ਸੋਣਾ ਚਾਹੁੰਦਾ। ਉਹ ਲੜਕੀ ਘੁੰਮਣਾ ਚਾਹੁੰਦੀ, ਉੱਥੇ ਵੀ ਕਲੈਸ਼ਸ ਹੋ ਸਕਦੇ ਹੈ। ਦੇਅਰ ਕੈਨ ਬੀ ਐਨ ਨੰਬਰ ਆਫ ਰੀਜ਼ਨਸ, ਪਰ ਜੋ ਅਸੀਂ ਦੇਖ ਰਹੇ ਹਾਂ ਐਨ ਨੰਬਰ ਆਫ ਰੀਜ਼ਨਸ ਦਾ ਆਨਸਰ ਇੱਕੋ ਹੀ ਹੈ ਕਿ ਕੁੜੀ ਮਿਸਯੂਜ਼ ਕਰਦੀ ਹੈ ਔਰ ਡੋਰੀ ਐਕਟ ਦਾ ਪਰਚਾ ਕਰਾਉਂਦੀ ਹੈ। ਕਿ ਸਮਾਜ ਵਿੱਚ ਅਸੀਂ ਕਹਿ ਰਹੇ ਨੇ ਕਿ ਇਹ ਪੁਰਸ਼ ਪ੍ਰਧਾਨ ਸਮਾਜ ਹੈ, ਬਟ ਹੁੰਦਾ ਕਿ ਇੰਟਰਨਲੀ ਇਹ ਇੱਕ ਡਿਫਰੈਂਟ ਹੀ ਸੀਨ ਕ੍ਰੀਏਟ ਹੋਏ ਹੁੰਦਾ ਹੈ। ਯੈਸ। ਕੁਨਾਲ ਜੀ, ਕਿਸ ਤਰ੍ਹਾਂ ਦੇ ਮਰਦਾਂ ਦੀ ਤੁਸੀਂ ਮਦਦ ਕਰਦੇ ਹੋ ਜਿਨ੍ਹਾਂ ਦੇ ਝੂਠੇ ਪਰਚੇ ਹੋਏ ਹੋਣ? ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹ ਤੇ ਪਰਚਾ ਝੂਠਾ ਹੈ ਤੇ ਸੱਚਾ ਹੈ? ਇੱਕ ਪ੍ਰੋਸੈਸ ਹੈ ਸਾਡੇ ਕੋਲ ਕੋਈ ਏਜੰਸੀ ਨਹੀਂ ਹੈ। ਅਸੀਂ ਕਈ ਵਾਰੀ ਗਵਰਨਮੈਂਟ ਨੂੰ ਅਪੀਲ ਕੀਤੀ ਹੈ, ਕਈ ਜਗ੍ਹਾ ਉਹ ਦਿੱਤੇ ਹੈ ਕਿ ਤੁਸੀਂ ਇੱਕ ਮੈਨਸ ਕਮਿਸ਼ਨ ਬਣਾਓ ਜਿਸ 'ਚ ਡੈਡੀਕੇਟਡ, ਜਿੱਦਾਂ ਵੂਮਨਸ ਕਮਿਸ਼ਨ ਹੈ ਉਸੇ ਤਰਜ਼ ਤੇ ਇੱਕ ਮੈਨਸ ਕਮਿਸ਼ਨ ਬਣਾਓ, ਇੱਕ ਮੈਨਸ ਮਿਨਿਸਟਰੀ ਹੋਵੇ ਜੋ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਫਾਈਂਡ ਆਊਟ ਕਰੇ। ਹੁਣ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੋ ਸਾਡੇ ਦੇਖਣ 'ਚ ਆਉਂਦਾ ਕਿ 90% ਕੇਸ ਜਿਹੜੇ ਆ ਝੂਠੇ ਹੈ। ਅਸੀਂ ਇਸ ਕਰਕੇ ਇੱਕ ਅੰਦਾਜ਼ਾ ਲੈ ਕੇ ਚੱਲਦੇ ਹਾਂ, ਬਾਕੀ ਕੋਰਟ 'ਚ ਤਾਂ ਸੱਚਾਈ ਬਾਹਰ ਆਣੀ ਹੀ ਆਣੀ ਹੈ। ਜੋ ਜਿੰਨੇ ਗਲਤ ਕੀਤਾ ਬਿਲਕੁਲ ਆਂਦੀ ਹੈ। ਜੇ ਕਿਸੇ ਨੇ ਮਾਰਿਆ ਹੋਏਗਾ, ਸੱਚੀ ਹੱਥ ਚੱਕਿਆ ਹੋਏਗਾ ਤੇ ਕੁੜੀ ਕੋਲ ਮੈਡੀਕਲ ਰਿਕਾਰਡ ਹੋਏਗਾ, ਕੁੜੀ ਉਹ ਬਿਲਕੁਲ ਪੇਸ਼ ਕਰੇਗੀ ਔਰ ਮੁੰਡੇ ਨੂੰ ਸਜ਼ਾ ਹੋਏਗੀ। ਜੀ, ਤੁਸੀਂ ਕਿਹੋ ਜਿਹੇ ਮਰਦਾਂ ਦੇ ਨਾਲ ਹੈਲਪ ਕਰਦੇ ਹੋ ਕਿ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਕਿ ਕੋਰਟ ਦਾ ਫੈਸਲਾ ਆ ਗਿਆ ਉਹਦੇ ਹੱਕ ਦੇ ਵਿੱਚ, ਉਦੋਂ ਤੁਸੀਂ ਉਹਦੇ ਨਾਲ ਖੜਦੇ ਹੋ ਕਿ ਉਸ ਤੋਂ ਪਹਿਲਾਂ ਖੜਦੇ ਹੋ? ਪਹਿਲੇ। ਮੇਰਾ ਕੁਐਸਚਨ ਫਿਰ ਉਹੀ ਸੀ, ਜੇ ਤੁਸੀਂ ਪਹਿਲਾਂ ਖੜਦੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਲੜਕਾ ਸਹੀ ਹੈ ਜਾਂ ਲੜਕੀ ਸਹੀ ਹੈ? ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ ਕਿ ਜਦੋਂ ਵੀ ਐਫ ਆਈ ਆਰ ਕਰਾਉਂਦੇ ਉਹਦੇ ਨਾਲ ਸਪੋਰਟਿੰਗ ਡਾਕੂਮੈਂਟਸ ਲਾਣੇ ਪੈਂਦੇ ਆ ਜੀ। ਜੇ ਮੁੰਡੇ ਨੇ ਕਦੀ ਕੁੱਟਮਾਰ ਕੀਤੀ ਹੋਵੇ, ਮੰਨ ਲਓ, ਸਿਰਫ ਦਹੇਜ ਮੰਗਣਾ ਗੁਨਾਹ ਨਹੀਂ ਹੈ, ਦਹੇਜ ਕਰਕੇ ਪੜਤਾੜਨਾ ਜ਼ਰੂਰੀ ਹੈ ਜੀ। ਜੇ ਮੁੰਡੇ ਨੇ ਕਦੀ ਕੁੱਟਮਾਰ ਕੀਤੀ ਹੋਵੇ, ਕੁਝ ਕੀਤਾ ਹੋਵੇ, ਉਹਦੇ ਪਿੱਛੇ ਕੁਛ ਨਾ ਕੁਛ ਹਿਸਟਰੀ ਹੋਏਗੀ, ਕੋਈ ਰਾਜੀਨਾਮਾ, ਕੋਈ ਮੈਡੀਕਲ ਰਿਕਾਰਡ ਲੜਕੀ ਦੇ ਸੱਟਾਂ ਲੱਗੀਆਂ ਹੋਣ, ਕੋਈ ਮੈਡੀਕਲ ਲੀਗਲ ਰਿਪੋਰਟ ਹੋਏਗੀ, ਕੁਛ ਨਾ ਕੁਛ ਹੋਏਗਾ। ਉਹ ਤੋਂ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਲੜਕਾ ਸਹੀ ਹੈ ਜਾਂ ਨਹੀਂ ਹੈ। ਤੁਸੀਂ ਉਸ ਲੜਕੇ ਨਾਲ ਤਾਂ ਖੜੇ ਹੁੰਦੇ ਹੋ, ਤੁਸੀਂ ਕੀ ਕਰਦੇ ਹੋ? ਇਹੋ ਜਿਹੇ ਕਾਨੂੰਨ ਦੇ ਕਿਹੜੇ ਦੋ ਪੇਚ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਖੇਲ ਕੇ ਤੁਸੀਂ ਕਹਿੰਦੇ ਹੋ ਕਿ ਮੈਂ ਲੜਕੇ ਦੇ ਨਾਲ ਖੜਾ, ਇਸ ਤਰ੍ਹਾਂ ਉਹਦਾ ਬਚਾਅ ਕੀਤਾ ਜਾ ਸਕਦਾ ਹੈਗਾ? ਜ਼ਰੂਰੀ ਨਹੀਂ ਹੈ। ਕਈ ਵਾਰੀ ਆਮ ਆਦਮੀ ਤੇ ਜਦੋਂ ਐਫ ਆਈ ਆਰ ਹੁੰਦੀ ਹੈ, ਜਦੋਂ ਦੇਖਦਾ ਪੁਲਿਸ ਆ ਰਹੀ ਹੈ ਮੇਰੇ ਘਰ ਜਾਂ ਮੇਰੀ ਬਦਨਾਮੀ ਹੋ ਸਕਦੀ ਹੈ ਸਮਾਜ 'ਚ, ਮੇਰਾ ਘਰ ਟੁੱਟ ਗਿਆ, ਉਹਦੇ ਦਿਮਾਗ 'ਚ ਗਲਤ ਖਿਆਲ ਆਉਂਦੇ ਆ ਔਰ ਉਹ ਵਰਸਟ ਸਟੈਪਸ ਜਿਹੜਾ ਸੁਸਾਈਡ ਹੈ ਉਹ ਸਟੈਪ ਚੁੱਕਣ ਦੀ ਕੋਸ਼ਿਸ਼ ਕਰਦਾ। ਅਸੀਂ ਉੱਥੇ ਲੋਕਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਕਿ ਜ਼ਿੰਦਗੀ ਤੋਂ ਹਾਰ ਨਾ ਮੰਨੋ, ਲੜੋ, ਜੂਝੋ, ਕਿਉਂਕਿ ਇਹ ਇੱਕ ਪਰੇਸ਼ਾਨੀ ਹੈ, ਹੋਰ ਪਰੇਸ਼ਾਨੀਆਂ ਆਉਣਗੀਆਂ ਬਟ ਇਹ ਜੋ ਹੈ ਇਹ ਨਿਬੜ ਜਾਏਗੀ। ਇੱਕ ਫੇਜ਼ ਹੈ, ਤੁਸੀਂ ਇਕੱਲੇ ਨਹੀਂ ਹੋ, ਬਹੁਤ ਸਾਰੇ ਬੰਦੇ ਇਸ ਚੀਜ਼ ਨਾਲ ਜੂਝ ਰਹੇ ਹੈ ਔਰ ਇਨਸਾਫ ਇੱਕ ਫੈਮਿਲੀ ਹੈ। ਤੁਸੀਂ ਉਹਦੇ ਨਾਲ ਕਿਸ ਤਰ੍ਹਾਂ ਖੜੇ ਹੁੰਦੇ? ਉਹਦਾ ਕਿ ਡਾਈਵੋਰਸ ਕਰਾਉਂਦੇ ਹੋ ਜਾਂ ਉਹਨਾਂ ਦੀ ਸੁਲ੍ਹਾ ਕਰਵਾਉਂਦੇ ਹੋ? ਕਿਸ ਤਰ੍ਹਾਂ ਦਾ ਕੰਮ ਕਰਦੇ ਹੋ? ਅਸੀਂ ਪਹਿਲੇ ਕੋਸ਼ਿਸ਼ ਕਰੀਦੀ ਹੈ ਕਿ ਉੱਥੇ ਉਹਨੂੰ ਕਾਉਂਸਲ ਕਰੀਦਾ, ਉਹਨੂੰ ਸਮਝਾਈਦਾ ਕਿ ਜੇ ਘਰ ਵਸ ਸਕਦਾ ਵਸਾਉਣਾ ਚਾਹੀਦਾ। ਉਹ 'ਚ ਫਿਰ ਜੇ ਸਾਨੂੰ ਲੱਗੇ ਕਿ ਮੁੰਡਾ ਬਹੁਤ ਗਲਤ ਐਕਸਟ੍ਰੀਮ ਸਟੈਪਸ 'ਤੇ ਜਾ ਰਿਹਾ ਜਾਂ ਕੋਈ ਵੀ ਕਾਰਨ ਹੈ ਕਿ ਉਹ ਕਿਸੇ ਵੀ ਰੱਖਣ ਨੂੰ ਤਿਆਰ ਨਹੀਂ ਹੈ, ਜੇ ਮੰਨ ਲਓ ਮੁੰਡਾ ਹੀ ਰੱਖਣ ਨੂੰ ਤਿਆਰ ਨਹੀਂ ਹੈ ਤਾਂ ਕੁੜੀ ਵੀ ਆ ਕੇ ਉੱਥੇ ਖੁਸ਼ ਨਹੀਂ ਰਹਿ ਸਕੇਗੀ ਜੀ। ਐਮਿਕੇਬਲੀ ਖ਼ਤਮ ਕਰ ਦਿਓ, ਬੈਠੋ, ਰਜ਼ਾਮੰਦੀ, ਦੋ ਅਡਲਟਸ ਬੈਠੇ ਨੇ, ਬਹਿ ਕੇ ਨਹੀਂ ਜੇ ਰਜ਼ਾਮੰਦੀ ਪਹੁੰਚ ਸਕਦੀ ਹੈ ਠੀਕ ਹੈ, ਨਹੀਂ ਪਹੁੰਚ ਸਕਦੀ ਤੇ ਆਰਾਮ ਨਾਲ ਸੈਪਰੇਟ ਹੋ ਜਾਓ। ਉਹਨੂੰ ਐਸਕੇਲੇਟ ਕੋਰਟ ਤੱਕ, ਝੂਠੇ ਇਲਜ਼ਾਮਾਂ ਤੱਕ ਲੈ ਕੇ ਜਾਣ ਦੀ ਲੋੜ ਨਹੀਂ ਹੈ।
ਕਦੀ ਇਹੋ ਜਿਹਾ ਵੀ ਹੋਇਆ ਕਿ ਤੁਹਾਡੀ NGO ਦੀ ਕਿਸੇ ਨੇ ਦੁਰਵਰਤੋਂ ਹੀ ਕਰਦੀ ਹੋਵੇ, ਕਿ ਮੈਂ ਉਹ ਆਪਣੀ ਵਾਈਫ ਨੂੰ, ਪਤਨੀ ਨੂੰ ਕੁੱਟਦਾ ਵੀ ਹੋਵੇ, ਦਹੇਜ ਮੰਗਦਾ ਵੀ ਹੋਵੇ, ਪਰ ਤੁਹਾਨੂੰ ਆ ਕੇ ਇੱਕ ਕਹਾਣੀ ਇਹੋ ਜਿਹੀ ਸੁਣਾਵੇ ਕਿ ਮੈਂ ਸਹੀ ਹਾਂ, ਉਹ ਗਲਤ ਨੇ? ਕੁਝ ਇਹੋ ਜਿਹੇ ਕੇਸ ਆਏ ਨੇ ਤੁਹਾਡੇ ਕੋਲ? ਨਹੀਂ, ਇੱਦਾਂ ਦਾ ਕੋਈ ਮੇਰੀ ਨੌਲੇਜ ਇੱਦਾਂ ਖਾਸ ਹੈ ਨਹੀਂ ਹੈ, ਕਿਉਂਕਿ ਅਸੀਂ ਪਹਿਲੇ ਹੀ ਸਾਡਾ ਉਹ ਹੁੰਦਾ ਕਿ ਜਿਹੜਾ ਜੇ ਆ ਕੇ ਸਾਡੇ ਨਾਲ ਝੂਠ ਬੋਲੋਗੇ, ਅਸੀਂ ਇੱਕ ਲਿਟੀਗੈਂਟ ਪ੍ਰੋਫਾਈਲ ਉਹਨਾਂ ਨੂੰ ਕਹਿੰਦੇ ਹਾਂ ਕਿ ਆਪਣੇ ਕੇਸ ਦੀ ਜੋ ਪਹਿਲੇ ਦਿਨ ਤੋਂ ਹੋਇਆ ਸਾਨੂੰ ਲਿਖ ਕੇ ਦਿਓ, ਬਰੀਫ 'ਚ, ਵੈਰੀ ਬਰੀਫ ਜੋ ਲਿਖ ਕੇ ਦਿਓ। ਉਹ 'ਚ ਸਟੋਰੀ ਮੇਕਅਪ ਕਰ ਸਕਦਾ, ਪਰ ਉਹ ਜੋ ਕੋਰਟ 'ਚੋਂ ਦੋਵੇਂ ਪੱਖਾਂ ਵੱਲੋਂ ਜਾਂ ਪੁਲਿਸ ਵੱਲੋਂ ਵੀ ਦੋਵੇਂ ਪੱਖਾਂ ਵੱਲੋਂ ਜੋ ਚੀਜ਼ਾਂ ਆਉਂਦੀਆਂ ਉਹ ਨਾਲ ਅਸੀਂ ਦੇਖਦੇ ਹਾਂ। FIR ਦੇ ਕੰਟੈਂਟਸ ਔਰ ਜਦੋਂ ਉਹਦੀ ਸਟੋਰੀ ਤੁਸੀਂ ਇਕੱਠੇ ਕਰੋਗੇ ਤੁਹਾਨੂੰ ਇੱਕ ਅੰਦਾਜ਼ਾ ਹੋ ਜਾਏਗਾ ਕਿ ਉਹ ਸੱਚ ਬੋਲ ਰਹੇ ਜਾਂ ਝੂਠ ਬੋਲ ਰਹੇ। ਕੀ ਇਹਦੀ ਪੜਤਾਲ ਕਰਨ ਲਈ ਕੋਈ ਟੀਮ ਹੈ ਤੁਹਾਡੇ ਕੋਲ? ਟੀਮ ਨਹੀਂ ਹੈ, ਮੈਂ ਉਹੀ ਦੱਸ ਰਿਹਾ ਕਿ ਸਾਡੇ ਕੋਲ ਕੋਈ ਟੀਮ ਨਹੀਂ ਹੈ। ਸਾਡੇ ਵੋਲੰਟੀਅਰਸ ਨੇ, ਸਾਰੇ ਆਪਣਾ ਆਪਣੇ ਕੰਮ ਕਰਦੇ ਨੇ, ਔਰ ਸਾਡੇ ਵੋਲੰਟੀਅਰਸ ਵੀ ਉਹੀ ਨੇ ਜੋ ਇਹਨਾਂ ਚੀਜ਼ਾਂ ਤੋਂ ਨਿਕਲੇ ਨੇ, ਉਹੀ ਕਾਉਂਸਲਰਸ ਨੇ। ਅਸੀਂ ਕੋਈ ਲੀਗਲ ਟੀਮ ਨਹੀਂ ਹੈ, ਅਸੀਂ ਬਸ ਉਹਨਾਂ ਨੂੰ ਰੋਕੀਦਾ ਕਿ ਸੁਸਾਈਡ ਨਹੀਂ ਕਰਨਾ, ਉਹਨਾਂ ਨੂੰ ਮੋਟੀਵੇਟ ਕਰਨਾ ਕਿ ਉਹ ਡਿਪਰੈਸ਼ਨ 'ਚ, ਬਹੁਤ ਸਾਰੇ ਬੰਦੇ ਡਿਪਰੈਸ਼ਨ 'ਚ ਚਲੇ ਜਾਂਦੇ ਨੇ, ਸੁਸਾਈਡ ਕਰਦੇ ਨੇ। ਅਸੀਂ ਕਈ ਵਾਰ ਤੇ ਅਸੀਂ ਉਹਨਾਂ ਨੂੰ ਜਾ ਕੇ ਪੱਖਿਆਂ ਤੋਂ ਵੀ ਲਾਇਆ, ਬਹੁਤ ਸਾਰੇ ਇੱਦਾਂ ਦੇ ਕੇਸਿਸ ਹੈ, ਰੇਲਵੇ ਟਰੈਕਸ ਤੋਂ ਉਹਨਾਂ ਨੂੰ ਫੜ ਕੇ ਲਿਆਈਦਾ, ਜਦੋਂ ਸਾਡੀ ਇੱਕ ਹੈਲਪਲਾਈਨ ਹੈ ਇਸ ਕਰਕੇ, ਜੋ ਜਿਨ੍ਹਾਂ ਦੇ ਪਰਿਵਾਰ ਵਾਲੇ ਜਾਂ ਉਹ ਆਪ ਖੁਦ ਸਾਨੂੰ ਉੱਤੇ ਕੰਟੈਕਟ ਕਰ ਸਕਦੇ ਨੇ, ਔਰ ਉੱਤੇ ਉਹਨਾਂ ਨੂੰ ਫ੍ਰੀ ਆਫ ਕਾਸਟ ਮਦਦ ਕੀਤੀ ਜਾਂਦੀ ਹੈ, ਉਹਨਾਂ ਤੋਂ ਕੋਈ ਚਾਰजेस ਨਹੀਂ ਲਿੱਤੇ ਜਾਂਦੇ ਕਿਸੇ ਵੀ ਤਰ੍ਹਾਂ ਦੇ। ਤੁਸੀਂ ਕਹਿੰਦੇ ਕਿ ਸੁਸਾਈਡ ਨਹੀਂ ਕਰਨੀ ਹੈਗੀ, ਡਾਈਵੋਰਸ ਚਾਹੇ ਲੈ ਲਵੇ। ਜ਼ਿੰਦਗੀ ਜ਼ਰੂਰੀ ਹੈ, ਤੁਸੀਂ ਕੋਈ ਵੀ ਨਹੀਂ ਚਾਹੇਗਾ ਕਿ ਕੋਈ ਬੰਦਾ ਮਰੇ, ਤੁਹਾਨੂੰ ਕੀ, ਹਰ ਜ਼ਿੰਦਗੀ ਕੀਮਤੀ ਹੈ। ਤੁਹਾਨੂੰ ਇਹ ਨਹੀਂ ਲੱਗਦਾ ਹੈ ਕਿ ਇਹਦੇ ਵਿੱਚ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ? ਜਿਹਦੇ ਬੱਚੇ ਨੇ, ਜਦੋਂ ਆਪਾਂ ਡਾਈਵੋਰਸ ਲੈਂਦੇ ਆ ਤੇ ਬੱਚੇ ਕੋਲ ਇੱਕ ਹੀ ਆਪਸ਼ਨ ਆ ਜਾਂਦੀ ਹੈ, ਜਾਂ ਤਾਂ ਉਹ ਮਾਂ ਕੋਲ ਰਹੇਗਾ ਜਾਂ ਪਿਓ ਕੋਲ ਰਹੇਗਾ। ਬੱਚੇ ਦਾ ਇਹਦੇ ਵਿੱਚ ਕੀ ਕਸੂਰ ਹੈ? ਬੱਚੇ ਦਾ ਕੋਈ ਕਸੂਰ ਨਹੀਂ ਹੈ, ਔਰ ਸਾਡੇ ਕੋਰਟਸ ਵੀ ਕਹਿੰਦੇ ਨੇ, ਸੁਪਰੀਮ ਕੋਰਟ ਨੇ ਇੱਕ ਗਾਈਡਲਾਈਨਸ ਦਿੱਤੀਆਂ ਸ਼ੇਅਰਡ ਪੈਰੈਂਟਿੰਗ ਦੀਆਂ, ਕੁਝ ਦੇਰ ਬੱਚਾ ਮਾਂ ਕੋਲ ਰਹੇਗਾ, ਕੁਝ ਦੇਰ ਪਿਓ ਕੋਲ ਰਹੇਗਾ, ਔਰ ਦੋਨਾਂ ਦਾ ਪਿਆਰ। ਕਿੰਨੀ ਜ਼ਿਆਦਾ ਹਰਾਸਮੈਂਟ ਹੈ ਉਸ ਕੇਸ ਦੇ ਵਿੱਚ ਕਿ ਬੱਚੇ ਨੂੰ ਇੱਕ ਹੀ ਚੀਜ਼ ਚੂਜ਼ ਕਰਨੀ ਪਵੇ ਕਿ ਮੈਂ ਆਪਣੇ ਮਾਂ ਨੂੰ ਚੁਣਾ ਜਾਂ ਪਿਓ ਨੂੰ ਚੁਣਾ। ਬੱਚਾ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਬੱਚੇ ਦੀ ਕੋਈ ਗਲਤੀ ਨਹੀਂ ਹੈ, ਪਰ ਉਹ ਉਤਨਾ ਫਿਰ ਵੀ ਬੱਚੇ ਨੂੰ ਪੈਂਦਾ ਹੈ, ਭੁਗਤ ਬਿਲਕੁਲ ਪੈਂਦਾ। ਔਰ ਅਸੀਂ ਇਹ ਦੇਖੀਦਾ ਵੀ ਹੈ, ਬੱਚਿਆਂ ਦੇ ਇੱਦਾਂ ਦੇ ਬੱਚੇ ਜੋ ਸਿੰਗਲ ਪੇਰੈਂਟ, ਆਪਾਂ ਨੂੰ ਕਹਿੰਦੇ ਸਿੰਗਲ ਪੇਰੈਂਟ ਚਿਲਡਰਨ ਜੋ ਹੁੰਦੇ ਨੇ, ਉਹਨਾਂ ਦੀ ਸਟੱਡੀਜ਼ 'ਤੇ ਇਫੈਕਟ ਪੈਂਦਾ, ਮੈਂਟਲ ਸਾਈਕੋਲੋਜੀਕਲੀ ਉਹਨਾਂ 'ਤੇ ਇਫੈਕਟ ਪੈਂਦਾ। ਕਈ ਵਾਰੀ ਅਸੀਂ ਦੇਖਦੇ ਹਾਂ, ਜਦੋਂ ਇਹ ਬਹੁਤ ਲੰਬੀਆਂ ਫਾਈਟਸ ਦੇਖਦੇ ਹਾਂ ਬਿਟਵੀਨ ਪੇਰੈਂਟਸ, ਉਹ ਡਿਪਰੈਸ਼ਨ 'ਚ ਚਲੇ ਜਾਂਦੇ ਨੇ। ਔਰ ਤੁਸੀਂ ਬਹੁਤ ਸਾਰੇ ਸੁਣੋਗੇ ਤੁਸੀਂ ਕਈ ਵਾਰੀ ਕਿ ਬੱਚਿਆਂ ਨੇ ਸੁਸਾਈਡ ਕਰ ਲਿਆ। ਅਸੀਂ ਕਹਿੰਦੇ ਹਾਂ ਕਿ ਬੱਚੇ ਸੁਸਾਈਡ ਕਿੱਦਾਂ ਕਰ ਸਕਦੇ ਆ, ਕਿ ਉਹ ਤਾਂ ਬਹੁਤ ਚੰਚਲ ਜਾਂ ਉਹਨਾਂ ਦਾ ਸੁਭਾਅ ਉੱਦਾਂ ਦਾ ਹੁੰਦਾ, ਬਟ ਜੋ ਅਸੀਂ ਦੇਖਦੇ ਹਾਂ ਕਿ ਜਦੋਂ ਇਲੋਂਗੇਟਡ ਫਾਈਟਸ ਹੁੰਦੀਆਂ, ਉਹ ਡਿਪਰੈਸ਼ਨ ਜਾ ਕੇ ਦੇ ਆਲਸੋ ਟੇਕ ਐਕਸਟ੍ਰੀਮ ਸਟੈਪਸ। ਰੋਜ਼ ਜੇ ਇੱਦਾਂ ਦਾ ਕਪਲ ਨਾਲ ਰਹੇਗਾ, ਲੜੇਗਾ, ਝਗੜੇਗਾ, ਉਹਦੇ ਨਾਲ ਜ਼ਿਆਦਾ ਬੁਰਾ ਇਫੈਕਟ ਪਏਗਾ ਕਿ ਜੇ ਉਹ ਦੂਰ ਹੋਣਗੇ ਔਰ ਲੜਨਗੇ, ਉਹਦੇ ਨਾਲ ਜ਼ਿਆਦਾ ਬੁਰਾ ਇਫੈਕਟ ਪਏਗਾ। ਤੁਹਾਨੂੰ ਪਤਾ ਸਾਡੇ ਭਾਰਤ ਦੇ ਵਿੱਚ ਡਿਵੋਰਸ ਰੇਟ ਕੀ ਹੈ? ਸਿਰਫ 1%, ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ 5.5%, ਯਾਨੀ ਕਿ 5.5% ਪੂਰੇ ਵਰਲਡ ਦਾ ਡਾਟਾ ਹੈ, ਔਰ ਸਾਡੇ ਇੰਡੀਆ ਦਾ ਡਾਟਾ ਜੋ ਕਹਿੰਦਾ ਹੈ ਕਿ 1% ਡਾਈਵੋਰਸ ਹੁੰਦੇ ਨੇ। ਯਾਨੀ ਕਿ ਮੇਰੇ ਹਿਸਾਬ ਦੇ ਨਾਲ ਸਾਡਾ ਕਾਨੂੰਨ ਇੰਨਾ ਵਧੀਆ ਹੈ ਕਿ 1% ਨੇ, ਜਾਂ ਮਤਲਬ ਮੈਂ ਜਾਣਨਾ ਚਾਹੁੰਦਾ ਕਿ ਇਸ ਤਰ੍ਹਾਂ ਕਿਉਂ ਕਿ ਵਰਲਡ ਦੇ ਵਿੱਚ 5.5% ਹੋ ਰਿਹਾ ਹੈ ਔਰ ਸਾਡੇ ਦੇਸ਼ ਦੇ ਵਿੱਚ 1% ਹੈ। ਮੈਂ ਇੱਥੇ ਮਿਸਯੂਜ਼ ਦੀ ਗੱਲ ਕਰੂੰਗਾ ਜੀ। ਮਿਸਯੂਜ਼ ਜੋ ਹੈ, ਮੇਰਾ ਜੋ ਅਸੀਂ ਦੇਖੀਦਾ 90% ਕੇਸ ਝੂਠੇ ਨੇ। 90% ਕੇਸ ਦਾਜ ਦਹੇਜ ਦੇ। ਹੁਣ ਕੀ ਹੈ, ਲੜਕੀ ਘਰਦਿਆਂ ਨੇ ਦੇਖਿਆ ਘਰ-ਬਾਰ ਅੱਛਾ ਹੈ, ਲੜਕੇ ਨੂੰ ਵਿਆਹ ਦਿਓ, ਕੁੜੀ ਨਹੀਂ ਵਿਆਹ ਕਰਨਾ ਚਾਹੁੰਦੀ, ਥੋੜਾ ਜਿਹਾ ਪ੍ਰੈਸ਼ਰਾਈਜ਼ ਕੀਤਾ, ਵਿਆਹ ਦਿਓ ਜੀ। ਉੱਥੇ ਕੁੜੀ ਕਦੀ ਵੀ ਨਹੀਂ ਬਣੇਗੀ। ਉਹ ਐਂਡ 'ਚ ਕੀ ਰਿਜ਼ਲਟ ਕਰੇਗਾ? ਦਹੇਜ ਦਾ ਪਰਚਾ। ਮੁੰਡਾ ਕਹਿੰਦਾ ਤੂੰ ਕੰਮ ਕਰ, ਕਿਉਂ ਚੱਲ ਦੋਨੋਂ ਮਿਲ ਕੇ ਘਰ ਚਲਾਉਂਦੇ ਆ, ਕੁੜੀ ਕਹਿੰਦੀ ਹੈ ਮੈਂ ਕੰਮ ਨਹੀਂ ਕਰਨਾ, ਤਾਂ ਮੁੰਡੇ ਤੇ ਦਹੇਜ ਦਾ ਪਰਚਾ। ਮੁੰਡਾ ਕਹਿੰਦਾ ਕਿ ਤੂੰ ਕੰਮ ਨਾ ਕਰ, ਕੁੜੀ ਕਹਿੰਦੀ ਹੈ ਮੈਂ ਕੰਮ ਕਰਨਾ, ਤਾਂ ਉੱਤੇ ਦਹੇਜ ਦਾ ਪਰਚਾ। ਕਿਸੇ ਵੀ ਹਾਲਤ 'ਚ ਕੋਈ ਈਗੋ ਕਲੈਸ਼ ਹੈ, ਕੁਛ ਹੈ, ਉਹ ਦਹੇਜ ਦਾ ਪਰਚਾ। ਅੱਜ ਹੋ ਸਕਦਾ ਦੋਨਾਂ 'ਚ ਆਪਸ ਲੜਾਈ ਹੋਵੇ, ਕੁਛ ਹੋਵੇ, ਬਟ ਉਹਦਾ ਕਾਰਨ ਹਰ ਵਾਰੀ ਦਹੇਜ ਨਹੀਂ ਹੋ ਸਕਦਾ ਸਾਡੀ। ਪਰ ਤੁਹਾਨੂੰ ਇਹ ਨਹੀਂ ਲੱਗਦਾ ਹੈ ਕਿ ਜਿੰਨਾ ਘਰ ਉਸ ਮਰਦ ਦਾ ਹੈ, ਉਨਾ ਹੀ ਘਰ ਉਹ ਔਰਤ ਦਾ ਹੈ? ਜੇ ਔਰਤ ਘਰ ਤੋੜਨਾ ਚਾਹੇਗੀ, ਉਹਦਾ ਵੀ ਤਾਂ ਘਰ ਨਾਲ ਹੀ ਟੁੱਟ ਰਿਹਾ ਹੈਗਾ ਨਾ, ਉਹ ਆਪਣੇ ਪੇਕੇ ਜਾ ਕੇ ਥੋੜਾ ਨਾ ਰਹੇਗੀ। ਸਮਝਣਾ ਟਾਈਮ ਦੇ ਨਾਲ ਆਉਂਦੀ ਹੈ, ਉਦੋਂ ਸਪਰ ਆਫ ਦ ਮੂਵਮੈਂਟ 'ਚ ਜਦੋਂ ਈਗੋ ਹੁੰਦੀ ਹੈ, ਮੈਂ ਹੁੰਦੀ ਹੈ 28-30 ਇਅਰਸ ਦੀ ਏਜ ਦੇ ਵਿੱਚ, ਉਹ ਜਦੋਂ ਸੋਚਦੀ ਹੈ ਕਿ ਆਈ ਐਮ ਗੁੱਡ ਲੁਕਿੰਗ, ਮੈਨੂੰ ਤੇ ਦੁਬਾਰਾ ਲੱਭ ਜਾਣਾ, ਠੀਕ ਹੈ ਨਾ। ਗਰਲਸ ਗੋ ਫॉर, ਆਪਾਂ ਇਹੋ ਜਿਹੀਆਂ ਗੱਲਾਂ ਸੁਣਦੇ ਹਾਂ ਕਿ ਕੁੜੀ ਕਹਿੰਦੀ ਹੈ ਜੀ ਮੈਨੂੰ ਤਾਂ ਦੂਸਰਾ ਲੱਭ ਜਾਣਾ ਸੀ, ਜਾਂ ਮੈਂ ਦੂਸਰਾ ਲੱਭ ਸਕਦੀ ਹਾਂ। ਉਹ ਏਜ ਇੱਕ ਇਹੋ ਜਿਹੀ ਹੁੰਦੀ ਹੈ ਜਦੋਂ ਉਹ ਅੱਗੇ ਦਾ ਬਹੁਤਾ ਨਹੀਂ ਸੋਚ ਪਾਉਂਦੇ, ਕਿਉਂਕਿ ਉਹ ਅਗਰ
ਇਸੇ ਚੀਜ਼ 'ਚ ਮੈਂ ਤੁਹਾਡੀ ਉਹ ਪਿਛਲੇ ਕੁਐਸਚਨ ਦਾ ਵੀ ਇੱਕ ਜਵਾਬ ਜਿਹੜਾ ਤੁਸੀਂ ਬੱਚਿਆਂ ਨੂੰ ਲੈ ਕੇ ਕੀਤਾ ਉਹਦੇ 'ਚ ਕਹਿਣਾ ਚਾਹੂੰਗਾ, ਅਸੀਂ ਉਹੀ ਗੱਲ ਕਹਿ ਰਹੇ ਹਾਂ ਕਿ ਐਮੀਕੇਬਲੀ ਅਲੱਗ ਹੋਗੇ ਦੈਨ ਯੂ ਕੈਨ ਥਿੰਕ ਅਬਾਊਟ ਯੂਅਰ ਚਾਈਲਡ ਆਲਸੋ, ਕਿ ਚਲੋ ਠੀਕ ਹੈ ਬੱਚਾ ਤੁਹਾਡਾ ਵੀ ਹੈ ਬੱਚਾ ਮੇਰਾ ਵੀ ਹੈ, ਬਟ ਜਿਹੜੀ ਕੋਰਟ ਦੇ ਵਿੱਚ ਕਲੈਸ਼ ਹੁੰਦਾ ਨਾ ਉਹਦੇ 'ਚ ਬਹੁਤ ਹੀ ਨੀਚੇ ਦੇ ਲੈਵਲ ਦੇ ਇਲਜ਼ਾਮ ਇੱਕ ਦੂਜੇ ਤੇ ਲਗਾਏ ਜਾਂਦੇ ਆ, ਜਿਹਨੂੰ ਬੱਚਾ ਦੇਖ ਕੇ ਹੋਰ ਜ਼ਿਆਦਾ ਉਸ ਚੀਜ਼ 'ਚੋਂ ਨਿਕਲਦਾ। ਦੋ ਬੰਦਿਆਂ ਦੀ ਆਪਸ 'ਚ ਨਹੀਂ ਬਣਦੀ, ਅਗਰ ਉਹ ਘਰ ਲੜ ਰਹੇ ਹੈ ਉਹ ਵੀ ਬੱਚੇ ਦੀ ਹੈਲਥ ਲਈ ਅੱਛਾ ਨਹੀਂ ਹੈ। ਨਾਲੇ ਇਹਦੇ ਨਾਲ ਬੈਟਰ ਹੈ ਉਹ ਡੀਸੈਂਟ ਵੇ ਨਾਲ ਅਲੱਗ ਹੋਣ, ਸਾਡੀ ਬੱਚੇ ਕਾਨੂੰਨ ਨੂੰ ਇੱਕ ਬੰਦੇ ਦੀ ਪ੍ਰਾਪਰਟੀ ਨਾ ਮੰਨੀ ਜਾਏ, ਜਿਹੜਾ ਵੀ ਮਿਲਣਾ ਚਾਹੁੰਦਾ ਉਹਨੂੰ ਮਿਲਾਇਆ ਜਾਏ। ਇੱਕ ਕਿਡ ਸ਼ੁੱਡ ਨਾਟ ਥਿੰਕ ਕਿ ਮੇਰਾ ਮਦਰ ਗਲਤ ਹੈ ਜਾਂ ਮੇਰਾ ਫਾਦਰ ਗਲਤ ਹੈ। ਉਹਨੂੰ ਜੀ। ਪੇਰੈਂਟਲ ਏਲੀਨੇਸ਼ਨ ਅਸੀਂ ਕਹਿੰਦੇ ਹਾਂ, ਪੇਰੈਂਟਲੀ ਏਲੀਨੇਟ ਨਾ ਕੀਤਾ ਜਾਏ ਉਹਨੂੰ। ਆਪਣੇ ਇੱਕ ਜਿਹੜਾ ਵੀ ਜੋ ਕਸਟੋਡੀਅਲ ਪੇਰੈਂਟ ਹੈ ਉਹ ਦੂਜੇ ਪੇਰੈਂਟ ਦੇ ਖਿਲਾਫ ਉਹਦੇ ਦਿਮਾਗ 'ਚ ਗਲਤ ਗੱਲਾਂ ਨਾ ਭਰੇ। ਔਰ ਜੋ ਅਸੀਂ ਇੱਥੇ ਆ ਜਾਂਦੇ ਹਾਂ ਕਿ ਜਿਹੜਾ ਐਮੀਕੇਬਲੀ ਸੈਟਲ ਕਿਉਂ ਅਸੀਂ ਕਹਿੰਦੇ ਹਾਂ ਕਰ ਲਓ, ਕਿਉਂਕਿ ਕੋਰਟ ਦੀ ਲੜਾਈ ਬਹੁਤ ਲੰਬੀ ਹੈ। ਇੱਕ ਜਣਾ ਡਿਵੋਰਸ ਜੇ ਐਮੀਕੇਬਲੀ ਨਹੀਂ ਹੁੰਦਾ, ਇੱਕ ਜਣਾ ਡਿਵੋਰਸ ਦੇਣਾ ਚਾਹੁੰਦਾ ਔਰ ਦੂਜਾ ਨਹੀਂ ਦਿੰਦਾ, ਤੇ ਫਿਰ ਇੱਥੇ ਸੈਸ਼ਨਸ ਕੋਰਟ ਹੈ, ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਤੁਹਾਨੂੰ 12-12 15-15 ਸਾਲ ਲੱਗ ਸਕਦੇ ਆ। ਉਹ 'ਚ ਜ਼ਿੰਦਗੀ ਨਾ ਮੁੰਡੇ ਨੂੰ ਫਾਇਦਾ ਹੋ ਰਿਹਾ ਨਾ ਕੁੜੀ ਨੂੰ ਫਾਇਦਾ ਹੋ ਰਿਹਾ, ਦੋਨਾਂ ਘਰ ਟੁੱਟ ਰਹੇ ਨੇ, ਦੋਨਾਂ ਦਾ ਘਰ ਟੁੱਟ ਰਿਹਾ, ਦੋਨਾਂ ਦੀ ਉਮਰ ਵੀ ਜਾ ਰਹੀ ਹੈ। ਜੀ। ਆਪਾਂ ਜੋ ਆਪਣੇ ਕਲਚਰ 'ਚ ਸੁਣਨੇ ਆ ਦੇਖਦੇ ਆ ਜਵਾਨੀ ਬੈਸਟ ਪੀਰੀਅਡ ਕਿੰਨੀ ਜਾਂਦੀ ਹੈ, ਜਵਾਨੀ ਕਿੱਥੇ ਜਾ ਰਹੀ ਹੈ? ਕੋਰਟ 'ਚ। ਕਿਸ ਵਾਸਤੇ? ਜੋ ਇੱਕ ਆਪਾਂ ਅੱਜ ਕੱਲ੍ਹ ਜੇ ਆਪਾਂ ਵੈਸਟਰਨ ਕਲਚਰ ਅਪਣਾਉਂਦੇ ਆ ਉੱਥੋਂ ਇੱਕ ਹੋਰ ਚੀਜ਼ ਅਪਣਾਉਣੀ ਚਾਹੀਦੀ ਹੈ, ਮੂਵ ਔਨ। ਬਿਲਕੁਲ ਠੀਕ ਹੈ ਜੀ। ਔਰਤ ਮਰਦ ਦੀ ਲੜਾਈ ਦਾ ਤੁਸੀਂ ਕੀ ਸਮਝਦੇ ਹੋ ਕਿ ਸੋਲੂਸ਼ਨ ਜਿਹੜਾ ਹੈਗਾ ਉਹ ਸਿਰਫ ਡਾਈਵੋਰਸ ਹੈ? ਨਹੀਂ, ਜ਼ਰੂਰੀ ਨਹੀਂ ਹੈ। ਕਈ ਵਾਰੀ ਉਹਨਾਂ ਨੂੰ ਸਮਝਾਉਣ 'ਤੇ ਉਹ ਦਿੱਕਤਾਂ ਉਹਨਾਂ ਦੇ ਵਿੱਚ ਅਸੀਂ ਕਰ ਸਕਦੇ ਹਾਂ। ਔਰ ਇਹ ਸਭ ਤੋਂ ਵੱਡਾ ਕੰਮ ਜ਼ਰੂਰੀ ਹੈ, ਦੋ ਘਰਾਂ ਦੇ ਜੋ ਬਜ਼ੁਰਗ ਨੇ ਜੇ ਉਹ ਸਮਝਦਾਰ ਨਿਕਲਣ ਤੇ ਉਹ ਬਹੁਤ ਹੱਦ ਤੱਕ ਸੈਟਲ ਕਰ ਸਕਦੇ ਨੇ। ਔਰ ਕਈ ਵਾਰੀ ਅਸੀਂ ਕੀ ਦੇਖਦੇ ਹਾਂ ਕਿ ਅੱਜ ਕੱਲ੍ਹ ਕਿ ਕਈ ਵਾਰੀ ਬਜ਼ੁਰਗ ਵੀ ਮੌਕੇ ਨੂੰ ਸਮਝ, ਨਜ਼ਾਕਤ ਨੂੰ ਸਮਝ ਨਹੀਂ ਪਾ ਰਹੇ ਹੈ। ਉਹ ਜਿੱਦਾਂ ਲੜਕੀ ਨੂੰ ਜੇ ਲੜਕੀ ਕਹਿ ਰਹੀ ਹੈ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ, ਉਹ ਸ਼ਾਇਦ ਇਹ ਰਿਹਾ ਕਿ ਆ ਜਾ ਵਾਪਸ ਆ ਜਾ, ਮੈਂ ਦੇਖ ਲੂੰਗਾ, ਕੋਈ ਗੱਲ ਨਹੀਂ, ਅਸੀਂ ਇਹਨਾਂ ਨੂੰ ਨੱਕ ਰਗੜਾਵਾਂਗੇ, ਇਹਨਾਂ ਦੀਆਂ ਲੀਕਾਂ ਕਢਾ ਦੇਵਾਂਗੇ ਕੋਰਟ 'ਚ, ਇਹਨਾਂ ਤੇ ਪਰਚੇ ਕਰਾਂਗੇ, FIR ਕਰਾਂਗੇ, ਇਹਨਾਂ ਨੂੰ ਅੰਦਰ ਕਰਾ ਦੇਵਾਂਗੇ। ਡਰਾ ਧਮਕਾ ਕੇ ਘਰ ਨਹੀਂ ਵਸਦੇ। ਡਰਾ ਧਰਾ ਕੇ ਕਿਹੜਾ ਘਰ ਵਸਿਆ ਅੱਜ ਤੱਕ? ਹੁਣ ਵਕਤ ਹੈ ਛੋਟੇ ਜਿਹੇ ਬ੍ਰੇਕ ਦਾ, ਆਓ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸੋ ਮੈਂ ਪਰਮਿੰਦਰ ਕੌਰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੀ ਹਾਂ ਅਤੇ ਆਏ ਹੋਏ ਮਹਿਮਾਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹਾਂ। ਔਰ ਗੱਲਬਾਤ ਦਾ ਸਿਲਸਿਲਾ ਜਾਰੀ ਕਰਦੇ ਹੋਏ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹਾਂਗੀ। ਜਿੱਦਾਂ ਤੁਸੀਂ ਦੱਸਿਆ ਕਿ ਬੱਚੇ ਦੇ ਉੱਤੇ ਇਸ ਚੀਜ਼ ਦਾ ਬਹੁਤ ਇਫੈਕਟ ਪੈਂਦਾ, ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਪੇਰੈਂਟਸ ਔਰ ਜਿਹੜੇ ਪੇਰੈਂਟਸ ਆ ਮਤਲਬ ਫਾਦਰ ਔਰ ਮਦਰ ਉਹ ਕਹਿ ਦਿੰਦੇ ਕਿ 6 ਮਹੀਨੇ ਬੱਚਾ ਮਦਰ ਕੋ ਰਹੇਗਾ, 6 ਮਹੀਨੇ ਬੱਚਾ ਫਾਦਰ ਕੋ ਰਹੇਗਾ, ਕਿ ਇਹਦਾ ਕੋਈ ਬੱਚੇ ਤੇ ਬੁਰਾ ਅਸਰ ਨਹੀਂ ਪੈਂਦਾ? ਬਿਕੋਜ਼ ਆਫ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਪੇਰੈਂਟਸ ਆਪਸ ਦੇ ਵਿੱਚ ਹੀ ਉਹਨਾਂ ਦੀ ਬੌਂਡਿੰਗ ਨਹੀਂ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਉਹ ਬੱਚਾ ਅਗਰ ਮਦਰ ਹੈ, ਮਦਰ ਹਮੇਸ਼ਾ ਫਾਦਰ ਦੇ ਖਿਲਾਫਤ ਹੀ ਕਰਦੀ ਹੋਏਗੀ ਤੇ ਬੱਚੇ ਤੇ ਇਫੈਕਟ ਪੈਂਦਾ ਹੋਏਗਾ, ਜਾਂ ਫਾਦਰ ਹੈ ਉਹ ਮਦਰ ਦੀ ਖਿਲਾਫਤ ਕਰਦਾ ਹੋਏਗਾ ਤੇ ਉਹ ਵੀ ਬੱਚੇ ਤੇ ਇਫੈਕਟ ਪੈਂਦਾ ਹੋਏਗਾ, ਕਿ ਇਹਦੇ ਨਾਲ ਬੱਚੇ ਦੇ ਉੱਤੇ ਪੇਰੈਂਟਸ ਦਾ ਰਿਲੇਸ਼ਨਸ਼ਿਪ ਦਾ ਬੱਚੇ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਹੋ ਰਿਹਾ ਤੁਹਾਨੂੰ ਲੱਗਦਾ ਹੈ? ਬਿਲਕੁਲ ਹੋ ਰਿਹਾ। ਐਚ ਕੀ ਹੁੰਦਾ ਕਿ ਅਸੀਂ ਦੇਖੀਦਾ, ਅਸੀਂ ਇਹੀ ਕਹੀਦਾ, ਇਹਨੂੰ ਸੁਪਰੀਮ ਕੋਰਟ ਵੀ ਮੰਨਦੀ ਹੈ ਔਰ ਇੰਟਰਨੈਸ਼ਨਲ ਕੋਰਟਸ ਵੀ ਮੰਨਦੇ ਨੇ, ਇਹਨੂੰ ਪੇਰੈਂਟਲ ਏਲੀਨੇਸ਼ਨ ਕਹਿੰਦੇ ਆ। ਜਦੋਂ ਇੱਕ ਕਸਟੋਡੀਅਲ ਪੇਰੈਂਟ ਚਾਹੇ ਮਦਰ ਹੈ ਚਾਹੇ ਫਾਦਰ ਹੈ, ਜਿਹਦੇ ਕੋਲ ਵੀ ਬੱਚਾ ਹੈ, ਉਹ ਬੱਚੇ ਦੇ ਖਿਲਾਫ ਦੂਸਰੇ ਨਾਨ ਕਸਟੋਡੀਅਲ ਪੇਰੈਂਟ ਦੇ ਖਿਲਾਫ ਉਹਦੇ ਦਿਮਾਗ 'ਚ ਭਰਦਾ ਹੈ ਕੁਝ ਵੀ ਗਲਤ ਚੀਜ਼, ਕਿ ਤੇਰੀ ਮਾਂ ਇੱਦਾਂ ਸੀਗੀ ਜਾਂ ਤੇਰਾ ਪਿਓ ਇੱਦਾਂ ਸੀਗਾ, ਤੇਰਾ ਪਿਓ ਉੱਦਾਂ ਸੀਗਾ, ਮਾਰਦਾ ਸੀ, ਝੂਠ ਵੀ ਉਹਨੂੰ ਸੁਣਾਉਂਦਾ। ਉਹ 'ਚ ਕੀ ਹੈ, ਬੱਚੇ ਦੀ ਡਿਵੈਲਪਮੈਂਟ 'ਤੇ ਉਹਦਾ ਅਸਰ ਪੈਂਦਾ। ਇੱਥੇ ਬਹੁਤ ਸਾਰੀ ਇੰਟਰਨੈਸ਼ਨਲ ਸਟੱਡੀਜ਼ ਹੈ ਜੋ ਕਹਿੰਦੀਆਂ ਕਿ ਬੱਚੇ ਦਾ ਬਹੁਤ ਡਿਫਰੈਂਟ ਲੈਵਲਸ 'ਤੇ ਨੁਕਸਾਨ ਹੁੰਦਾ, ਅਤੇ ਇਸ ਕਰਕੇ ਸਾਡੀ ਸੁਪਰੀਮ ਕੋਰਟ ਨੇ ਇਹ 'ਚ ਸ਼ੇਅਰਡ ਪੇਰੈਂਟਿੰਗ ਦੀ ਗਾਈਡਲਾਈਨਸ ਵੀ ਦਿੱਤੀਆਂ ਔਰ ਬਹੁਤ ਸਾਰੇ ਹਾਈ ਕੋਰਟਾਂ। ਜਿੱਦਾਂ ਸਮਟਾਈਮਸ ਕੀ ਹੁੰਦਾ ਸ਼ੇਅਰ ਪੇਰੈਂਟਿੰਗ, ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ, ਹੁਣ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਤੇ ਉਹਦੇ ਵਿੱਚ ਕੀ ਹੈ ਕਿ ਮਦਰ ਨੂੰ ਲਾਅ ਦੇ ਅਕੋਰਡਿੰਗਲੀ ਉਹਨੂੰ ਕਿਹਾ ਗਿਆ ਕਿ ਹਾਂ ਆਪਣੇ ਫਾਦਰ ਨੂੰ ਮਿਲ ਸਕਦਾ, ਬਟ ਮਦਰ ਉਹਨੂੰ ਮਿਲਾਉਂਦੀ ਹੀ ਨਹੀਂ ਹੈ ਔਰ ਇਹ ਕਾਫੀ ਟਾਈਮ ਤੋਂ ਸੁਪਰੀਮ ਕੋਰਟ ਤੱਕ ਵੀ ਕੇਸ ਗਿਆ ਹੈ, ਤੇ ਉਹਦਾ ਕੀ ਤੁਹਾਡੇ ਕਹਿਣਾ ਹੋਏਗਾ ਇਹਦੇ ਵਿੱਚ? ਅਸੀਂ ਇਹੀ ਕਹਿੰਦੇ ਹਾਂ ਕਿ ਜਿਹਦੇ ਕੋਲ ਬੱਚੇ ਨੂੰ ਮਿਲਾਉਣਾ ਚਾਹੀਦਾ। ਸਾਡੇ ਇੱਕ ਇੱਦਾਂ ਦੇ ਸਾਡੇ ਮੈਂਬਰ ਨੇ ਜਿਨ੍ਹਾਂ ਦਾ ਤੁਹਾਨੂੰ ਮੈਂ ਦੱਸਣਾ ਕਿ ਉਹਨਾਂ ਨੇ ਬਹੁਤ ਲੜਾਈ ਲੜੀ, ਉਹਨਾਂ ਦਾ ਰਾਜੀਨਾਮਾ ਹੋ ਗਿਆ, ਸੈਟਲਮੈਂਟ ਹੋ ਗਿਆ। ਉਹ 'ਚ ਸੈਟਲਮੈਂਟ 'ਚ ਲਿਖਿਆ ਗਿਆ ਕਿ ਉਹ ਬੱਚੇ ਨੂੰ ਸਾਲ 'ਚ 2 ਵਾਰੀ ਮਿਲਾਉਣਗੇ, ਬਟ ਉਹ ਮਿਲਾ ਨਹੀਂ ਜਾ ਰਹੇ। ਔਰ ਅਸੀਂ ਇਹ ਬਹੁਤ ਸਾਰੇ ਕੇਸਾਂ 'ਚ ਦੇਖ ਰਹੇ ਹਾਂ, ਈਦਰ ਕਿ ਬੱਚੇ ਨੂੰ ਮਤਲਬ ਮਦਰਸ ਮਿਲਾ ਨਹੀਂ ਰਹੀਆਂ, ਜੇ ਮਿਲਾ ਰਹੀਆਂ ਤਾਂ ਇਸ ਤਰੀਕੇ ਮਿਲਾ ਰਹੀਆਂ ਕਿ ਬੱਚੇ ਬਹੁਤ ਭਰਿਆ ਹੋਇਆ ਆਉਂਦਾ,
ਉਹ ਆਪਣੇ ਪਿਓ ਵੱਲ ਦੇਖਣਾ ਵੀ ਚਾਹੁੰਦਾ ਨਹੀਂ ਹੈ। ਜੇ ਦੇਖਣਾ ਵੀ, ਜੇ ਕੁਝ ਵੈਸੇ ਗੱਲਬਾਤ ਵੀ ਨਹੀਂ ਕਰਦਾ ਪਿਓ, ਚਾਹੇ ਕਿੰਨਾ ਵੀ ਬੁਲਾਏ, ਕੁਝ ਵੀ ਕਰੇ, ਬੁਲਾਉਣ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਹੁਣ ਇੱਦਾਂ ਦੀ ਮਦਰਸ ਨੂੰ ਮੈਨੂੰ ਇਹ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਜੋ ਬੋਲ ਰਹੇ ਹੋ, ਕੱਲ੍ਹ ਨੂੰ ਤੁਹਾਨੂੰ ਕੱਟਣਾ ਪੈਣਾ। ਤੁਸੀਂ ਉਹਦੇ ਦਿਮਾਗ 'ਚ ਇੰਨੀ ਖਿਲਾਫਤ, ਨਫ਼ਰਤ ਜ਼ਮਾਨੇ ਦੇ ਪ੍ਰਤੀ, ਹਰ ਬੰਦੇ ਦੇ ਪ੍ਰਤੀ, ਜੋ ਅੱਜ ਉਹ ਆਪਣੇ ਪਿਓ ਨਾਲ ਕਰੇਗਾ, ਬਾਕੀ ਕੱਲ੍ਹ ਨੂੰ ਚੱਲ ਕੇ ਆਪਣੇ ਹਰ ਰਿਲੇਸ਼ਨਸ਼ਿਪ 'ਚ ਦੇਖੇਗਾ ਉਸ ਨਫ਼ਰਤ ਨੂੰ। ਤੇ ਇਸ ਕਰਕੇ ਤੁਸੀਂ ਬੱਚੇ ਦਾ ਨੁਕਸਾਨ ਕਰ ਰਹੇ ਹੋ, ਔਰ ਇਹ ਕਰਨਾ ਬੰਦ ਕਰੋ। ਪਤੀ ਪਤਨੀ ਦੀ ਲੜਾਈ ਦੇ ਵਿੱਚ ਹਮੇਸ਼ਾ ਜਿਹੜਾ ਨੁਕਸਾਨ ਹੋਏਗਾ ਬੱਚੇ ਨੂੰ ਹੋਏਗਾ। ਕੱਲ ਨੂੰ ਬੱਚਾ ਉਹ ਵੱਡਾ ਹੁੰਦਾ, ਉਹਨੂੰ ਰਿਸ਼ਤਾ ਕਰਨ ਦੇ ਵਿੱਚ ਵੀ ਪ੍ਰੋਬਲਮ ਆਏਗੀ। ਅੱਜ ਸਾਡੇ ਘਰ ਵੀ ਕੋਈ ਰਿਸ਼ਤਾ ਆਉਂਦਾ ਤੇ ਉਹਦੇ ਪੇਰੈਂਟਸ ਨੇ ਆਹ ਕੀਤਾ ਹੋਵੇ ਤੇ ਅਸੀਂ ਵੀ ਉਹਨੂੰ ਕੋਈ ਅੱਛੀ ਨਜ਼ਰ ਦੇ ਨਾਲ ਹੀ ਦੇਖਦੇ ਕਿ ਇਹਨਾਂ ਦੇ ਘਰ ਦਾ ਜਿਹੜਾ ਕਲਚਰ ਖਰਾਬ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਦਾਂ ਦੀ ਚੀਜ਼ਾਂ ਦੇ ਵਿੱਚ ਗਲਤ ਹੈ ਇਹ? ਦੇਖੋ, ਡਿਸਟਰਬਡ ਫੈਮਿਲੀ ਜਿਹੜੀ ਹੁੰਦੀ ਹੈ, ਚਾਹੇ ਉਹ ਵਸੀ ਹੋਈ ਹੈ, ਚਾਹੇ ਉਹ ਡਿਵੋਰਸਡ ਹੈ ਜੀ, ਜਿੱਥੇ ਮੰਨ ਲਓ ਹਸਬੈਂਡ ਵਾਈਫ ਦੀ ਨਹੀਂ ਮੰਨਦੀ, ਅਗਰ ਉੱਥੇ ਬੱਚਾ ਰਹਿ ਰਿਹਾ, ਬੱਚਾ ਕਿਤੇ ਨਾ ਕਿਤੇ ਸਾਈਕੋਲੋਜੀਕਲੀ ਇੰਪੈਕਟਡ ਹੋ ਰਿਹਾ। ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਪੇਰੈਂਟਸ ਇਕੱਠੇ ਰਹਿੰਦੇ ਨੇ, ਉਹ ਆਪਸ 'ਚ ਜੋ ਮਰਜ਼ੀ ਲੜਦੇ ਨੇ, ਉਹਦਾ ਇਫੈਕਟ ਬੱਚੇ ਦੇ ਉੱਤੇ ਨੈਗੇਟਿਵ ਨਹੀਂ ਆਏਗਾ ਕਦੇ? ਨਹੀਂ, ਉਹ ਦੇਖੋ, ਅਗਰ ਫੈਮਿਲੀ ਡਿਸਟਰਬਡ ਹੈ, ਹਸਬੈਂਡ ਵਾਈਫ ਹਰ ਟਾਈਮ ਲੜ ਰਹੇ, ਤੇ ਬੱਚੇ ਤੇ ਉਹ ਵੀ ਇੱਕ ਕੋਈ ਅੱਛਾ ਇੰਪੈਕਟ ਉਹ ਆਪਣੇ ਰਿਲੇਸ਼ਨਸ਼ਿਪ 'ਚ ਹੀ ਕਦੀ ਸਕਸੈਸਫੁਲ ਨਹੀਂ ਹੋ ਪਾਏਗਾ। ਉਹ ਹਰ ਚੀਜ਼ ਨੂੰ ਆਪਣੇ ਮਦਰ ਨਾਲ ਕੰਪੇਅਰ ਕਰੇਗੀ ਕਿ ਮੇਰੀ ਮਦਰ ਇੱਦਾਂ ਕਰ ਰਹੀ ਹੈ, ਜਾਂ ਮੇਰੀ ਮਦਰ ਉੱਦਾਂ ਕਰ ਰਹੀ ਹੈ, ਜਾਂ ਮੇਰੇ ਪੇਰੈਂਟਸ ਇੱਦਾਂ ਹੋ ਰਿਹਾ ਔਰ ਇਹ ਵੀ ਮੇਰੇ ਨਾਲ ਉੱਦਾਂ ਕਰੇਗਾ। ਇਹ ਡਿਸਟਰਸਟ ਇੱਕ ਸਮਟਾਈਮਸ ਦੇ ਵਿੱਚ ਇਹ ਵੀ ਅਸੀਂ ਦੇਖਦੇ ਹਾਂ, ਬਹੁਤ ਨਾਰਮਲੀ ਹੈ ਕਿ ਇੱਕ ਲੜਕੀ ਹੈ, ਉਹ ਛੋਟੀ ਛੋਟੀ ਆਪਣੀ ਜਿਹੜੀ ਘਰ ਦੀ ਡਿਸਕਸ਼ਨਸ ਹੁੰਦੀਆਂ ਆਪਣੇ ਪੈਰੈਂਟਸ ਨਾਲ ਕਰਦੀਆਂ ਨੇ, ਜਿਹਦੇ ਨਾਲ ਕਿ ਓਬਵੀਅਸਲੀ ਅਸੀਂ ਇਸ ਚੀਜ਼ ਨੂੰ ਅੰਡਰਸਟੈਂਡ ਵੀ ਕਰਦੇ ਹਾਂ। ਬਟ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪੇਰੈਂਟਸ ਹੈ ਲੜਕੀ ਦੇ, ਉਹਨਾਂ ਨੂੰ ਲੜਕੀ ਨੂੰ ਸਮਝਾਉਣਾ ਚਾਹੀਦਾ, ਨਾ ਕਿ ਉਹਨੂੰ ਇਨਕਰੇਜ ਕਰਨਾ ਚਾਹੀਦਾ। ਨਾਰਮਲੀ ਇਨਕਰੇਜ ਕਰਨ ਦੇ ਕਰਕੇ ਵੀ ਰਿਲੇਸ਼ਨਸ਼ਿਪਸ ਖਰਾਬ ਹੁੰਦੇ ਆ। ਐਗਜ਼ੈਕਟਲੀ, ਅਸੀਂ ਜੋ ਦੇਖਦੇ ਹਾਂ ਬਹੁਤ ਸਾਰੇ ਕੇਸਿਸ ਇੱਦਾਂ ਦੇ ਹੁੰਦੇ ਆ ਜਿਸ 'ਚ ਮਦਰਸ ਦੀ ਇੰਟਰਫੇਰੈਂਸ, ਕਿਉਂਕਿ ਹਰ ਚੀਜ਼ ਦਾ, ਘਰ ਦਾ ਛੋਟਾ ਤੋਂ ਛੋਟਾ ਵਾਕਿਆਤ। ਕੱਲ੍ਹ ਹੀ ਇੱਕ ਮੇਰੇ ਫੇਸਬੁੱਕ ਪੇਜ 'ਤੇ ਇੱਕ ਮੈਸੇਜ ਆਇਆ ਕਿ ਉਹ ਬੰਦਾ ਕਹਿ ਰਿਹਾ ਸੀ ਮੈਂ ਸੁਸਾਈਡ ਕਰਨਾ ਚਾਹੁੰਦਾ। ਮੈਂ ਉਹਨੂੰ ਕੰਟੈਕਟ ਕੀਤਾ, ਟਰੇਸ ਕੀਤਾ, ਉਹਨੂੰ ਵਾਪਸ ਮੈਸੇਜ ਭੇਜਿਆ ਤੇ ਉਹਨੇ ਮੈਨੂੰ ਦੱਸਿਆ ਕਿ ਛੋਟੀ ਛੋਟੀ ਗੱਲਾਂ, ਹਰ ਚੀਜ਼ ਮੇਰੀ ਵਾਈਫ ਆਪਣੇ ਮਦਰ ਨੂੰ ਦੱਸਦੀ ਹੈ, ਔਰ ਉਹਦੀ ਮਦਰ ਉਹਨੂੰ ਅੱਗੋਂ ਕਹਿੰਦੀ ਹੈ ਇਹਦੇ ਬੌਸ ਨੂੰ ਫੋਨ ਕਰ, ਇਹਦੇ ਬੌਸ ਇੱਥੇ ਕੋਈ ਕੰਮ ਕਰਦਾ। ਉਹਦੇ 'ਚ ਕੀ ਹੋਇਆ ਸੀਗਾ, ਉਹਦੀ ਵਾਈਫ ਨੇ ਹਰਾਸ ਕਰਦੀ ਹੈ। ਔਰ ਕੀ ਹੋਇਆ ਕਿ ਉਹਦੇ ਪੇਰੈਂਟਸ, ਲੜਾਈ ਕੁਛ ਵੀ ਹੁੰਦੀ ਹੈ, ਪੇਰੈਂਟਸ ਆਉਂਦੇ ਆ, ਤੁਹਾਡੇ ਘਰ ਇੱਦਾਂ ਹੁੰਦਾ, ਤੁਹਾਡੇ ਘਰ ਇੱਦਾਂ ਹੁੰਦਾ, ਤੁਸੀਂ ਇਹ ਕਰਨੇ ਹੋ, ਤੁਸੀਂ ਉਹ ਕਰਨੇ ਹੋ। ਇਨਫੈਕਟ ਕਹਿੰਦਾ ਕਿ ਇੱਕ ਵਾਰੀ ਦੁੱਧ ਖਰਾਬ ਹੋ ਗਿਆ ਤੇ ਕਹਿੰਦਾ ਦੁੱਧ ਸੁੱਟਤਾ, ਕਹਿੰਦਾ ਤੁਸੀਂ ਦੁੱਧ ਸੁੱਟ ਦਿੰਦੇ ਹੋ। ਛੋਟੀ ਛੋਟੀ ਗੱਲਾਂ। ਇਹਦੇ ਵਿੱਚ ਤੁਸੀਂ ਕਸੂਰਵਾਰ ਲੜਕੀ ਨੂੰ ਮੰਨਦੇ ਹੋ ਕਿ ਉਹਦੀ ਮਦਰ ਨੂੰ ਮੰਨਦੇ ਹੋ? ਮਦਰ ਨੂੰ। ਇੱਥੇ ਮੈਂ ਇੱਕ ਹੋਰ ਚੀਜ਼, ਆਪਣਾ ਕਲਚਰ ਜੋ ਹੈ ਨਾ, ਕੁੜੀ ਦਾ ਘਰ ਇੱਕ ਵਾਰੀ ਵਿਆਹ ਕੇ ਗਈ ਤੇ ਕੁੜੀ ਦਾ ਘਰ ਅੱਗੇ ਵਾਲਾ, ਉਹਨੂੰ ਜਿਹਨੂੰ ਆਪਾਂ ਕਹੀਏ ਕਿ ਉਹਨੂੰ, ਕੁੜੀ ਨੂੰ ਜੇ ਪਿਛਲਾ ਛੱਡੇਗੀ ਨਹੀਂ ਤੇ ਅਗਲਾ ਅਪਣਾਏਗੀ ਕਿੱਦਾਂ। ਇੱਥੇ ਮੈਂ ਇੱਕ ਹੋਰ ਚੀਜ਼ ਐਡ ਕਰਨੀ ਚਾਹੁੰਦਾ। ਹੁੰਦਾ ਕੀ ਹੈ ਕਿ ਲੜਕਾ ਲੜਕੀ ਅਗਰ ਹਸਬੈਂਡ ਵਾਈਫ ਕੱਲ ਪਾਰਕ ਘੁੰਮ ਕੇ ਆਏ ਨਾ, ਤਾਂ ਲੜਕੀ ਮੇ ਨੋਟ ਘਰ ਜਾ ਕੇ ਮਾਂ ਨੂੰ ਦੱਸੇ ਕਿ ਮੈਨੂੰ ਕੱਲ ਪਾਰਕ ਲੈ ਕੇ ਗਏ, ਮੈਨੂੰ ਆਈਸਕ੍ਰੀਮ ਖਿਲਾਈ ਜਾਂ ਮੈਨੂੰ ਮੂਵੀ ਦਿਖਾਈ। ਬਟ ਅਗਰ ਉਹਦੀ ਲੜਾਈ ਹੋ ਗਈ ਹੈ ਨਾ, ਇਮੀਡੀਏਟਲੀ ਮੋਬਾਈਲ ਪਲੇਸ ਦੇਅਰ, ਮੋਬਾਈਲ ਚੱਕਦੀਆਂ, ਫੋਨ ਕਰ ਦਿੰਦੀਆਂ ਜੀ ਮੇਰੇ ਨਾਲ ਅੱਜ ਇੱਦਾਂ ਹੋਇਆ। ਮਦਰ ਵੀ ਕਹਿੰਦੇ ਤੂੰ ਆ ਜਾ ਕਰ, ਮੈਂ ਦੇਖ ਲਾਂਗੀ। ਉਹਨਾਂ ਨੂੰ ਹਰ ਚੀਜ਼ ਨੈਗੇਟਿਵ ਜਾ ਰਹੀ ਹੈ ਮਦਰ ਕੋਲ, ਲੜਕੀ ਦੀ ਮਾਂ ਕੋਲ ਹਰ ਚੀਜ਼ ਨੈਗੇਟਿਵ ਜਾ ਰਹੀ ਹੈ। ਲੜਾਈ ਵਾਲੇ ਸੀਨ ਪਹੁੰਚ ਰਹੇ ਆ। ਜਿਹੜੇ ਅੱਛਾ ਟਾਈਮ ਸਪੈਂਡ ਕੀਤਾ, ਉਹ ਕੁੜੀ ਸ਼ਾਇਦ ਆਪਣੇ ਪੇਰੈਂਟਸ ਨੂੰ ਦੱਸਣਾ ਵੀ ਨਹੀਂ ਚਾਹੁੰਦੀ, ਆਊਟ ਆਫ ਜਿੱਦਾਂ ਸਾਡੀ ਸੋਸਾਇਟੀ ਥੋੜੀ ਜੀ ਕੰਜ਼ਰਵੇਟਿਵ ਆ, ਉਹ ਨਹੀਂ ਦੱਸਦੀਆਂ ਕਿ ਮੇਰਾ ਹੱਥ ਵੀ ਫੜਿਆ ਤੇ ਮੇਰੇ ਨਾਲ ਢੰਗ ਨਾਲ ਗੱਲ ਵੀ ਕਰਦਾ। ਪਰ ਅੱਜ ਕੱਲ ਤਾਂ ਫੇਸਬੁੱਕ ਬੜਾ ਚੱਲ ਗਿਆ ਨੇ, ਜੇ ਤੁਸੀਂ ਅੱਛਾ ਕਰਦੇ ਹੋ ਤੇ ਨਾਲ ਦੀ ਨਾਲ ਜੇ ਮੂਵੀ ਦੇਖਣ ਗਏ ਤਾਂ ਵੀ ਲੜਕੀ ਨੇ ਕਪਲ ਦੇਖਿਆ ਸਰ ਜਿਨ੍ਹਾਂ ਦੀਆਂ ਬੜੀਆਂ ਹੈਪੀ ਫੋਟੋਗ੍ਰਾਫਸ ਹੈ ਔਰ ਦੇ ਆਰ ਲੀਡਿੰਗ ਟੂ ਡਿਵੋਰਸ, ਕਿਉਂਕਿ ਫੇਸਬੁੱਕ ਦੀ ਜਿਹੜੀ ਲਾਈਫ ਹੈ ਉਹ ਹਾਈਪੋਥੈਟੀਕਲ ਲਾਈਫ। ਔਰ ਅਸੀਂ ਬਹੁਤ ਸਾਰੇ ਅੱਜ ਕੱਲ ਤੁਸੀਂ ਮੰਨੋਗੇ ਨਹੀਂ, ਬਹੁਤ ਸਾਰੇ ਲੜਕੇ ਲਾਈਵ ਸੁਸਾਈਡ ਕਰ ਰਹੇ ਆ ਇਸ ਚੱਕਰ। ਨਹੀਂ, ਮੈਂ ਤੁਹਾਡੀ ਇਸ ਗੱਲ ਨੂੰ ਥੋੜਾ ਜਿਹਾ ਕੱਟਣਾ ਚਾਹਾਂਗਾ। ਤੁਸੀਂ ਕਹਿੰਦੇ ਕਿ ਹਾਈਪੋਥੈਟੀਕਲ ਲਾਈਫ ਹੈ, ਇਹਦਾ ਮਤਲਬ ਜੇ ਉਹ ਲੜਕੀ ਹੈਪੀ ਮੂਮੈਂਟਸ ਪਾ ਰਹੀ, ਇਹਦਾ ਮਤਲਬ ਆਪਣੇ ਹਸਬੈਂਡ ਦੇ ਨਾਲ ਰਹਿਣਾ ਚਾਹ ਰਹੀ ਹੈ। ਉਸ ਆਪਣੀ ਫਰੈਂਡ ਸਰਕਲਸ ਦੇ ਵਿੱਚ ਆਪਣੇ ਦੋਸਤਾਂ ਨੂੰ ਦਿਖਾਉਣ ਲਈ ਕਿ ਕੁਝ ਫੋਟੋਆਂ, ਮਾਈ ਲਾਈਫ ਇਜ਼ ਆਸਮ, ਹਾਂ ਮਾਈ ਲਾਈਫ ਆਸਮ, ਇਹਦਾ ਮਤਲਬ ਜੇ ਆਪਣੀ ਲਾਈਫ ਮੈਂ ਆਸਮ ਦਿਖਾ ਰਹੀ ਹਾਂ, ਬਾਹਰ ਦਿਖਾ ਰਹੀ ਕਿ ਮੇਰੀ ਲਾਈਫ ਆਸਮ, ਇਹਦਾ ਮਤਲਬ ਮੈਂ ਘੱਟੋ ਘੱਟ ਡਾਈਵਰਸਨ ਦਾ ਨਹੀਂ ਲੈਣਾ ਚਾਹੁੰਦੀ। ਨਹੀਂ ਹੋ ਰਿਹਾ ਹੈ, I have seen people ਕਿ ਜਿੱਥੇ ਨਹੀਂ, ਉਹਦਾ ਕੀ ਕਾਰਨ ਹੋ ਸਕਦਾ ਨਾ, ਮੈਂ ਲੋਕਾਂ ਨੂੰ ਦਿਖਾ ਰਿਹਾ ਕਿ ਮੇਰੇ ਰਿਲੇਸ਼ਨ ਹਸਬੈਂਡ ਵਾਈਫ ਦੇ ਬਹੁਤ ਅੱਛੇ ਨੇ, ਪਰ ਫਿਰ ਵੀ ਅੰਦਰ ਖਾਤੇ ਮੈਨੂੰ ਲੱਗ ਰਿਹਾ ਕਿ ਮੈਂ ਇਸ ਬੰਦੇ ਨਾਲ ਨਹੀਂ ਰਹਿ ਸਕਦੀ ਹੈਗੀ। ਸਰ ਐਕਚੁਅਲੀ ਕੀ ਹੈ, ਫੇਸਬੁੱਕ ਦਾ ਨਾ ਤੁਸੀਂ ਇੱਕ ਅਰਾਊਂਡ, ਕਿਉਂਕਿ ਅੱਜ ਕੱਲ ਬੰਦਾ ਨਾ ਇਕੱਲਾ ਹੋ ਗਿਆ ਜੀ, ਉਹਨੇ ਰਿਲੇਸ਼ਨਸ਼ਿਪਸ ਨਹੀਂ ਬਣਾ ਰਿਹਾ। ਇੱਕ ਫੋਟੋ ਉਹਨੂੰ ਕੋਈ ਵੈਸੇ ਕੰਪਲੀਮੈਂਟ ਕਰੇ ਨਾ ਕਰੇ, ਉਹਨੂੰ ਫੇਸਬੁੱਕ ਤੇ ਕੰਪਲੀਮੈਂਟ ਮਿਲਣਗੇ। ਮੈਂ ਤੁਹਾਡੀ ਗੱਲ ਨਾਲ ਉਸ ਚੀਜ਼ ਤੋਂ ਕੀ ਹੈ ਕਿ ਉਹ ਕੰਪਲੀਮੈਂਟਸ, ਉਹ ਕੀ ਹੈ ਕਿ ਸੈਲਫ ਸੈਟੀਸਫੈਕਸ਼ਨ, ਕਿ ਤੁਸੀਂ ਕੁਝ ਨਹੀਂ ਹੋ ਰਿਹਾ ਤੇ ਚਲੋ ਫੇਸਬੁੱਕ ਤੇ ਐਟਲੀਸਟ ਮੈਨੂੰ ਕਮੈਂਟਸ ਆ ਰਹੇ ਆ। ਪਰਮਿੰਦਰ, ਤੁਹਾਨੂੰ ਨਹੀਂ ਲੱਗਦਾ ਹੈ ਕਿ ਜਦੋਂ ਹਸਬੈਂਡ ਵਾਈਫ ਆਪਣੀਆਂ ਅੱਛੀਆਂ ਵਧੀਆ ਮੂਵਮੈਂਟਸ ਦੀਆਂ ਜਿਹੜੀ ਫੋਟੋ ਪਾਉਂਦੇ ਨੇ,
ਉਹ ਕਦੀ ਆਪਾਂ ਸੋਚ ਸਕਦੇ ਹਾਂ ਕਿ ਉਹ ਅਲੱਗ ਹੋਣ ਦੀਆਂ ਗੱਲਾਂ ਵੀ ਕਰਦੇ ਹੋਣਗੇ? ਬਿਲਕੁਲ ਇਦਾਂ ਦੇ ਕੋਈ ਕੇਸ ਆਉਂਦੇ ਨੇ? ਸੁਸ਼ਮਿਤਾ ਸੇਨ ਦੀ ਤੁਸੀਂ ਆਪਾਂ ਇੱਕ ਹਾਈ ਪ੍ਰੋਫਾਈਲ ਕੇਸ ਲਾਈਏ ਜੀ। ਉਹਨਾਂ ਦਾ ਬ੍ਰਦਰ ਤੇ ਉਹਨਾਂ ਦੀ ਸਿਸਟਰ ਇਨ ਲਾਅ ਨੇ। ਹੁਣ ਪਿੱਛੇ ਅਸੀਂ ਲਾਕਡਾਊਨ 'ਚ ਬਹੁਤ ਫੋਟੋਗ੍ਰਾਫਸ ਪਾਈਆਂ ਸੀਗੀਆਂ, ਉਸ ਤੋਂ ਬਾਅਦ ਉਹਨਾਂ ਦੇ ਅੱਡ ਹੁੰਦੀਆਂ ਖਬਰਾਂ ਬਹੁਤ ਸਾਰੀਆਂ ਆ ਗਈਆਂ ਔਰ ਬਹੁਤ ਸਾਰੀਆਂ ਚੀਜ਼ਾਂ ਅਸੀਂ ਕਈ ਇੱਦਾਂ ਤੁਸੀਂ ਇਸ ਹਾਈ ਪ੍ਰੋਫਾਈਲ ਕੇਸਿਸ ਤੋਂ ਸਮਝ ਸਕਦੇ ਹੋ ਕਿ ਤੁਸੀਂ 2 ਮਹੀਨੇ ਪਹਿਲੇ ਤੁਸੀਂ ਪਾ ਰਹੇ ਹੋ ਬਹੁਤ ਜਿਨ੍ਹਾਂ ਨੂੰ ਲੋਕੀ ਕਹਿ ਰਹੇ ਕਿ ਬਹੁਤ ਹੌਟ ਹੈ ਔਰ ਸਟੀਮੀ ਪਿਕਚਰਸ ਆ ਕਪਲ ਦੀਆਂ, ਬੈਸਟ ਕਪਲ ਗੋਲਸ ਹੈ, ਲੋਕਾਂ ਨੂੰ ਇਦਾਂ ਦਾ ਹੋਣਾ ਚਾਹੀਦਾ, ਔਰ 2 ਮਹੀਨੇ ਬਾਅਦ ਉਹਨਾਂ ਦੇ ਅੱਡ ਹੋਣ ਦੀ ਖਬਰ ਆ ਰਹੀ ਹੈ। ਪਰ ਆਪਾਂ ਸਟਾਰਸ ਦੀ ਗੱਲ ਨਾ ਕਰ, ਉਹਨਾਂ ਦੀ ਲਾਈਫ ਜਿਹੜੀ ਆਮ ਬੰਦੇ ਨਾਲੋਂ ਬਿਲਕੁਲ ਡਿਫਰੈਂਟ ਹੁੰਦੀ ਹੈ। ਆਪਾਂ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਇਹਨਾਂ ਚੀਜ਼ਾਂ ਨੂੰ ਭੁਗਤਦੇ ਨੇ। ਆਮ ਬੰਦੇ ਦੀ ਗੱਲ ਕਰੀਏ ਕਿ ਆਮ ਬੰਦੇ ਦੇ ਕੋਈ ਇਹੋ ਜਿਹਾ ਕੇਸ ਤੁਸੀਂ ਸਾਨੂੰ ਦੱਸੋ ਜਿਹਦੇ ਵਿੱਚ ਉਹਨੇ ਫੇਸਬੁੱਕ ਦੇ ਵਿੱਚ ਬਹੁਤ ਆਪਣੀ ਹੈਪੀ ਮੂਮੈਂਟਸ ਪਾਈਆਂ ਪਰ ਫਿਰ ਵੀ ਉਹ ਅਲੱਗ ਹੋਣ ਲਈ ਤਿਆਰ। ਮੇਰੇ ਕੋਲ ਇੱਕ ਕੇਸ ਇਹੋ ਜਿਹਾ ਆਇਆ ਸੀ, ਉਹਦੇ ਵਿੱਚ ਜਿੱਦਾਂ ਤਾਂ ਮੈਂ ਫੇਸਬੁੱਕ ਤੇ ਦੇਖਦਾ ਸੀ ਉਹ ਬਹੁਤ ਅੱਛਾ ਟਾਈਮ ਸਪੈਂਡ ਕਰ ਰਹੇ ਹੁੰਦੇ ਸੀ, ਬਟ ਜਿਸ ਦਿਨ ਉਹਨਾਂ ਦੋਵਾਂ ਦੀ ਲੜਾਈ ਹੋਣੀ ਮੈਂ ਅਨਫੋਰਚੂਨੇਟਲੀ ਦੋਵਾਂ ਦੇ ਇਨ ਟੱਚ ਸੀਗਾ ਉਸ ਕੇਸ ਦੇ ਵਿੱਚ। ਇਟ ਵਾਜ਼ ਅ ਨੋਨ ਪਰਸਨਲ ਕੇਸ ਕਹਿ ਲਓ, ਤੇ ਮੈਨੂੰ ਲੜਕੇ ਦਾ ਅੱਡ ਕਾਲ ਆ ਜਾਣੀ, ਲੜਕੀ ਦੀ ਅੱਡ ਕਾਲ ਆ ਜਾਣੀ। ਫੇਸਬੁੱਕ ਤੇ ਹੈਪੀ ਨੇ, ਫੋਟੋਆਂ ਮੈਂ ਜਦੋਂ ਦੇਖ ਰਿਹਾ ਮਹੀਨਾ ਇੱਕ ਅੱਛੀਆਂ ਫੋਟੋਆਂ ਡਾਲ ਲਈਆਂ, ਮੈਂ ਵੀ ਸੋਚ ਰਿਹਾ ਕਿ ਚਲੋ ਅੱਛਾ ਫੈਮਿਲੀ ਸੈਟਲ ਹੋ ਗਈ ਹੈ, ਬਟ ਜਦੋਂ ਲੜਦੇ ਆ ਉਦੋਂ ਫੋਨ ਕਰ ਦਿੰਦੇ ਐਂਡ ਦੇ ਕੇਮ ਟੂ ਦ ਵਰਜ ਆਫ ਡਿਵੋਰਸ। ਉੱਥੇ ਸਮਝਾਉਣ ਦੀ ਥੋੜੀ ਲੋੜ ਹੁੰਦੀ ਹੈ ਕਈ ਵਾਰੀ ਦੋਵਾਂ ਜਣਿਆਂ ਨੂੰ, ਦੋਨਾਂ ਨੂੰ ਇੱਕ ਚੀਜ਼ ਉਸ ਏਜ ਦੇ ਵਿੱਚ ਬੰਦਾ ਸੋਚਦਾ ਕਿ ਮੇਰੇ ਕੋਲ ਹਲੇ ਲਾਈਫ ਪਈ ਹੈ, ਮੈਂ ਤੇ ਨਵਾਂ ਪਾਰਟਨਰ ਲੱਭ ਲੂੰਗਾ ਜਾਂ ਮੈਨੂੰ ਮਿਲ ਜਾਣਾ। ਲੜਕਾ ਵੀ ਭੁਲੇਖੇ 'ਚ ਹੁੰਦਾ, ਲੜਕੀ ਵੀ ਹੁੰਦੀ ਹੈ, ਬਟ ਉਹਨਾਂ ਨੂੰ ਇਹ ਹੁੰਦਾ ਭੁਲੇਖੇ 'ਚ ਹੀ ਹੈ, ਭੁਲੇਖਾ ਹੀ ਹੈ ਸਰ, ਮਿਸਅੰਡਰਸਟੈਂਡਿੰਗ। ਕਿਉਂਕਿ ਸੈਕਿੰਡ ਟਾਈਮ ਜਦੋਂ ਮੈਰਿਜ ਹੋ ਜਾਂਦੀ ਹੈ, ਮੈਂ ਨਹੀਂ ਕਹਿੰਦਾ ਨਹੀਂ ਹੁੰਦੀ, ਬਟ ਅਗਰ ਤੁਸੀਂ ਪਹਿਲੀ ਵਾਰੀ 80% ਕੰਪਰੋਮਾਈਜ਼ ਕੀਤਾ ਨਾ, ਨੈਕਸਟ ਟਾਈਮ ਤੁਹਾਨੂੰ 100% ਕੰਪਰੋਮਾਈਜ਼ ਕਰਨਾ ਪੈਣਾ। ਤੁਹਾਨੂੰ ਅਗਰ ਹਸਬੈਂਡ ਨੇ ਇਹ ਵੀ ਦੁਬਾਰਾ ਸੈਕਿੰਡ ਮੈਰਿਜ ਵਿੱਚ ਕਹਿਤਾ ਨਾ ਤੂੰ ਸੀਗੀ ਇੱਦਾਂ ਦੀ, ਤੇਰਾ ਡਿਵੋਰਸ ਹੋਇਆ, ਜਾਂ ਤੇ ਤੁਸੀਂ ਉੱਥੇ ਫਿਰ ਲੜ ਕੇ ਘਰ ਆ ਜਾਓ। ਸੋ ਬੰਦੇ ਨੂੰ ਸੁਣ ਕੇ ਚੁੱਪ ਕਰ, ਬੰਦੇ ਨੂੰ ਸਮਝ ਆ ਜਾਂਦੀ ਹੈ ਪਰ ਸਮਝ ਲੇਟ ਆਉਂਦੀ ਹੈ। ਠੀਕ ਹੈ। ਔਰ ਇਹਦੇ ਵਿੱਚ ਮੋਬਾਈਲਸ, ਮੈਂ ਉਹੀ ਗੱਲ ਕਰ ਰਿਹਾ ਸੀ, ਕੰਟੀਨਿਊ ਕਰੂੰਗਾ। ਟੈਕਨੋਲੋਜੀ ਦਾ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਲੜਾਈ ਉਦੋਂ ਵੀ ਹੁੰਦੀ ਸੀ, ਪਰ ਜਦ ਤੱਕ ਲੜਕੀ ਵਿਹਲੀ ਬਹਿ ਕੇ ਚਿੱਠੀ ਲਿਖਦੀ ਸੀ ਔਰ ਚਿੱਠੀ ਮਾਂ ਤੱਕ ਪਹੁੰਚਦੀ ਸੀ, ਉਦੋਂ ਤੱਕ ਹਸਬੈਂਡ ਵਾਈਫ ਦੀ ਸੁਲਾਹ ਹੋ ਜਾਂਦੀ ਸੀ। ਹੁਣ ਕੀ ਹੁੰਦਾ, ਇਮੀਡੀਏਟ ਫੋਨ ਜਾਂਦਾ। ਅੱਛਾ, ਮਦਰ ਨੂੰ ਨਿਊਜ਼ ਕੀ ਮਿਲ ਰਹੀ ਹੈ, ਚਲੋ ਫੇਸਬੁੱਕ ਤੇ ਹੁਣ ਅੱਜ ਤੋਂ 5-7 ਸਾਲ ਪਹਿਲੇ ਬਜ਼ੁਰਗ ਫੇਸਬੁੱਕ ਨਹੀਂ ਯੂਜ਼ ਕਰ ਰਹੇ ਸੀ, ਉਹਨਾਂ ਨੂੰ ਇੱਦਾਂ ਲੱਗਦਾ ਸੀ ਯਾਰ ਜਦੋਂ ਹਰ ਦੂਏ ਦੇ ਨਾਲ ਲੜ ਪੈਂਦੀ ਹੈ ਤੇ ਫੋਨ ਕਰ ਦਿੰਦੀ ਹੈ ਜਾਂ ਹਰ ਹਫ਼ਤੇ ਲੜਦੀ ਹੈ। ਉਹ 5 ਦਿਨ ਠੀਕ ਰਹੀ ਹੈ, ਇੱਕ ਦਿਨ ਉਹਨੇ ਲੜਾਈ ਦਾ ਆਪਣਾ ਫੋਨ ਕਰਤਾ ਤੁਹਾਨੂੰ, ਤੇ ਉਹ ਮਦਰ ਕਹਿੰਦੀ ਆ ਜਾ ਤੂੰ, ਮੈਂ ਦੇਖ ਲਾਂਗੀ ਇਹਨੂੰ। ਉਹ ਜਿਹੜਾ ਇੱਕ ਐਕਸਟਰਾ, ਇੱਕ ਤੇ ਰੀਅਲ ਮਦਰ ਹੋ ਗਈ, ਸੋਸ਼ਲ ਸਾਈਟਸ ਦੇ ਕਰਕੇ ਐਕਸ਼ਨ ਔਰ ਰਿਐਕਸ਼ਨ ਰਾਈਟ ਇਮੀਡੀਏਟ ਹੋ ਜਾਂਦਾ। ਲਾਅ ਆਲਸੋ ਕਮਸ ਇਨਟੂ ਦੈਟ ਪਿਕਚਰ ਕਿ ਲਾਅ ਇਸ ਹਿਸਾਬ ਨਾਲ ਡਿਜ਼ਾਈਨ ਕੀਤੇ ਗਏ ਹੈ, ਵੂਮਨ ਸੈਂਟਰਿਕ ਨੇ, ਕਿ ਲੜਕੀ ਨੂੰ ਲੱਗਦਾ ਕਿ ਮੇਰੀ ਤਾਂ ਸੁਣਵਾਈ ਬਹੁਤ ਹੈ, ਮੈਂ ਤੈਨੂੰ ਇੱਕ ਵਾਰੀ ਬੰਦਾ ਬਣਾ ਦਾਂਗੀ। ਉਹ ਜਿਹੜੀ ਫੋਰਸ ਇੰਪਲੀਮੈਂਟੇਸ਼ਨ ਆਫ ਲਾਅ ਹੈ, ਉਹ ਕੋਸ਼ਿਸ਼ ਘਰ ਬਸਾਉਣ ਦੀ ਘੱਟ ਹੋ ਜਾਂਦੀ ਹੈ, ਉਹ ਘਰ ਤੋੜਨ 'ਚ ਜ਼ਿਆਦਾ। ਹਰ ਚੀਜ਼ ਦਾ ਦੁਰਵਰਤੋਂ ਤਾਂ ਹੈ ਹੀ ਹੈ, ਦੁਰਵਰਤੋਂ 'ਚ ਆ ਜਾਂਦਾ। ਉਹਦੇ 'ਚ ਕੀ ਹੈ, ਦੇਖੋ ਸਹੀ ਕੇਸ ਵਾਲੇ ਤੇ ਭੁਗਤਦੀਆਂ ਹੀ ਹੈ। ਜਿਹੜੀ ਮੰਨ ਲਓ ਕੋਈ ਸਹੀ ਵੀ ਡੌਰੀ ਦੀ ਜਿਹੜੀ ਬੰਦੀ ਜਿੰਦੇ ਤੇ ਡੌਰੀ ਦੀ ਪੜਤਾਲ ਨਾ ਹੋ ਰਹੀ ਹੋਏਗੀ, ਅਸੀਂ ਕਈ ਵਾਰੀ ਉਹਨੂੰ ਵੀ ਅਸਿਊਮ ਕਰ ਲੈਂਦੇ, ਕਿਉਂਕਿ ਸਾਨੂੰ ਪਤਾ ਕਿ ਅੱਜ ਕੱਲ੍ਹ ਭਾਵੇਂ ਘਰ 'ਚ ਚਾਹ ਦੇ ਗਲਾਸ ਨੂੰ ਲੈ ਕੇ ਲੜਾਈ ਹੋਈ ਹੋਏ, ਪੈਣਾ ਡੌਰੀ ਦਾ ਹੀ ਪਰਚਾ। ਠੀਕ ਹੈ ਨਾ, ਉਹ ਆਸਾਨ ਲੱਗਦਾ ਨਾ। ਅਸਲੀ ਵਿਕਟਿਮ ਜਿਹੜਾ, ਹਾਂ ਉਹ ਈਜ਼ੀ ਹੈ। ਤੁਸੀਂ ਕਿਸੇ ਨੂੰ ਵੀ ਆਰਾਮ ਨਾਲ ਪਾ ਸਕਦੇ ਹੋ, ਪੁਲਿਸ ਕੋਲ ਜਾ ਕੇ ਇੱਕ ਸਟੇਟਮੈਂਟ ਦੇਣੀ ਹੈ, ਤੁਹਾਡਾ ਕੇਸ ਦਰਜ ਹੋ ਜਾਏਗਾ। ਸਮਟਾਈਮਸ ਫਾਈਨੈਂਸ਼ੀਅਲੀ ਜਿਹੜੇ ਡਿਸਟੈਂਸ ਹੁੰਦੇ ਉਹ ਵੀ ਇਸ ਚੀਜ਼ ਰਿਲੇਸ਼ਨਸ਼ਿਪ ਦੇ ਉੱਤੇ ਇਫੈਕਟ ਕਰਦੇ। ਕਈ ਵਾਰੀ ਕੁੜੀ ਬਹੁਤ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੀ ਹੈ, ਲਵ ਮੈਰਿਜ ਕਰਾ ਲੈਂਦੀ ਹੈ, ਤੇ ਉਹ ਇੰਨਾ ਮਤਲਬ ਕਹਿ ਸਕਦੇ ਕਿ ਮਿਡਲ ਕਲਾਸ ਲੜਕਾ ਹੋਏ, ਉਹ ਲੜਕੀ ਰਾਇਲ ਫੈਮਿਲੀ ਦੀ ਹੈ, ਤੇ ਇਹ ਵੀ ਚੀਜ਼ਾਂ ਕਈ ਵਾਰੀ ਸਰ ਮੈਮ ਐਡਜਸਟਮੈਂਟ ਇਸ਼ੂਜ਼, ਮੈਂ ਦੋ ਹੀ ਚੀਜ਼ਾਂ ਕਹਾਂਗਾ, ਦੋ ਵੀ ਰਾਦਰ ਇੱਕੋ ਹੀ ਚੀਜ਼, टेम्परामेंटल इश्यूज और ये मिसमैच ऑफ नेचर एस्पिरेशंस और ठीक है ना एस्पिरेशन मिसमैच कह लो। ਸੋ ਤੁਹਾਨੂੰ ਲੱਗਦਾ ਜਦੋਂ ਵੀ ਜਿਹਦਾ ਮੈਰਿਜ ਹੁੰਦੀ ਹੈ ਸਾਡੇ ਟਾਈਮ ਪੀਰੀਅਡ ਦੇ ਵਿੱਚ ਜਿੱਦਾਂ ਅਸੀਂ ਕਹਿੰਦੇ ਆ ਸਾਡੇ ਸਮਾਜ ਵਿੱਚ ਹੁਣ ਤਾਂ ਕਾਫੀ ਫਰਕ ਪੈ ਚੁੱਕਾ ਕਿ ਲੜਕੇ ਔਰ ਲੜਕੀ ਨੂੰ ਪਹਿਲੇ ਟਾਈਮ ਦੇ ਵਿੱਚ ਤਾਂ ਇੱਕ ਦੂਸਰੇ ਦੇ ਨਾਲ ਗੱਲ ਕਰਨ ਦਾ ਵੀ ਮਤਲਬ ਅਲਾਉਡ ਨਹੀਂ ਸੀ। ਅੱਜ ਕੱਲ ਤਾਂ ਉਹ ਕਾਫੀ ਟਾਈਮ ਦੇ ਦਿੱਤਾ ਜਾਂਦਾ, ਫੋਨ ਕਾਲਸ ਹੈ, ਚੈਟ ਹੈ, ਡੇਟਸ ਤੇ ਜਾਣਾ। ਤੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਤੁਸੀਂ ਬੋਲ ਰਹੇ ਹੋ ਕਿ ਉਹਨਾਂ ਦੋਨਾਂ ਨੂੰ ਆਪਣੀ ਨੇਚਰ ਨੂੰ ਮਿਲਾਉਣਾ ਚਾਹੀਦਾ ਹੈ, ਆਪਣੇ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਹੈ, ਤੇ ਉਹ ਚੀਜ਼ ਦੇ ਜਦੋਂ ਉਹ ਟਾਈਮ ਪੀਰੀਅਡ ਮਿਲਦਾ ਤੇ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ ਉਹਦਾ ਇਫੈਕਟ ਅੱਛਾ ਹੀ ਹੋਣਾ ਚਾਹੀਦਾ, ਇੰਪੈਕਟ ਗਲਤ ਕਿਉਂ ਹੋ ਜਾਂਦਾ? ਬਹੁਤ ਲਵ ਮੈਰਿਜਸ ਵਿੱਚ ਇਹ ਦੇਖਿਆ ਜਾਂਦਾ। ਮੈਮ ਜ਼ਰੂਰੀ ਨਹੀਂ ਹੈ ਕਿ ਤੁਸੀਂ
ਕਿਸੇ ਪੁਆਇੰਟ ਆਫ ਟਾਈਮ ਤੇ ਡਿਫਰੈਂਸ ਆ ਸਕਦਾ। ਅਸੀਂ ਦੇਖਦੇ ਹਾਂ ਲਿਵ ਇਨ ਰਿਲੇਸ਼ਨਸ਼ਿਪ ਜੋ 5-5 7-7 ਸਾਲ ਦੇ ਲਿਵ ਇਨ ਰਿਲੇਸ਼ਨਸ਼ਿਪਸ ਹੈ ਉਹ 'ਚੋਂ ਵੱਖਰੇ ਹੋ ਜਾਂਦੇ ਆ। ਡਿਵੋਰਸ ਜੋ ਲਗਾਤਾਰ ਨਾਲ ਲੈ ਰਹੇ 8 ਸਾਲ ਬਾਅਦ ਡਿਵੋਰਸ ਹੋਇਆ 15 ਸਾਲ ਬਾਅਦ ਡਿਵੋਰਸ ਹੋ ਰਹੇ ਆ, ਅਸੀਂ ਉਹ ਦੇਖ ਰਹੇ ਹਾਂ ਕਿ ਕਿਸੇ ਵੇਲੇ ਕਿਸੇ ਦੀ ਨੇਚਰ ਜਾਂ ਕਿਸੇ ਵੇਲੇ ਵੀ ਮਤਲਬ ਦੇਅਰ ਕੈਨ ਬੀ ਅ ਲਿਟਲ ਫ੍ਰਿਕਸ਼ਨ। ਇੱਕ ਸਟੇਟ ਆਫ ਮਾਈਂਡ ਹੈ ਜੋ ਕਿਸ ਵੇਲੇ ਕਿਸੇ ਦੀਆਂ ਆਦਤਾਂ ਅੱਛੀਆਂ ਲੱਗਦੀਆਂ ਉਹੀ ਆਦਤਾਂ ਕਈ ਵਾਰੀ ਬੁਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਤੇ ਉਹ 'ਚ ਕੀ ਹੈ ਕਿ ਕੋਈ ਉਹ ਨਹੀਂ ਹੈ, ਉਹਨਾਂ ਨੂੰ ਐਮੀਕੇਬਲੀ ਹਟ ਜਾਣਾ ਚਾਹੀਦਾ ਰਾਦਰ ਦੈਨ ਇੱਕ ਦੂਜੇ ਨੂੰ ਕੰਡਾ ਬਣ ਕੇ ਚੁੱਭਦੇ ਰਹਿਣ। ਉਹਨਾਂ ਨੂੰ ਐਮੀਕੇਬਲੀ ਸੈਟਲ ਕਰਕੇ ਦੇ ਸ਼ੁੱਡ ਮੂਵ ਔਨ। ਫਾਲਟ ਕਿਸ ਦਾ ਕਹਿ ਸਕਦੇ ਸੀ, ਸਮਾਜ ਦਾ ਕਵਾਂਗੇ, ਲਾਅ ਦਾ ਕਵਾਂਗੇ ਜਾਂ ਉਹਨਾਂ ਦਾ ਖੁਦ ਦਾ? ਮੈਮ ਸਮਾਜ ਦਾ ਵੀ ਹੈ, ਲਾਅ ਦਾ ਵੀ ਹੈ। ਸਮਾਜ ਕੀ ਕਰਦਾ, ਸਮਾਜ ਸਿਖਾਉਂਦਾ ਕਿ ਲੜਕੇ ਹੀ ਗਲਤ ਹੈ। ਸਮਟਾਈਮਸ ਕਹਿ ਦਿੰਦੇ ਨੇ ਜੀ ਲੋਕ ਕੀ ਕਹਿਣਗੇ। ਉਹ ਤੋਂ ਇਲਾਵਾ ਕਿ ਉਹ ਇੱਕ ਸਮਾਜ ਨੇ ਇੱਕ ਰੂਲ ਬਣਾਇਆ ਹੋਇਆ ਕਿ ਲੜਕੇ ਹੀ ਗਲਤ ਹੈ। ਇੱਕ ਜੇ ਕ੍ਰਿਮੀਨਲ ਹੈ ਤੇ ਉਹ ਲੜਕਾ ਹੈ। ਜੇ ਕੋਈ ਕਿਤੇ ਵੀ ਕੋਈ ਪ੍ਰੋਬਲਮ ਹੋਈ ਹੈ, ਲੜਕੀ ਰੋ ਰਹੀ ਹੈ ਔਰ ਸਾਹਮਣੇ ਲੜਕਾ ਹੈ, ਸ਼ਾਇਦ ਉਹਨੇ ਜਾਣਦਾ ਵੀ ਨਹੀਂ ਹੈ ਤੇ ਉਹ ਲੋਕੀ ਕਿ ਤੇਰੀ ਭੈਣ ਨਾਲ ਇਦਾਂ ਹੁੰਦਾ ਤਾਂ ਤੂੰ ਇਦਾਂ ਹੁੰਦਾ ਹੈ ਨਾ। ਤੂੰ ਕੀ ਕਹਿੰਦਾ? ਇੱਥੇ ਐਗਜ਼ਾਮਪਲ ਹੀ ਦੇ ਦੇਣਾ। ਸਾਡਾ ਲਾਅ ਕੀ ਕਹਿੰਦਾ, ਸਾਡਾ ਲਾਅ ਕਹਿੰਦਾ ਕਿ ਇੱਕ ਲੜਕੀ ਜਾ ਕੇ ਇੱਕ ਮੇਲ ਜਾਂ ਫੀਮੇਲ ਚਾਈਲਡ ਨੂੰ ਅਡਾਪਟ ਕਰ ਸਕਦੀ ਹੈ, ਬਟ ਇੱਕ ਸਿੰਗਲ ਮੇਲ ਫੀਮੇਲ ਚਾਈਲਡ ਅਡਾਪਟ ਨਹੀਂ ਕਰ ਸਕਦਾ। ਮਤਲਬ ਅਸੀਂ ਪਹਿਲੇ ਅਸਿਊਮ ਕਰਕੇ ਬੈਠੇ ਹਾਂ। ਲੈਟਸ ਇੱਕ ਡੋਮੈਸਟਿਕ ਵਾਇਲੈਂਸ ਇੱਕ ਦੇਖੋ ਹਰ ਤਰ੍ਹਾਂ ਦੇ ਲੋਕ ਹੁੰਦੇ ਆ, ਸਿਰਫ ਲੜਕੀ ਲੜਕੇ ਤੇ ਪਾ ਸਕਦੀ ਹੈ, ਲੜਕਾ ਲੜਕੀ ਤੇ ਪਾ ਨਹੀਂ ਸਕਦਾ। ਅਸੀਂ ਅਸੰਪਸ਼ਨ ਜੈਂਡਰ ਨਿਊਟਰਲ ਨਹੀਂ ਹੈ। ਡੌਰੀ ਦਾ ਇਹ ਇੰਡੀਆ 'ਚ ਹੀ ਹੈ ਜ਼ਿਆਦਾ, ਇਹ ਸਿਰਫ ਇੰਡੀਆ 'ਚ ਹੈ। ਔਰ ਅਸੀਂ ਹੋਰ ਚੀਜ਼ਾਂ ਇੱਕ ਜੋ ਹੋਰ ਚੀਜ਼ ਦੇਖਦੇ ਹਾਂ ਕਿ ਅੱਜ ਕੱਲ੍ਹ ਇੱਕ ਫੈਸ਼ਨ ਬਣ ਗਿਆ ਜਾਂ ਇੱਕ ਰੂਲ ਬਣ ਗਿਆ ਕਿ ਜਦੋਂ ਵੀ ਡਿਵੋਰਸਿਸ ਹੁੰਦੇ ਹੈ ਤੇ ਕੁੜੀ ਵਾਲੇ ਬਹੁਤ ਐਗਜ਼ੋਰਬਿਟੈਂਟ ਮਤਲਬ ਐਗਜ਼ੈਜਰੇਟਡ ਡਿਮਾਂਡਸ ਕਰਦੇ ਆ ਕਿ ਕਿਸ ਚੀਜ਼ ਦੇ ਪੈਸੇ ਨੇ। ਕਿਉਂਕਿ ਮੇਰੇ ਕੋਲ ਕਈ ਸਾਰੇ ਇੱਦਾਂ ਦੇ ਕੇਸ ਆਉਂਦੇ। ਇੱਕ ਰੀਸੈਂਟ ਕੇਸ ਸੀਗਾ ਕੁਛ ਦੇਰ ਪਹਿਲੇ ਦਾ, ਉਹ 'ਚ ਉਹਨਾਂ ਦਾ ਹੁਣ ਖਤਮ ਹੋ ਗਿਆ ਕੇਸ, ਪਰ ਉਹ 'ਚ ਲੜਕੇ ਨੇ 1 ਰੁਪਇਆ ਲੈ ਕੇ ਵਿਆਹ ਕੀਤਾ ਸੀ। ਜਦੋਂ ਆਪਸ 'ਚ ਲੜਾਈ ਝਗੜਾ ਹੋਇਆ, ਡਿਵੋਰਸ ਤੱਕ ਗੱਲ ਪਹੁੰਚੀ ਤੇ ਕੁੜੀ ਵਾਲੇ ਕਹਿੰਦੇ ਸਾਨੂੰ 35 ਲੱਖ ਰੁਪਇਆ ਚਾਹੀਦਾ। ਤੇ ਮਤਲਬ ਜਦੋਂ ਲੜਕੇ ਨੇ ਉਹਨੂੰ ਪੁੱਛਿਆ ਕਿ ਮੇਰਾ ਕਿਸ ਚੀਜ਼ ਦਾ ਮੈਂ 35 ਲੱਖ ਰੁਪਇਆ ਦੇਵਾਂ, ਤੁਹਾਡਾ ਜੋ ਵਿਆਹ ਤੇ ਖਰਚਾ ਹੋਇਆ ਸੀ ਮੈਂ ਦੇਣ ਨੂੰ ਤਿਆਰ ਹਾਂ, ਜੋ ਵੀ ਤੁਹਾਡਾ ਕੋਈ ਸਮਾਨ ਹੈ ਮੇਰੇ ਤੋਂ ਲੈ ਜਾਓ। ਮੈਂ ਦੇਖੋ ਔਰ ਵੱਡੀ ਗੱਲ ਇਹ ਹੈ ਕਿ ਤੁਹਾਡੀ ਬੇਟੀ ਮੈਨੂੰ ਛੱਡ ਰਹੀ ਹੈ, ਮੈਂ ਤੁਹਾਨੂੰ ਨਹੀਂ ਛੱਡ ਰਿਹਾ, ਮੈਂ ਉਹਨੂੰ ਨਹੀਂ ਛੱਡ ਰਿਹਾ। ਤੁਸੀਂ ਕਹਿ ਰਹੇ ਹੋ ਕਿ ਲੜਕੀ ਵਾਲੇ ਜਿਹੜੇ ਹੁੰਦੇ ਉਹ ਜੀ ਪੈਸੇ ਮੰਗਦੇ, ਲੜਕੇ ਵਾਲਿਆਂ ਦਾ ਵੀ ਤਾਂ ਖਰਚਾ ਹੋਇਆ ਹੀ ਹੁੰਦਾ ਵਿਆਹ ਦੇ ਵਿੱਚ। ਇਹ ਤਾਂ ਨਹੀਂ ਹੈ ਕਿ ਲੜਕੇ ਵਾਲੇ ਘਰ ਦੇ ਕੱਪੜੇ ਪਾਏ ਤੇ ਤੁਰੇ ਅੱਜਕੱਲ ਤੇ ਬਰਾਬਰ ਦਾ ਖਰਚਾ ਹੋ ਰਿਹਾ ਜੀ। ਰਿਐਲਿਟੀ ਜੋ ਹੈ ਲੜਕੇ ਵਾਲਿਆਂ ਦਾ ਵੀ ਸਭ ਕੁਝ ਹੁੰਦਾ ਹੈ। ਅਸੀਂ ਆਪਣੇ ਕਲਚਰ ਜੋ ਲਾਈਏ ਦਾਜ ਹੈ ਤੇ ਵਰੀ ਵੀ ਹੈ। ਹਾਂਜੀ ਬਿਲਕੁਲ, ਉਹੀ ਮੈਂ ਕਹਿਣਾ ਚਾਹ ਰਹੀ ਹਾਂ ਕਿ ਵਰੀ ਵੀ ਬਣਦੀ ਹੈ। ਕੁੜੀ ਨੂੰ ਜੇ ਇੰਗੇਜਮੈਂਟ ਤੇ ਉਨਾ ਹੀ ਸਮਾਨ ਦਿੱਤਾ ਜਾਂਦਾ ਜਿੰਨਾ ਸ਼ਾਇਦ ਲੜਕੇ ਵਾਲੇ ਜ਼ਿਆਦਾ ਸਮਾਨ ਦਿੰਦੇ ਆ ਲੜਕੀ ਵਾਲਿਆਂ ਤੋਂ। ਹਾਂਜੀ, ਬਿਕੋਜ਼ ਜਦੋਂ ਸ਼ਾਦੀ ਦੀ ਸਾਰੀ ਸ਼ਾਪਿੰਗ ਹੈ ਤੇ ਕੁੜੀ ਨੂੰ ਨਾਲ ਲਿਜਾ ਕੇ ਸਭ ਕੁਝ ਕਰਾਇਆ ਜਾਂਦਾ ਹੈ ਨਾਲ। ਤਾਂ ਅੱਛਾ ਮੈਂ ਦਾਜ ਵੀ ਜਿਹੜਾ ਅਸੀਂ ਜਿਹੜਾ ਦਾਜ ਦੀ ਵੀ ਗੱਲ ਕਰ ਰਹੇ ਹਾਂ, ਦਾਜ ਵੀ ਕੀ ਹੈ ਕਿ ਜੋ ਗਿਫਟਸ ਦਿੱਤੇ ਆ ਲੜਕੀ ਵਾਲਿਆਂ ਨੇ ਆਪਣੀ ਮਰਜ਼ੀ ਨਾਲ ਦਿੱਤੇ ਆ। ਕਿਉਂ ਉਹਨਾਂ ਨੇ ਜਦੋਂ ਵਿਆਹ ਹੁੰਦਾ, ਹਾਂਜੀ ਮੁੰਡਾ ਉੱਚੇ ਕਰਦਾ, ਹਾਂ ਇਹ ਵੀ ਅਸੀਂ ਵਿਆਹ 'ਚ ਇੰਨਾ ਇੱਦਾਂ ਦਾ ਕਰਨਾ, ਅਸੀਂ ਇੱਦਾਂ ਦਾ ਕਰਨਾ, ਸਾਡੀ ਕੁੜੀ ਹੈ ਆਪਣੀ ਕੁੜੀ ਦੇ ਵਿਆਹ ਤੇ ਪੈਸਾ ਖਰਚਾ ਕਰਨਾ, ਅਸੀਂ ਇੱਦਾਂ ਦੀ ਮਿਲਣੀ ਕਰਨੀ ਹੈ, ਅਸੀਂ ਇੱਦਾਂ ਦਾ ਕਰਨਾ। ਮੁੰਡੇ ਵਾਲੇ ਕਹਿ ਕੇ ਨਹੀਂ ਕਰਾ ਰਹੇ, ਪਰ ਕਈ ਵਾਰੀ ਕੁੜੀ ਵਾਲੇ ਆਪਣੀ ਮਰਜ਼ੀ ਨਾਲ ਕਰ ਰਹੇ ਆ। ਉਸ ਤੋਂ ਬਾਅਦ ਉਹੀ ਚੀਜ਼ਾਂ ਦਾਜ ਬਣ ਜਾਂਦੀਆਂ ਜਦੋਂ ਪਰਚਾ ਲਿਖਾਉਣ ਦੀ ਜਾਂ ਡਿਵੋਰਸ ਜਾਂ ਕੁਝ ਵੀ ਫ੍ਰਿਕਸ਼ਨ ਆਉਂਦਾ। ਸਾਨੂੰ ਕੁੜੀ 3 ਕੱਪੜਿਆਂ 'ਚ ਹੀ ਦੇ ਦਿਓ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ, ਬਟ ਬਾਅਦ ਵਿੱਚ ਉਹਨਾਂ ਤੇ ਡੋਰੀ ਦਾ ਕੇਸ, ਉਹਨਾਂ ਤੇ ਡੋਰੀ ਦਾ ਪੈਂਦਾ। ਇਹ ਇਹੋ ਜਿਹੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ, ਕਿਹੜੀਆਂ ਇਹੋ ਜਿਹੀਆਂ ਲੜਾਈਆਂ ਹੁੰਦੀਆਂ ਨੇ ਜਿਹੜੀ ਬੰਦੇ ਨੂੰ ਡਿਵੋਰਸ ਤੱਕ ਲੈ ਜਾਂਦੀਆਂ ਨੇ? ਕੁਝ ਵੀ ਹੋ ਸਕਦਾ। ਮਿਸਮੈਚ ਦੇਖੋ, ਇੱਕ ਮਿਸਮੈਚ ਹੋ ਗਈ, ਇੱਕ ਮੈਂ ਜਿੱਦਾਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਲੜਕਾ ਘੁੰਮਣਾ ਚਾਹੁੰਦਾ, ਲੜਕੀ ਘੁੰਮਣਾ ਚਾਹੁੰਦੀ ਹੈ, ਲੜਕਾ ਘੁੰਮਣਾ ਨਹੀਂ ਚਾਹੁੰਦਾ ਤਾਂ ਵੀ ਡੋਰੀ ਦਾ ਪਰਚਾ। ਲੜਕੀ ਕੰਮ ਕਰਨਾ ਚਾਹੁੰਦੀ ਹੈ, ਲੜਕਾ ਕਹਿੰਦਾ ਤੂੰ ਘਰ ਸਾਂਭ ਲੈ ਤੇ ਤਾਂ ਡੋਰੀ ਦਾ ਪਰਚਾ। ਗੱਲ ਕੋਈ ਲੜਕਾ ਪਰਚਾ ਡੋਰੀ ਦਾ ਹੀ ਹੈ ਸਰ। ਅਖੀਰ 'ਚ ਜੋ ਮਰਜ਼ੀ ਹੋ ਜਾਵੇ ਪਰਚਾ ਡੋਰੀ ਦਾ ਹੀ ਹੈ। ਜੇ ਸਾਡਾ ਕਾਨੂੰਨ ਇੰਨਾ ਮਜ਼ਬੂਤ ਹੈ, ਇੰਨਾ ਸਟਰੋਂਗ ਹੈ ਲੜਕੀਆਂ ਨੂੰ ਲੈ ਕੇ, ਤੇ ਤੁਸੀਂ ਕਿਸ ਤਰ੍ਹਾਂ ਹੈਲਪ ਕਰ ਦਿੰਦੇ ਹੋ ਉਹਨਾਂ ਮਰਦਾਂ ਦੀ? ਸਰ ਬੇਸਿਕਲੀ ਤਾਂ ਸਭ ਤੋਂ ਪਹਿਲਾ ਸਟੈਪ ਹੁੰਦਾ ਹੋਪ। ਜਦੋਂ ਵੀ ਕਿਸੇ ਇਨੋਸੈਂਟ ਬੰਦੇ ਤੇ ਪਰਚਾ ਪੈਂਦਾ ਉਹਨੂੰ ਸਾਰੀ ਉਮੀਦ ਖਤਮ ਹੋ ਜਾਂਦੀ ਹੈ। ਉਹਨੂੰ ਲੱਗਦਾ ਮੇਰਾ ਨਾਮ ਮਿੱਟੀ ਹੋ ਗਿਆ, ਮੇਰੇ ਮਾਂ-ਪਿਓ ਬਦਨਾਮ ਹੋ ਗਏ, ਮੈਂ ਬਦਨਾਮ ਹੋ ਗਿਆ, ਮੇਰਾ ਘਰ ਖਰਾਬ ਹੋ ਗਿਆ, ਸਭ ਕੁਝ ਦਿਸ ਇਜ਼ ਦ ਐਂਡ ਆਫ ਦ ਵਰਲਡ, ਮੇਰਾ ਸਭ ਖਤਮ ਹੋਣ ਤੇ ਆ ਗਿਆ। ਔਰ ਉਹ ਸਭ ਉਮੀਦ ਛੱਡ ਕੇ ਗਲਤ ਚੀਜ਼ਾਂ ਆਪਣੇ ਦਿਮਾਗ 'ਚ ਭਰ ਕੇ ਸੁਸਾਈਡ ਤੱਕ ਸੋਚ ਲੈਂਦਾ। ਉੱਥੇ ਸਭ ਤੋਂ ਪਹਿਲਾਂ ਹੁੰਦਾ ਸਾਡਾ ਕਿ ਉਹ ਜੀਏ। ਡਿਸਟ੍ਰੈਸਡ ਮੈਨ ਇਜ਼ ਬੈਟਰ ਦੈਨ ਡੈਡ ਮੈਨ। ਨਹੀਂ, ਜਿਸ ਤਰ੍ਹਾਂ ਮਤਲਬ ਇਹ ਜੇ ਪਰੇਸ਼ਾਨ ਹੈ ਪਰ ਠੀਕ ਹੈ, ਪਰ ਮਰਿਆ ਨਹੀਂ। ਦੁੱਖ ਲੱਗਦਾ ਹੈ ਕਿ ਉਹ ਬੰਦਾ ਸੁਸਾਈਡ ਨਾ ਕਰੇ। ਇੱਕ ਲੇਡੀ ਹੈ ਜਿਹਦੇ ਨਾਲ ਉਹ 2 ਸਾਲ 3 ਸਾਲ ਜਾਂ 4 ਸਾਲ ਜਾਂ 5 ਸਾਲ ਤੋਂ ਰਹਿ ਰਿਹਾ ਹੈਗਾ, ਕਿ ਇਹੋ ਜਿਹੀ ਕਿਹੜੀ ਗੱਲ ਹੈਗੀ ਹੈ ਕਿ ਜਿਹੜੀ
ਤੁਹਾਨੂੰ ਲੱਗ ਰਿਹਾ ਹੈਗਾ, ਪਰ ਉਸ ਔਰਤ ਨੂੰ ਨਹੀਂ ਲੱਗਦਾ ਕਿ ਯਾਰ ਇਹ ਮੇਰਾ ਬੰਦਾ ਜਿਹੜਾ ਹੈਗਾ ਇਹਨੂੰ ਸੁਸਾਈਡ ਤੱਕ ਨਹੀਂ ਜਾਣਾ ਚਾਹੀਦਾ, ਕੁਝ ਨਹੀਂ? ਸਰ ਐਕਸਟਰਾ ਮੈਰਿਟਲ ਅਫੇਅਰ ਸਮਟਾਈਮਸ, ਹੁਣ ਲੜਕੀ ਦਾ ਬਾਹਰ ਕਿਤੇ ਅਫੇਅਰ ਹੋ ਗਿਆ ਜੀ, 497 ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ। ਲੜਕੇ ਕੋਲ ਕੀ ਹੈ, ਲੜਕਾ ਕੁਝ ਨਹੀਂ ਕਰ ਸਕਦਾ। ਕਿਸੇ ਦੀ ਵਾਈਫ ਜੇ ਅੱਜ ਬਾਹਰ ਜਾ ਕੇ ਕਿਸੇ ਹੋਰ ਬੰਦੇ ਨਾਲ ਰਹਿਣਾ ਚਾਹਵੇ, ਲੜਕਾ ਉਹਨੂੰ ਕੁਝ ਵੀ ਨਹੀਂ ਕਰ ਸਕਦਾ, ਉਹਨੂੰ ਮੇਨਟੇਨੈਂਸ ਵੀ ਦੇਣੀ ਪਏਗੀ ਲੜਕੀ ਦੇ ਰੱਖ ਰਖਾਵ ਦੀ। ਜੇ ਲੜਕੀ ਕੇਸ ਕਰ ਦਿੰਦੀ ਹੈ ਡੋਮੈਸਟਿਕ ਵਾਇਲੈਂਸ ਦਾ 125 CRPC ਦਾ, ਘਰ ਵੀ ਰਹੇਗੀ, ਘਰ ਉਹਦੇ ਘਰ ਵੀ ਉਹਨੂੰ ਰਹੇਗੀ, ਕਬਜ਼ਾ ਕਰਕੇ ਰਹੇਗੀ, ਉਹਨੂੰ ਘਰੋਂ ਬਾਹਰ ਕੱਢ ਦੇਗੀ। ਇਹਨੂੰ ਬਾਹਰ ਕੱਢਤਾ ਜਾਂਦਾ, ਪ੍ਰੋਟੈਕਸ਼ਨ ਡੋਮੈਸਟਿਕ ਵਾਇਲੈਂਸ ਐਕਟ ਦੇ ਅੰਦਰ ਪ੍ਰੋਟੈਕਸ਼ਨ ਹੈ। ਤੇ ਉਸ ਤੋਂ ਬਾਅਦ ਉਹ ਆਪਣੇ ਬॉयਫ੍ਰੈਂਡ ਨਾਲ ਵੀ ਰਹਿ ਸਕਦੀ ਹੈ। ਉਹ ਤੇ ਬੰਦੇ ਕੋਲ ਕੋਈ ਉਹ ਨਹੀਂ ਹੈ ਕਿ ਉਹ ਪਰਚਾ ਕਰ ਸਕੇ ਜਾਂ ਕੁਝ ਕਰ ਸਕੇ ਜਾਂ ਕੋਈ ਸਟੈਪ ਲੈ ਸਕੇ। ਅਸੀਂ ਇੱਥੇ ਕਿੱਦਾਂ ਹੈਲਪ ਕਰਦੇ ਹਾਂ? ਮੈਂ ਜੋ ਸੋਚਦਾ, ਇੱਕ ਤੇ ਹੋਪ ਕੁਨਾਲ ਜੀ ਨੇ ਦੱਸਿਆ ਕਿ ਅਸੀਂ ਲੜਕਿਆਂ ਨੂੰ ਉਮੀਦ ਬੰਦੇ ਹਾਂ ਕਿ ਤੁਸੀਂ ਇਕੱਲੇ ਨਹੀਂ ਹੋ, ਦੇਰ ਆਰ ਮੈਨੀ ਪੀਪਲ ਅਰਾਊਂਡ। ਦੂਸਰੀ ਗੱਲ ਜਿਹੜੀ ਅਸੀਂ ਕਰਦੇ ਹਾਂ ਕਿ ਜਦੋਂ ਬੰਦਾ ਜਿਹੜਾ ਕਦੀ ਕਚਹਿਰੀ ਜਾਂ ਤਹਿਸੀਲੇ ਜਾਂ ਕੋਰਟ 'ਚ ਨਹੀਂ ਗਿਆ ਨਾ, ਉਹਨੂੰ ਪ੍ਰੋਸੈਸ ਹੀ ਨਹੀਂ ਪਤਾ ਹੁੰਦਾ ਔਰ ਉਹਨੂੰ ਕੋਈ ਦੱਸਦਾ ਵੀ ਨਹੀਂ ਕਿ ਅੱਗੇ ਕੀ ਸਟੇਜਸ ਆਉਣੀਆਂ, ਕਿੱਦਾਂ ਆਪਾਂ ਪ੍ਰੋਸੀਡ ਕਰਨਾ। ਉਸ ਕੇਸ ਦੇ ਵਿੱਚ ਅਸੀਂ ਲੜਕਿਆਂ ਨੂੰ ਗਾਈਡ ਕਰਦੇ ਹਾਂ ਕਿ ਅੱਗੇ ਆਹ ਲਾਅ ਦੇ ਪ੍ਰੋਸੈਸ ਹੈ। ਅਸੀਂ ਉਹਨਾਂ ਨੂੰ ਇਨਕਰੇਜ ਕਰਦੇ ਹਾਂ ਕਿ ਆਹ ਲਾਅ ਬੁੱਕਸ ਹੈ, ਬਹਿ ਕੇ ਪੜ੍ਹੋ, ਬਿਕੋਜ਼ ਦੇਰ ਇਜ਼ ਨੋ ਗੁੱਡ ਫਾਈਟਰ ਦੈਨ ਆਪਣੀ ਫਾਈਟ ਆਪ ਲੜੋਗੇ। ਤੁਹਾਡਾ ਰਿਪਰੈਜ਼ੈਂਟੇਟਿਵ ਜਾਏਗਾ, ਉਹਨੇ ਕੋਈ ਵਕੀਲ ਹੈ, ਉਹਨੇ ਤੁਹਾਡੇ ਕੋਲੋਂ ਫੀਸ ਲੈ ਲਈ, ਉਹ ਸ਼ਾਇਦ ਇੰਨਾ ਐਫਰਟ ਨਾ ਕਰ ਪਾਏ ਜਿੰਨਾ ਤੁਸੀਂ ਆਪਣੇ ਕੇਸ ਨੂੰ ਜਾਣਦੇ ਹੋ ਔਰ ਤੁਸੀਂ ਆਪਣੇ ਕੇਸ ਨੂੰ ਰੱਖ ਸਕਦੇ ਹੋ। ਅਸੀਂ ਉਹਨਾਂ ਨੂੰ ਪੜ੍ਹਨ 'ਚ ਇਨਕਰੇਜ ਕਰਦੇ ਹਾਂ, ਅਸੀਂ ਉਹਨਾਂ ਨੂੰ ਜਜਮੈਂਟਸ 'ਚ ਗਾਈਡ ਕਰਦੇ ਹਾਂ ਕਿ ਕਿਹੜੀਆਂ ਜਜਮੈਂਟਸ ਇਸ ਚੀਜ਼ 'ਤੇ ਆ ਚੁੱਕੀਆਂ, ਵਟ ਵਿਲ ਬੀ ਦ ਨੈਕਸਟ ਸਟੈਪ ਆਫ ਲਾਅ ਵੀ ਮੇਰੇ ਕੋਲ ਸਬੂਤ ਹੈ। ਮੇਰੇ ਸ਼ਾਇਦ ਕੇਸ 5 ਸਾਲ ਚੱਲੇ ਆ, ਮੈਂ 5 ਸਾਲਾਂ 'ਚ ਅੱਜ ਤੱਕ ਮੇਰੇ ਕੇਸ ਕਿਸੇ ਨੇ ਨਹੀਂ ਦੇਖੇ, ਬਾਅਦ 'ਚੋਂ ਆਊਟ ਆਫ ਕੋਰਟ ਸੈਟਲਮੈਂਟ ਹੋ ਜਾਂਦੀ ਹੈ। ਬਟ ਉਹ ਕਿਉਂਕਿ ਉਹ ਸਟੇਜਸ ਹੈ, ਕੋਰਟਸ ਇੱਦਾਂ ਕੰਮ ਨਹੀਂ ਕਰਦੀਆਂ ਕਿ ਮੇਰੇ ਕੋਲ ਅੱਜ ਸਬੂਤ ਹੈ ਮੈਂ ਕੱਲ੍ਹ ਹੀ ਜੱਜ ਸਾਹਿਬ ਦੇ ਸਾਹਮਣੇ ਰੱਖਾਂ ਜੀ ਆਹ ਦੇਖੋ ਆਹ ਮੇਰੇ ਸਬੂਤ ਹੈ। ਨਹੀਂ, ਦੇਰ ਆਰ ਸਟੇਜਸ, ਅਪੀਅਰੈਂਸ, ਰਿਪਲਾਈ, ਐਵੀਡੈਂਸ ਆਫ ਪਟੀਸ਼ਨਰ, ਐਵੀਡੈਂਸ ਆਫ ਦ ਅਦਰ ਪਾਰਟੀ। ਇਹ ਮੈਨੂੰ ਲੱਗਦਾ ਇਹ ਇਹਨਾਂ ਟਾਈਮ ਇਸ ਕਰਕੇ ਲਗਾਉਂਦੇ ਕਿ ਆਪਸ ਦੇ ਵਿੱਚ ਇੱਕ ਸੈਟਲਮੈਂਟ ਹੋ ਜਾਵੇ। ਨਹੀਂ ਸਰ, ਸਾਡਾ ਪ੍ਰੋਸੈਸ ਹੀ ਇੱਦਾਂ ਦਾ ਬਹੁਤ ਸਲੋ ਹੈ, ਇਮੀਡੀਏਟ ਜਸਟਿਸ ਨਹੀਂ ਹੈ। ਨਹੀਂ, ਸ਼ਾਇਦ ਮੈਨੂੰ ਇਦਾਂ ਲੱਗ ਰਿਹਾ ਕਿ ਇੰਨਾ ਸਮਾਂ ਤਾਂ ਦਿੱਤਾ ਜਾਂਦਾ ਜੇ ਆਪਸ ਦੇ ਵਿੱਚ ਕੋਈ ਸੈਟਲਮੈਂਟ ਹੋ ਸਕਦੀ ਹੈ ਤੇ ਜ਼ਰੂਰ ਕਰ ਲੈਣੀ ਚਾਹੀਦੀ ਹੈ। 90 ਡੇਜ਼ ਦਾ ਇੱਕ ਮੀਡੀਏਸ਼ਨ ਸੈਂਟਰ 'ਚ ਵੀ ਭੇਜਦੇ ਆ ਕਿ ਐਮੀਕੇਬਲੀ ਅਗਰ ਸੈਟਲਮੈਂਟ ਹੁੰਦੀ ਜਾਏ। ਬਟ ਆਈ ਵਿਲ ਟੈਲ ਯੂ, ਮੀਡੀਏਸ਼ਨ ਸੈਂਟਰਸ ਦੇ ਵਿੱਚ ਵੀ ਵਸਾਨ ਦੀ ਗੱਲ ਨਹੀਂ ਕਰਦੇ, ਉੱਥੇ ਵੀ ਜਾ ਕੇ ਇਹ ਗੱਲ ਹੁੰਦੀ ਹੈ ਹਾਂ ਵੀ ਤੂੰ ਲੜਕੀ ਨੂੰ ਕਿੰਨੇ ਪੈਸੇ ਦੇਵੇਂਗਾ, ਰਾਦਰ ਦੈਨ ਸਮਝਾ ਕੇ ਦੋਵਾਂ ਧਿਰਾਂ ਨੂੰ ਵਸਾਇਆ ਵੀ ਜਾ ਸਕਦਾ। ਬਟ ਸਮਹਾਓ ਮੀਡੀਏਸ਼ਨ ਦੇ ਵਿੱਚ ਇੱਦਾਂ ਵੀ ਹੁੰਦਾ ਕਿ ਤੂੰ ਦੇਖ ਲੈ ਲਾਅ 'ਚ ਤੇਰੇ ਖਿਲਾਫ ਇਹ ਹੋ ਜਾਏਗਾ ਜਾਂ ਉਹ ਹੋ ਜਾਏਗਾ, ਉਸ ਚੀਜ਼ ਦੇ ਵਿੱਚ ਫਿਰ ਉਹ ਮਨੀ ਦੀ ਸੈਟਲਮੈਂਟ 'ਤੇ ਆਉਂਦੇ। ਅਗਰ ਨਹੀਂ ਹੁੰਦੀ ਫਿਰ ਕੇਸ ਵਾਪਸ ਰੈਫਰ ਹੋ ਜਾਂਦਾ ਕੋਰਟ ਦੇ ਵਿੱਚ। ਕੋਰਟਸ ਕੋ ਇੰਨੇ ਨੰਬਰ ਆਫ ਕੇਸਿਸ ਹੈ, ਉਹ ਹਰ ਬੰਦੇ ਨੂੰ ਕਰਕੇ ਖੜਾ ਨਹੀਂ ਕਰਕੇ ਸਮਝਾ ਸਕਦੇ। ਔਰ ਜਦੋਂ ਇੱਕ ਟਾਈਮ ਲਿਮਿਟ ਹੋ ਜਾਂਦੀ ਨਾ, 1 ਸਾਲ ਹੋ ਗਿਆ, 1.5 ਸਾਲ ਹੋ ਗਿਆ, ਉਹ ਮਡ ਫਾਈਟ ਹੋ ਜਾਂਦੀ ਹੈ। ਚਿੱਕੜ ਇੱਕ ਦੂਜੇ ਦੇ ਉੱਤੇ ਇੰਨਾ ਕੁ ਗਿਰ ਚੁੱਕਾ ਹੁੰਦਾ ਕਿ ਉਹ ਸੈਟਲਮੈਂਟ ਦੁਬਾਰਾ ਹੋਣੀ ਨਾ ਔਖੀ ਹੋ ਜਾਂਦੀ ਹੈ। ਤੇ ਉਸ ਜਗ੍ਹਾ 'ਤੇ ਆ ਕੇ ਵੀ ਮੁੰਡਿਆਂ ਨੂੰ ਕਿਉਂਕਿ ਪ੍ਰੋਸੈਸ ਦਾ ਨਹੀਂ ਪਤਾ ਹੁੰਦਾ, ਅਸੀਂ ਉਸ ਚੀਜ਼ ਦੇ ਵਿੱਚ ਮੁੰਡਿਆਂ ਨੂੰ ਥੋੜ੍ਹੀ ਜਿਹੀ ਹੈਲਪ ਕਰਦੇ ਹਾਂ ਕਿ ਦਿਸ ਇਜ਼ ਦੀ ਪ੍ਰੋਸੈਸ, ਤੁਸੀਂ ਮੀਡੀਏਸ਼ਨ 'ਚ ਜਾਣਾ, ਘਬਰਾਉਣਾ ਨਹੀਂ, ਇਟਸ ਅ ਪਾਰਟ ਆਫ ਦ, ਤੁਸੀਂ ਆਪਣੀ ਗੱਲ ਰੱਖੋ। ਐਟਲੀਸਟ ਕਈ ਵਾਰੀ ਮੁੰਡਿਆਂ ਨੂੰ ਆਪਣੀ ਗੱਲ ਰੱਖਣੀ ਹੀ ਨਹੀਂ ਆਉਂਦੀ, ਵਕੀਲ ਕਹਿ ਦਿੰਦਾ ਤੂੰ ਨਹੀਂ ਬੋਲਣਾ, ਠੀਕ ਹੈ ਨਾ। ਔਰ ਉਹ ਜੋ ਤੁਸੀਂ ਆਪਣਾ ਕੇਸ ਪ੍ਰੈਜ਼ੈਂਟ ਕਰ ਲੈਣਾ ਜਾਂ ਰੱਖ ਲੈਣਾ, ਜਾਂ ਤੁਹਾਨੂੰ ਖੁਦ ਨੂੰ ਪਤਾ ਹੋਏਗਾ ਨਾ, ਫਿਰ ਤੁਹਾਨੂੰ ਚੀਟਿੰਗ ਦੇ ਚਾਂਸ ਘੱਟ ਹੋ ਜਾਂਦੇ ਆ। ਅਗਰ ਤੁਹਾਨੂੰ ਖੁਦ ਨੂੰ ਹੀ ਪ੍ਰੋਸੈਸ ਨਹੀਂ ਪਤਾ ਤੇ ਮੈਂ ਤੁਹਾਨੂੰ ਜਿੱਦਾਂ ਮਰਜ਼ੀ ਮੈਨੀਪੂਲੇਟ ਕਰ ਲੂੰਗਾ। ਅਗਰ ਤੁਹਾਨੂੰ ਥੋੜ੍ਹੀ ਜਿਹੀ ਅਵੇਅਰਨੈਸ ਹੋਏਗੀ, ਦੈਟਸ ਵਾਈ ਵੀ ਕਾਲਡ ਇਟ ਇਨਸਾਫ ਅਵੇਅਰਨੈਸ ਮੂਵਮੈਂਟ। ਅਸੀਂ ਸੁਸਾਇਟੀ ਨੂੰ ਤੇ ਅਵੇਅਰ ਕਰਦੇ ਹਾਂ ਵਿਦ ਦਾ ਹੈਲਪ ਆਫ ਡਿਫਰੈਂਟ, ਆਪਾਂ ਧਰਨੇ ਲਗਾ ਕੇ, ਜਲਸੇ ਕੱਢ ਕੇ, ਮੰਗ ਪੱਤਰ ਦੇ ਕੇ, ਕਿ ਸੁਸਾਇਟੀ ਨੂੰ ਪਤਾ ਲੱਗੇ ਕਿ ਮੁੰਡਿਆਂ ਨਾਲ ਕੀ ਧੱਕਾ ਹੋ ਰਿਹਾ। ਮੁੰਡਿਆਂ ਨੂੰ ਜਿਹੜੇ ਪੀੜਿਤ ਨਹੀਂ ਮੈਂ ਕਹਾਂਗਾ, ਫਾਈਟਰ ਹੈ ਜਿਹੜੇ ਸਾਡੇ, ਉਹਨਾਂ ਨੂੰ ਅਸੀਂ ਸਮਝਾਉਂਦੇ ਹਾਂ ਕਿ ਕਿੱਦਾਂ ਅਸੀਂ ਫਾਈਟ ਕਰਨਾ, ਹਾਊ ਟੂ ਫਾਈਟ। ਐਂਡ ਤੀਜੀ ਗੱਲ ਜਿਹੜੀ ਅਸੀਂ ਦਿੰਦੇ ਹਾਂ, ਅਸੀਂ ਹੋਪ ਦਿੰਦੇ ਹਾਂ ਕਿ ਕੋਈ ਪਹਾੜ ਨਹੀਂ ਟੁੱਟ ਗਿਆ, ਦੇਰ ਆਰ ਪੀਪਲ ਅਰਾਊਂਡ। ਤੁਹਾਡੇ ਕੋਲ ਸ਼ਾਇਦ 1% ਦਾ ਡਾਟਾ ਮੈਨੂੰ ਨਹੀਂ ਪਤਾ ਕਿੱਥੋਂ ਆਇਆ, ਬਟ ਮੈਂ ਬਹੁਤ ਸਾਰੇ ਕੇਸਿਸ ਦੇਖਦਾ, ਕਿਉਂਕਿ ਮੈਂ ਜਿਹੜੀ ਚੀਜ਼ ਤੋਂ ਤੁਸੀਂ ਜ਼ਿਆਦਾ ਦੇਖਦੇ ਹੋ ਤੁਹਾਨੂੰ ਜ਼ਿਆਦਾ ਦਿਖਦੀ ਹੈ। ਬਿਲਕੁਲ ਠੀਕ ਹੈ ਜੀ। ਮੈਨੂੰ ਉਹ ਬੰਦੇ ਦਿਖਦੇ ਆ, ਮੈਂ ਉਹਨਾਂ ਨੂੰ ਦੱਸਦਾ ਕਿ ਆਪਾਂ ਜਦੋਂ ਖੜੇ ਹੁੰਦੇ ਹਾਂ, ਇੱਕ ਬੰਦਾ ਉਹ ਪੁਲਿਸ ਤੋਂ ਬਹੁਤ ਡਰ ਰਿਹਾ ਸੀ ਤੇ ਅਸੀਂ ਉਹਦੇ ਅੱਗੇ ਇੱਕ ਬੰਦਾ ਖੜਾ ਕੀਤਾ, ਹਾਂ ਵੀ ਦੱਸ ਕਿੰਨੇ ਦਿਨ, ਕਹਿੰਦਾ ਭਾਜੀ 3 ਦਿਨ ਮੈਂ ਜੇਲ੍ਹ 'ਚ ਗਿਆ ਸੀ। ਉਸ ਤੋਂ ਬਾਅਦ ਹੁਣ 3 ਸਾਲ ਹੋ ਗਿਆ, ਮੇਰੇ ਗੋਡੇ ਰਗੜਦੇ ਆ ਕਿ ਮੇਰੀ ਕੁੜੀ ਛੱਡ ਦੇ, ਠੀਕ ਹੈ। ਹੁਣ ਮੈਂ ਨਹੀਂ ਕਰਦਾ, ਹੁਣ ਮੈਂ ਕਹਿੰਦਾ ਕੋਰਟ 'ਚ ਫੈਸਲਾ ਕਰੂੰਗਾ ਜੋ ਕਰੂੰਗਾ, ਠੀਕ ਹੈ ਨਾ ਜੀ। ਇਨੀਸ਼ੀਅਲ ਥਰਸਟ ਮਿਲਦੀ ਹੈ ਲੜਕੀ ਵਾਲਿਆਂ ਨੂੰ ਲਾਅ 'ਚ, ਬਟ ਜਦੋਂ ਲੜਾਈ ਸ਼ੁਰੂ ਹੋ ਜਾਂਦੀ ਹੈ ਔਰ ਠੀਕ ਢੰਗ ਨਾਲ ਲੜੀ ਜਾਏ ਤੇ ਲਾਅ 'ਚ ਐਂਡ 'ਚ ਐਵੀਡੈਂਸ ਵੀ ਆਉਣਗੇ। ਪਰ ਹਾਂ, ਉਹ ਸਟੇਜਸ ਬਹੁਤ ਲੰਬੀਆਂ ਹੈ, 5-5 ਸਾਲ
वारी नहीं आती है। मैट्रिमोनियल डिस्प्यूट इज मोर ऑफ मतलब मोर देन आपकी जो है ना मेंटल फाइट है, रादर देन ये इसमें लॉज का मतलब इतना ज़्यादा घर ਦੇ ਵਿੱਚ ਗੱਲਾਂ ਹੋਈਆਂ, ਚਾਰ ਦੀਵਾਰੀ ਅੱਗੇ ਗਵਾਹੀ ਦੇ ਦੇਗਾ, ਇੱਕ ਬੰਦਾ ਇੱਕ ਕਹਿ ਰਿਹਾ, ਇੱਕ ਬੰਦਾ ਇੱਕ ਕਹਿ ਰਿਹਾ, ਤੁਸੀਂ ਬੀਇੰਗ ਅ ਜੱਜ ਸੋਚ ਦੇ ਹਿਸਾਬ ਨਾਲ ਸਭ ਨੇ ਆਪਣੇ ਆਪ ਨੂੰ ਸਹੀ ਕਹਿਣਾ ਹੈ, ਸੈਕਿੰਡ ਪਰਸਨ। और सर इसमें पुलिस मशीनरी का ਕੀ ਦੇਖੋਗੇ? ਸਰ ਪੁਲਿਸ ਮਸ਼ੀਨਰੀ ਦਾ ਵੀ ਬਹੁਤ ਵੱਡਾ ਫੇਲਿਅਰ ਹੈ। ਕੋਈ ਕੁੜੀ ਜਾਂਦੀ ਹੈ ਜਾ ਕੇ ਉੱਥੇ ਰਿਪੋਰਟ ਦਰਜ ਕਰਾਉਂਦੀ ਹੈ ਕਿ ਮੇਰੇ ਨਾਲ ਆਇਆ ਹੋਇਆ, ਪੁਲਿਸ ਦਰਜ ਕਰਦੀ ਹੈ, ਇਨਵੈਸਟੀਗੇਸ਼ਨ ਆਲਮੋਸਟ ਨਿਲ ਹੁੰਦੀ ਹੈ। ਉਹ ਕੀ ਹੈ ਕਿ ਉਹ ਉੱਦਾਂ ਹੀ ਕੋਰਟ ਜੱਜ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਤੇ ਉੱਦਾਂ ਹੀ ਮਤਲਬ ਅੱਗੇ ਚੱਲਦਾ ਜਾਂਦਾ। ਉਹ ਬਹੁਤਾ ਜ਼ਿਆਦਾ ਰੋਲ ਸਰ ਨਹੀਂ ਜੋ ਹੁੰਦਾ। ਪੁਲਿਸ ਦੀ ਕੰਪਲੇਂਟ, ਪੁਲਿਸ ਦਾ ਡਰ ਹੁੰਦਾ ਟਿਲ ਬੇਲ ਪੁਲਿਸ ਦਾ ਬਹੁਤ ਡਰ ਹੁੰਦਾ, ਪੁਲਿਸ ਦਾ ਬਹੁਤ ਜ਼ਿਆਦਾ ਡਰ ਪਾਇਆ ਵੀ ਜਾਂਦਾ, ਦਿਖਾਇਆ ਜਾਂਦਾ। ਵਸਾਉਣ ਦਾ ਬਹੁਤ ਜ਼ਿਆਦਾ ਨਹੀਂ ਹੁੰਦਾ। ਐਚ ਕੀ ਹੈ ਕਿ ਬੇਲ ਨਹੀਂ ਹੈ। ਇੱਕ ਵਾਰੀ ਹਸਬੈਂਡ ਨੂੰ ਜਦੋਂ ਜੇਲ੍ਹ ਹੋ ਜਾਂਦੀ ਹੈ ਨਾ ਤੇ ਉਹ ਘਰ ਵਸਣ ਦੇ ਚਾਂਸ, ਕਿਉਂਕਿ ਜਦੋਂ ਇੱਕ ਬੇਇੱਜ਼ਤੀ ਬਰਦਾਸ਼ਤ ਕਰ ਲੈਂਦਾ ਇੱਕ ਝੂਠੇ ਕੇਸ 'ਚ, ਤੇ ਉਹ ਦੁਬਾਰਾ ਘਰ ਵਸਣਾ ਬਹੁਤ ਮੁਸ਼ਕਿਲ ਹੋ ਜਾਂਦਾ। ਜਸਟਿਸ ਮਾਲੀਮਾਤ ਕਮੇਟੀ ਸੀਗੀ ਇੱਕ, ਉਹਨੇ ਪਾਰਲੀਮੈਂਟ 'ਚ ਰਿਪੋਰਟ ਟੇਬਲ ਕੀਤੀ ਸੀਗੀ ਕਿ ਇਹਨੂੰ ਅਫੈਂਸ ਨੂੰ ਬੇਲੇਬਲ ਬਣਾ ਦੇਣਾ ਚਾਹੀਦਾ ਜੀ, ਬਟ ਉਹ ਕੀ ਹੋਇਆ ਕਿ ਉਹਨੂੰ ਉੱਤੇ ਅੱਜ ਤੱਕ ਸੁਣਵਾਈ ਨਹੀਂ ਹੋਈ। ਅਗਰ ਇਹਨੂੰ ਬੇਲੇਬਲ ਬਣਾ ਦਿੱਤਾ ਹੈ, ਘਰ ਵਸਾਉਣ ਦੇ ਜਾਂ ਆਪਾਂ ਮੀਡੀਏਸ਼ਨ ਹੋਰ ਸਕਸੈਸਫੁਲ ਹੋ ਸਕਦੀਆਂ, ਬਟ ਇਹਨੂੰ ਬੇਲੇਬਲ ਬਣਾਇਆ ਹੀ ਨਹੀਂ ਜਾਂਦਾ ਔਰ ਐਸੇ ਤਰੀਕੇ ਇਹਨੂੰ ਚਲਾਇਆ ਜਾ ਰਿਹਾ ਜਿਹਦੇ ਕਰਕੇ ਘਰ ਜ਼ਿਆਦਾ ਟੁੱਟ ਰਹੇ। ਕਦੇ ਇਸ ਤਰ੍ਹਾਂ ਹੋਇਆ ਕਿ ਇੱਕ ਬੰਦਾ ਹੀ ਗਲਤ ਹੋਵੇ ਤੇ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਹੋਵੇ ਕਿ ਨਹੀਂ ਯਾਰ ਇਹ ਤਾਂ ਗਲਤੀ ਤਾਂ ਬੰਦੇ ਦੀ ਸੀ, ਪਰ ਤੁਸੀਂ ਹੈਲਪ ਕਰਕੇ ਉਹ ਗਲਤ ਕੰਮ ਹੋ ਗਿਆ? ਨਹੀਂ ਸਰ, ਗੋਡ ਨਹੀਂ ਹੈ ਜੀ, ਠੀਕ ਹੈ। ਸਾਡੇ ਕੋਲ ਜਦੋਂ ਕੋਈ ਬੰਦਾ ਆਉਂਦਾ, ਹਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਸਟੇਜਸ ਆਫ ਐਵੀਡੈਂਸ ਕੋਰਟ 'ਚ ਬੜੀਆਂ ਬਾਅਦ 'ਚ ਆਉਂਦੀਆਂ। ਅਸੀਂ ਪਹਿਲੇ ਦਿਨ ਨਹੀਂ ਮੁੰਡਿਆਂ ਨੂੰ ਕਹਿੰਦੇ ਹਾਂ ਵੀ ਦੱਸ ਤੂੰ ਇਹ ਜੋ ਕਹਿ ਰਹੇ ਆ ਤੇਰੀ, ਉਹਦੇ ਕਾਗਜ਼ ਬੋਲਦੇ ਆ ਸਰ, ਉਹਦੇ ਕੋਲ ਇੱਕ ਕ੍ਰਾਸ ਐਗਜ਼ਾਮੀਨੇਸ਼ਨ ਜੋ ਬਹੁਤ ਅੱਗੇ ਹੋਣੀ ਆ ਉਹ ਅਸੀਂ ਕੋਸ਼ਿਸ਼ ਕਰਦੇ ਆ। ਅਸੀਂ ਉਹਦੇ ਕੋਲ ਪਤਾ ਲੱਗ ਜਾਂਦਾ ਕਿ ਬੰਦਾ ਕਿੰਨਾ ਸੱਚ ਬੋਲ ਰਿਹਾ, ਕਿੰਨਾ ਝੂਠ ਬੋਲ ਰਿਹਾ। ਕੋਈ ਇੱਕ ਖਾਸ ਕੇਸ ਬਾਰੇ ਕੁਝ ਦੱਸਣਾ ਚਾਹੋਗੇ? ਕੁਝ ਸਾਰੇ ਕੇਸ ਖਾਸ ਹੈ ਜੀ, ਜਿੰਨੇ ਕੋ ਜਿਸ ਤਰ੍ਹਾਂ ਦੇ ਕੇਸ ਹੁਣ ਅਸੀਂ ਇਹਦੇ 'ਚ ਦੇਖ ਲਏ ਆ। ਅਸੀਂ ਦੇਖਦੇ ਹਾਂ ਕਿ ਸਮਾਜ ਕਿੱਧਰ ਨੂੰ ਜਾ ਰਿਹਾ, ਕਿ ਛੋਟੀ ਗੱਲ 'ਚ ਜਿੱਦਾਂ ਇਸ਼ੂਜ਼ ਹੋ ਰਹੇ ਆ ਵੀ ਨਿੱਕੀ ਮੋਟੀ ਗੱਲ ਤੇ ਵੀ, ਔਰ 15 16 ਸਾਲਾਂ ਬਾਅਦ ਵੀ ਡਿਵੋਰਸ। ਮੈਂ ਇੱਕ ਤੁਹਾਨੂੰ ਇੱਦਾਂ ਦਾ ਖਾਸ ਕੇਸ ਦੱਸਣਾ ਚਾਹੂੰਗਾ ਕਿ ਮੇਰਾ ਇੱਕ ਸਾਡੇ ਕੋਲ ਇੱਕ ਕੇਸ ਆਇਆ ਸੀਗਾ। ਉਹ 'ਚ ਕੀ ਹੁੰਦਾ ਸੀਗਾ, ਉਹ 'ਚ ਕੀ ਸੀਗਾ ਕਿ ਦੋਨੋਂ ਹਸਬੈਂਡ ਵਾਈਫ ਨਾਲ ਰਹਿ ਰਹੇ ਸੀਗੇ। ਵਾਈਫ ਪ੍ਰੈਗਨੈਂਟ ਹੁੰਦੀ ਹੈ ਤੇ ਆਪਣੇ ਡਿਲੀਵਰੀ ਕਰਾਉਣ ਆਪਣੇ ਪੇਕੇ ਚਲੇ ਜਾਂਦੀ ਹੈ, ਮਾਇਕੇ ਚਲੇ ਜਾਂਦੀ ਹੈ। ਬੱਚਾ ਹੁੰਦਾ, ਬੱਚਾ ਐਵਰੀਬਡੀ ਇਜ਼ ਬਹੁਤ ਸਾਰੇ ਬਹੁਤ ਖੁਸ਼ ਨੇ, ਐਵਰੀਬਡੀ ਇਜ਼ ਵੈਰੀ ਹੈਪੀ। ਉਹ 'ਚ ਕੀ ਹੁੰਦਾ ਕਿ ਕੁਝ ਦੇਰ ਬਾਅਦ ਜਦੋਂ ਉਹਨੇ ਛਿਲਾ ਕੱਟਣਾ ਹੁੰਦਾ, ਛਿਲੇ ਦੇ ਦੌਰਾਨ ਉਹ ਵੀਡੀਓਜ਼ ਭੇਜਦੀ ਹੈ ਬੱਚੇ ਦੇ ਪ੍ਰਾਈਵੇਟ ਪਾਰਟਸ ਨਾਲ ਖੇਡਦੇ ਹੋਏ, ਵਾਈਫ ਉਹਦੀ। ਹਸਬੈਂਡ ਆਬਜੈਕਟ ਕਰਦਾ, ਹਸਬੈਂਡ ਕਹਿੰਦਾ ਹੈ ਕੀ ਬੇਵਕੂਫੀ ਹੈ, ਬੱਚਾ ਹੈ, ਤੂੰ ਇਹ ਕੰਮ ਨਾ ਕਰ, ਚੰਗਾ ਨਹੀਂ ਹੈ। ਇਸ ਗੱਲ 'ਤੇ ਦੋਨਾਂ ਦੀ ਲੜਾਈ ਹੋ ਜਾਂਦੀ ਹੈ। ਹਸਬੈਂਡ ਤੇ ਫਿਰ ਘੱਟ ਤੋਂ ਘੱਟ ਉਹਨੂੰ ਬੈਂਗਲੌਰ ਤੋਂ ਚੰਡੀਗੜ੍ਹ ਆ ਕੇ ਕੇਸ ਲੜਨੇ ਪੈਂਦੇ ਆ, ਕਈ ਸਾਰੇ ਦਹੇਜ ਦਾ ਅਲੱਗ-ਅਲੱਗ ਤਰ੍ਹਾਂ ਦੇ ਕੇਸ ਉਹਨੂੰ ਉੱਤੇ ਪਾਏ ਜਾਂਦੇ ਆ। ਔਰ ਬਾਅਦ 'ਚ ਔਰ ਉਹਨੂੰ ਜਦੋਂ ਇਹ ਦਿਖਾਉਂਦਾ ਹੈ ਕਿ ਇਹ ਦੇਖੋ ਇਹ ਬੱਚੇ ਨਾਲ ਇਹ ਕਰਦੀ ਸੀ ਜਿਸ ਵਜ੍ਹਾ ਨਾਲ ਲੜਾਈ ਹੋਈ ਹੈ, ਉੱਤੇ ਪੁਲਿਸ ਵਾਲੇ ਉਹਦਾ ਕੇਸ ਪੋਕਸੋ ਦੇ ਤਹਿਤ, ਵੈਸੇ ਤਾਂ ਕੇਸ ਰਜਿਸਟਰ ਹੋਣਾ ਚਾਹੀਦਾ ਸੀ ਉਸ ਵੂਮਨ 'ਤੇ, ਉਹ ਰਿਫਿਊਜ਼ ਕਰ ਦਿੰਦੇ ਕਿ ਇੱਥੇ ਕੇਸ ਨਹੀਂ ਰਜਿਸਟਰ ਹੋਏਗਾ। ਉਹਨੂੰ ਇਹਦੇ ਵਾਸਤੇ ਕੋਰਟ ਜਾਣਾ ਪੈਂਦਾ, ਕੋਰਟ 'ਚ ਅਰਜ਼ੀ ਦੇਣੀ ਪੈਂਦੀ ਹੈ, ਉੱਥੇ ਸਾਰੇ ਸਬੂਤ ਰੱਖਣੇ ਪੈਂਦੇ ਆ, ਉਹ ਤੋਂ ਬਾਅਦ ਜਾ ਕੇ ਉੱਤੇ ਕੁਝ ਕਰਾ ਪਾਉਂਦਾ। ਕਿੰਨੇ ਪਰਸੈਂਟ ਕੇਸ ਲੱਗਦਾ ਤੁਹਾਨੂੰ ਕਿ ਡੌਰੀ ਦੇ ਲੱਗੇ, ਤੇ ਕਿੰਨੇ ਸੱਚੇ ਹੁੰਦੇ ਨੇ ਤੇ ਕਿੰਨੇ ਝੂਠੇ ਹੁੰਦੇ ਨੇ ਤੁਹਾਡੀ ਆਬਜ਼ਰਵੇਸ਼ਨ ਦੇ ਵਿੱਚ? ਮੇਰੇ ਸਾਹਮਣੇ ਤਾਂ 99% ਝੂਠੇ ਹੈ। 1% ਕੇਸ ਸਿਰਫ ਸੱਚੇ ਹੁੰਦੇ। 1% ਉਹ ਮੈਂ ਤੁਹਾਨੂੰ ਸਹੀ ਇੱਕ ਮੈਂ ਅਸੀਂ ਰੋਜ਼ ਅਖਬਾਰਾਂ ਪੜ੍ਹਦੇ ਆ, ਸੁਣਦੇ ਆ, ਦਾਜ ਦੀ ਬਲੀ ਚੜ ਗਈ, ਉਹਨੂੰ ਸਾੜਤਾ, ਕੁਛ ਹੋਗਾ, ਕਿਸ ਤਰ੍ਹਾਂ ਝੂਠੇ ਹੋ ਸਕਦੇ? ਮੈਂ ਇੱਕ ਛੋਟੀ ਜਿਹੀ ਗੱਲ ਸਰ, ਹੁਣ ਕੋਈ ਕੁੜੀ, ਅਸੀਂ ਕਈ ਇੱਦਾਂ ਦੀਆਂ ਵੀ ਖਬਰਾਂ ਸੁਣਦੇ ਆ ਕਿ ਲੜਕੀ ਨੇ ਆਪਣੇ ਕੱਪੜੇ ਆਪ ਪਾੜ ਕੇ ਮੁੰਡੇ 'ਤੇ ਇਲਜ਼ਾਮ ਲਾ ਦਿੱਤਾ। ਬਿਲਕੁਲ ਹੁੰਦੇ ਨੇ ਜੀ। ਅਸੀਂ ਪਿੱਛੇ ਇੱਕ ਕੇਸ ਹੋਇਆ ਸੀਗਾ ਕਿ ਦਾਦੇ ਨੇ ਆਪਣੀ ਪੋਤੀ ਨੂੰ ਰੋਕਿਆ, ਕੁਝ ਬॉयਫ੍ਰੈਂਡ ਨਹੀਂ ਆ ਉਹਨੂੰ ਮਿਲਣ ਤੋਂ, ਉਹਨੇ ਦਾਦੇ 'ਤੇ ਮੋਲੈਸਟੇਸ਼ਨ ਦਾ ਇਲਜ਼ਾਮ ਲਗਾ ਦਿੱਤਾ। ਇੱਦਾਂ ਦੇ ਬਹੁਤ ਸਾਰੇ ਕੇਸਿਸ ਹੁੰਦੇ ਆ ਕਿ ਕੁੜੀ ਨੇ ਆਪਣੀ ਗਲੇ 'ਚ ਚੁੰਨੀ ਪਾ ਕੇ ਰਗੜ ਲਿਆ ਤੇ ਉਹਦੇ ਪਰਚਾ ਹੋ ਗਿਆ, ਆਪਣੇ ਹਸਬੈਂਡ 'ਤੇ ਪਰਚਾ ਕਰਾ ਲਿਆ, ਆਪਣੇ ਪੂਰੇ ਸਸੁਰਾਲ 'ਤੇ ਪਰਚਾ ਕਰਾ ਲਿਆ। ਪਿੱਛੇ ਹੁਣ ਥੋੜ੍ਹੇ ਦਿਨ ਪਹਿਲੇ ਦੀ ਖਬਰ ਹੈ ਕਿ ਇੱਕ ਲੜਕੀ ਜਿਹਨੂੰ ਸਮਝ ਰਿਹਾ ਸੀ ਮਰ ਗਈ ਹੈ, ਉਹ ਜ਼ਿੰਦਾ ਨਿਕਲ ਆਈ। ਹਸਬੈਂਡ ਫੈਮਿਲੀ ਸਾਰੇ ਜੇਲ੍ਹ 'ਚ 304B ਦਾ ਮੁਕੱਦਮਾ, ਡੌਰੀ ਡੈਥ ਦਾ ਮੁਕੱਦਮਾ ਚੱਲ ਰਿਹਾ, ਸਾਰੇ ਜੇਲ੍ਹ 'ਚ ਹੈ, ਸਾਰੇ ਭੁਗਤ ਰਹੇ ਆ, ਕੇਸ ਚੱਲ ਰਿਹਾ, ਸਬੂਤ ਉਹਨਾਂ ਦੇ ਖਿਲਾਫ ਜਾ ਰਿਹਾ, ਲੜਕੀ ਜ਼ਿੰਦਾ ਨਿਕਲ ਆਉਂਦੀ ਹੈ। ਇੱਥੇ ਮੈਂ ਇੱਕ ਚੀਜ਼ ਐਡ ਹੋਰ ਕਰਨਾ ਚਾਹੁੰਦਾ ਸਰ,
ਮੈਂ ਇੱਕ ਗੱਲ ਹਮੇਸ਼ਾ ਅਕਸਰ ਕਹਿੰਦਾ ਹੁੰਦਾ, ਜਦੋਂ ਇੱਕ ਬੰਦਾ ਵਾਕਈ ਗੰਦਾ ਹੁੰਦਾ ਨਾ, ਦੁਨੀਆ ਕਹਿੰਦੀ ਉਹਦੇ ਤੋਂ ਪਿੱਛਾ ਛੁਡਾਓ। ਮੈਂ ਮੋਸਟ ਆਫ ਦਾ ਮੇਰੀ ਆਬਜ਼ਰਵੇਸ਼ਨ, ਮੈਂ NGO 'ਚ ਕੰਮ ਕਰਦੇ ਨੂੰ ਆਪਾਂ ਨੂੰ 4-5 ਸਾਲ ਹੋ ਗਏ ਹੈ, ਮੈਂ ਜੋ ਅਬਜ਼ਰਵ ਕੀਤਾ, ਜਿਹੜਾ ਬੰਦਾ ਜ਼ਿਆਦਾ ਸ਼ਰੀਫ ਹੁੰਦਾ ਨਾ ਉਹਦੇ ਤੇ ਪਰਚਾ ਪੈਂਦਾ, ਕਿਉਂਕਿ ਉਹਨਾਂ ਨੂੰ ਪਤਾ ਬੰਦਾ ਸ਼ਰੀਫ ਹੈ, ਇਹ ਡਰੇਗਾ ਤੇ ਪੈਸੇ ਦੇਗਾ ਜਾਂ ਇਹਦੇ ਕੋਲ ਜੋ ਵੀ ਕਢਾਉਣਾ। ਜਿਹੜਾ ਬੰਦਾ ਗੰਦਾ ਹੁੰਦਾ ਨਾ, ਉਹ ਤੋਂ ਪਤਾ ਕੀ ਦੁਨੀਆ ਕਹਿੰਦੀ, ਯਾਰ ਇਹਦੇ ਤੋਂ ਪਿੱਛਾ ਛੁਡਾ, ਇਸ ਬੰਦੇ ਨਾਲ ਨਹੀਂ ਲੜਨਾ, ਬੰਦਾ ਬੜਾ ਗੰਦਾ ਹੈ, ਠੀਕ ਹੈ। ਇਸ ਕਰਕੇ ਐਕਚੁਅਲ ਡੌਰੀ ਦੇ ਜਿਹੜੇ ਕੇਸਿਸ ਆ ਨਾ, ਉਹ ਲੋਕੀ ਕਹਿੰਦੇ ਯਾਰ ਇਹਨਾਂ ਤੋਂ ਪਿੱਛਾ ਛੁਡਾਓ, ਬੰਦੇ ਹੀ ਗੰਦੇ ਆ। ਜਿਹੜਾ ਬੰਦਾ ਇੱਜ਼ਤਦਾਰ ਹੋਏਗਾ, ਜਿੰਦੀ ਇੱਜ਼ਤ ਹੋਏਗੀ, ਉਹਨੂੰ ਡਰਾ ਕੇ ਪੈਸੇ ਕਢਾਉਣ ਲਈ ਮੈਂ ਉਹੀ ਗੱਲ ਸਮਝਣਾ ਚਾਹਣਾ, ਜਿਹੜਾ ਬੰਦਾ ਇੱਜ਼ਤਦਾਰ ਹੈ, ਸ਼ਰੀਫ ਹੈ, ਉਹਦੇ ਤੋਂ ਉਹਦੀ ਵਾਈਫ ਪਿੱਛਾ ਹੀ ਕੁਝ ਛੁਡਾਉਣਾ ਚਾਹੁੰਦੀ ਹੋਏਗੀ। ਉਹਦੇ ਤੇ ਮੈਂ ਤੁਹਾਨੂੰ ਦੱਸਦਾ ਸਰ ਉਹੀ ਗੱਲ ਆ ਜਾਂਦੀ ਨਾ, ਚਾਹ ਚੰਗੀ ਨਹੀਂ ਬਣੀ, ਹਾਂ ਮੈਂ ਤੇ ਵਧੀਆ ਬਣਾਈ ਹੈ, ਚਾਹ ਚੰਗੀ ਮੈਨੂੰ ਨਹੀਂ ਪਸੰਦ ਆਈ, ਫਿਰ ਦਫਾ ਜਾ। ਐਗਜ਼ਾਮਪਲ ਦੇ ਦਿੰਦਾ ਸਰ, ਕੋਈ ਉਹ ਨਹੀਂ, ਕਈ ਵਾਰੀ ਤੁਸੀਂ ਕਿਸੇ ਬੰਦੇ ਨੂੰ ਮਿਲ ਕੇ ਵਾਈਬਸ ਆਉਂਦੀਆਂ, ਤੁਹਾਨੂੰ ਮਿਲਿਆ ਨਹੀਂ ਹੈ, ਤੁਸੀਂ ਦੇਖ ਕੇ ਕਹਿੰਦੇ ਯਾਰ ਬੰਦਾ ਨਹੀਂ ਵਧੀਆ। ਸਮ ਟਾਈਮ ਯੂ ਗੈਟ ਵਾਈਬ ਕਿ ਨਹੀਂ ਯਾਰ ਬੰਦਾ, ਮੋਦੀ ਸਾਹਿਬ ਹੀ ਲੈ ਲਓ, ਬਹੁਤ ਸਾਰੇ ਫੇਵਰ 'ਚ ਨੇ, ਬਹੁਤ ਸਾਰੇ ਅਗੇਂਸਟ ਨੇ। ਉਹਨਾਂ ਨੇ ਅਗੇਂਸਟ ਵਾਲੇ ਦਾ ਸ਼ਾਇਦ ਮਾੜਾ ਨਹੀਂ ਵੀ ਕੀਤਾ ਹੋਏਗਾ, ਤਾਂ ਵੀ ਅਗੇਂਸਟ ਹੈ, ਕਿਉਂਕਿ ਦੇ ਡੋਂਟ ਲਾਈਕ। ਕਈਆਂ ਨੂੰ ਉਹ ਜੱਚਦੇ ਆ, ਉਹਨਾਂ ਨੂੰ ਉਹ ਲਾਈਕ ਨੇ। ਹਸਬੈਂਡ ਵਾਈਫ ਦੇ ਕੇਸ ਵਿੱਚ ਬਹੁਤ ਸਾਰੇ, ਮੈਂ ਇੱਥੋਂ ਦਾ ਕੇਸ ਦੇਖਿਆ, ਵਾਈਫ ਦਾ ਵਿਆਹ ਕਰਤਾ ਗਿਆ ਹੈ ਦਿਖਾ ਕੇ ਕਿ ਮੁੰਡੇ ਦਾ ਕੰਮ ਬਹੁਤ ਅੱਛਾ ਹੈ, ਮੁੰਡਾ ਬਹੁਤ ਵਧੀਆ ਘਰ ਦੀ ਫੈਮਿਲੀ ਹੈ, ਅੱਛਾ ਕਮਾਉਂਦਾ ਹੈ। ਕੁੜੀ ਨੂੰ ਮੁੰਡਾ ਪਸੰਦ ਨਹੀਂ ਸੀ, ਠੀਕ ਹੈ। ਸਮ ਸਰਕਮਸਟੈਂਸਸ ਮੁੰਡੇ ਦਾ ਕੰਮ ਡਾਊਨ ਹੋ ਜਾਂਦਾ ਜਾਂ ਮੁੰਡੇ ਦਾ ਕੰਮ ਨਹੀਂ ਰਹਿੰਦਾ, ਹੁਣ ਉਹ ਕੁੜੀ ਨੂੰ ਨੈਗੇਟਿਵ ਨਜ਼ਰ ਆਉਣ ਲੱਗ ਪੈਂਦੇ ਮੁੰਡੇ ਦੇ, ਠੀਕ ਹੈ। ਕੁੜੀ ਕਹਿੰਦੀ ਜੀ ਮੁੰਡੇ ਦੇ ਵਾਲ ਘੱਟ ਹੈ, ਮੁੰਡਾ ਸਮਾਰਟ ਨਹੀਂ ਹੈ, ਮੁੰਡਾ ਅੰਕਲ ਲੱਗਦਾ। ਇਹ ਚੀਜ਼ਾਂ ਵਿਆਹ ਤੋਂ ਪਹਿਲੇ ਮੁੰਡਾ ਤੁਹਾਨੂੰ ਮਿਲਿਆ, ਤੁਸੀਂ ਉਦੋਂ ਕਹਿ ਸਕਦੇ ਸੀ, ਤੁਸੀਂ ਨਹੀਂ ਕਹੀਆਂ। ਇਹਨਾਂ ਚੀਜ਼ਾਂ ਕਰਕੇ ਵੀ ਸਮਟਾਈਮਸ ਇਹ ਵੀ ਹੁੰਦਾ ਕਿ ਕੁੜੀ ਨੂੰ ਲਾਈਕ ਜਿੱਦਾਂ ਆਪਣਾ ਹੈਗਾ ਆ ਸਮਾਜ, ਉਹਦੇ ਵਿੱਚ ਕਈ ਵਾਰੀ ਕੁੜੀਆਂ ਨੂੰ ਇੰਨਾ ਹੁੰਦਾ ਹੀ ਨਹੀਂ ਹੈ, ਘਰ ਦੇ ਵਿੱਚ ਇਜਾਜ਼ਤ ਹੀ ਨਹੀਂ ਹੈ ਕਹਿਣ ਦੀ ਕਿ ਮੈਨੂੰ ਇਹ ਮੁੰਡਾ ਪਸੰਦ ਨਹੀਂ ਹੈ। ਉਹਨਾਂ ਨੇ ਘਰ ਨਹੀਂ ਕਿਹਾ, ਠੀਕ ਹੈ, ਉਹਨੂੰ ਹੁਣ ਬੰਦਾ ਪਸੰਦ ਨਹੀਂ ਹੈ। ਉਸ ਜਗ੍ਹਾ 'ਚ ਅਸੀਂ ਕੁੜੀ ਨੂੰ ਗਲਤ ਨਹੀਂ ਕਹਿ ਸਕਦੇ। ਮੈਂ ਗਲਤ ਨਹੀਂ ਕਹਿੰਦਾ। ਦੇਖੋ ਹੁਣ ਤੁਹਾਨੂੰ ਇੱਕ ਚੀਜ਼ ਪਸੰਦ ਨਹੀਂ ਹੈ, ਤੁਸੀਂ ਇੱਕ ਬੰਦੇ 'ਚ ਪੋਜ਼ਿਟਿਵ ਵੀ ਦੇਖ ਸਕਦੇ ਹੋ, ਨੈਗੇਟਿਵ ਵੀ ਦੇਖ ਸਕਦੇ ਹੋ। ਤੁਹਾਨੂੰ ਅਗਰ ਉਹ ਬੰਦਾ ਪਸੰਦ ਨਹੀਂ ਹੈ, ਤੁਸੀਂ ਉਹਦੀਆਂ ਗਲਤੀਆਂ ਲੱਭ ਕੇ ਆਪਣੇ ਘਰਦਿਆਂ ਨੂੰ ਹਾਈਲਾਈਟ ਕਰੋਗੇ, ਇਹ ਬੰਦਾ ਇਦਾਂ। ਤੁਸੀਂ ਮੈਮ ਕਹਿ ਰਹੇ ਹੋ ਕਿ ਲੜਕੀ ਦੀ ਗਲਤੀ ਨਹੀਂ ਹੈ, ਪਰ ਉਹ 'ਚ ਲੜਕੇ ਦੀ, ਉਹਦੀ ਫੈਮਿਲੀ ਦੀ ਵੀ ਗਲਤੀ ਨਹੀਂ ਹੈ, ਉੱਤੇ ਵੀ ਤੁਸੀਂ ਪਰਚਾ ਨਹੀਂ ਨਾ ਕਰਾ ਸਕਦੇ ਕਿ ਆਪਣੇ ਸਮਾਜ ਔਰ ਫੈਮਿਲੀ ਦੇ ਜੋ ਮਾਹੌਲ ਹੈ ਉਹਦੇ ਤੇ ਆ ਇਹ ਜ਼ਿਆਦਾ ਸਮੱਸਿਆ ਲਵ ਮੈਰਿਜ ਆਂਦੀ ਹੈ ਕਿ ਅਰੇਂਜ ਮੈਰਿਜ ਦੇ ਵਿੱਚ? ਦੋਨਾਂ 'ਚ ਹੀ ਹੈ ਸਰ, ਜ਼ਿਆਦਾ ਕਿਤੇ ਚ ਹੈਗੀ? ਦੋਨਾਂ 'ਚ ਹੀ ਬਰਾਬਰ ਹੈ। ਰਿਸਕ ਇਜ਼ ਐਵਰੀਵੇਅਰ, ਕਿਉਂਕਿ ਉਹਦੇ 'ਚ ਦੇਖੋ ਨਾ, ਕੁੜੀ ਨੇ ਮਾਪਿਓ ਸਾਹਮਣੇ ਨਹੀਂ ਬੋਲੀ, ਮਾਪਿਓ ਨੇ ਕਨਵਿੰਸ ਕਰ ਲਿਆ, ਮੁੰਡਾ ਪੜ੍ਹਿਆ ਲਿਖਿਆ ਜੀ, ਅੱਛਾ ਬਿਜ਼ਨਸ ਹੈ ਜੀ, ਕੁੜੀ ਨੂੰ ਵੀ ਲੱਗਾ ਠੀਕ ਹੈ ਵਿਆਹ ਕਰ ਲੈਣੀ ਹੈ। ਇੱਕ ਚੀਜ਼ ਹੀ ਹੈ ਨਾ ਕਿ ਲੁੱਕਸ ਨਹੀਂ ਨਾ ਪਸੰਦ, ਬਾਕੀ ਤੇ ਓਕੇ ਹੈ। ਜਿਹੜੀ ਕਹ ਲੋ ਕਿ ਉਹ ਕਈ ਵਾਰੀ ਗਲਤ ਹੋ ਜਾਂਦੀ, ਕਈ ਵਾਰੀ ਸਹੀ ਹੋ ਜਾਂਦੀ, ਉਹਦੇ ਕਰਕੇ ਰਿਲੇਸ਼ਨਸ਼ਿਪ ਉਹ ਬਾਅਦ ਦੇ ਵਿੱਚ ਜਾ ਕੇ ਮੁੰਡੇ ਨੂੰ ਤਾਨੇ ਮਾਰਨੇ, ਜਾਂ ਮੈਂ ਕਹਿੰਦਾ ਅਦਰ ਵੇ ਵੀ ਹੈ, ਦੋਨੋਂ ਸਾਈਡ ਤੋਂ ਹੈ। ਇਦਾਂ ਮੁੰਡੇ ਨਾਲ ਵੀ ਹੋ ਸਕਦਾ ਕਿ ਕੁੜੀ ਚਲੋ ਪਸੰਦ ਨਹੀਂ ਸੀ, ਪਰ ਘਰਦਿਆਂ ਨੇ ਪ੍ਰੈਸ਼ਰ ਪਾਤਾ, ਫਿਰ ਉਹਨੇ ਨੁਕਸ ਹੀ ਲੱਭੀ ਜਾਣੇ ਉਹਦੇ ਤੋਂ ਕਿ ਯਾਰ ਇਹਦੇ 'ਚ ਨੁਕਸ ਹੀ ਹੈ ਸਾਰੇ। ਜਾਂਦੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਸਰਕਾਰ ਕੋ ਤੁਸੀਂ ਕਿਸ ਤਰ੍ਹਾਂ ਦਾ ਕਾਨੂੰਨ ਚਾਹੁੰਦੇ ਹੋ ਕਿ ਇਦਾਂ ਦੀਆਂ ਸਮੱਸਿਆਵਾਂ ਨਾ ਆਉਣ? ਬੇਸਿਕਲੀ ਅਸੀਂ ਜੋ ਚਾਹੁੰਦੇ ਹਾਂ, ਇੱਕ ਤੇ ਮੈਨਸ ਕਮਿਸ਼ਨ ਬਣਾਇਆ ਜਾਵੇ ਜੀ। ਉਹ 'ਚ ਕੀ ਹੈ ਕਿ ਜਿੱਦਾਂ ਵੂਮਨਸ ਕਮਿਸ਼ਨ ਹੈ, ਉਸੇ ਤਰਜ਼ ਤੇ ਮੈਨਸ ਕਮਿਸ਼ਨ ਤੇ ਮੈਨਸ ਮਿਨਿਸਟਰੀ ਹੋਵੇ ਜਿੱਦਾਂ, ਕਿਉਂਕਿ ਸਾਡੇ ਹਿੰਦੁਸਤਾਨ 'ਚ ਤੁਸੀਂ ਦੇਖੋਗੇ ਔਰਤਾਂ ਬੱਚਿਆਂ ਵਾਸਤੇ ਮਿਨਿਸਟਰੀ ਹੈ, ਪਸ਼ੂਆਂ ਵਾਸਤੇ ਮਿਨਿਸਟਰੀ ਹੈ, ਸਟੀਲ ਆਇਰਨ ਹਰ ਚੀਜ਼ ਵਾਸਤੇ ਮਿਨਿਸਟਰੀ ਹੈ, ਵਰਿਕਸ਼ਾਂ ਵਾਸਤੇ ਫੋਰੈਸਟ ਵਨ ਵਿਭਾਗ ਹੈਗਾ। ਮਰਦਾਂ ਵਾਸਤੇ ਕੀ ਹੈ ਜਾਂ ਪੁਰਸ਼ਾਂ ਵਾਸਤੇ ਕੀ ਹੈ? ਕੁਝ ਵੀ ਨਹੀਂ। ਹੁਣ ਉਹ ਆਪਣੀ ਸਮੱਸਿਆ ਲੈ ਕੇ ਕਿੱਥੇ ਜਾਣ ਜੀ। ਦੂਸਰੀ ਅਸੀਂ ਜਿਹੜੀ ਚੀਜ਼ ਮੰਗਦੇ ਆ, ਉਹ ਕਹਿੰਦੇ ਆ ਕਿ ਲਾਜ਼ ਜਿਹੜੇ ਆ ਉਹ ਜੈਂਡਰ ਨਿਊਟਰਲ ਬਣਾਏ ਜਾਣ। ਤੁਸੀਂ ਸਿਰਫ ਅਜ਼ਿਊਮ ਕਰ ਲੈਂਦੇ ਹੋ ਕਿ ਸਿਰਫ ਬੰਦਾ ਹੀ ਜੈਂਡਰ ਦੇ ਆਧਾਰ ਤੇ ਨਹੀਂ, ਜੈਂਡਰ ਦੇ ਆਧਾਰ ਤੇ ਨਹੀਂ, ਅਗਰ ਅਪਰਾਧ ਦੇ ਆਧਾਰ ਤੇ, ਹਾਂ, ਅਗਰ ਬੰਦਾ ਨੂੰ ਵੀ ਵਾਇਲੈਂਸ ਹੋ ਸਕਦਾ। ਮੈਨ ਆਰ ਆਲਸੋ ਫੇਸਿੰਗ, ਮੇਰਾ ਇੱਕ ਫਰੈਂਡ ਆ, ਉਹਨੂੰ ਉਹਦੀ ਵਾਈਫ ਨੇ ਚਪੇੜਾ ਮਾਰ ਕੇ ਇੱਕ ਦਿਨ ਰਾਤੀ ਘਰੋਂ ਕੱਢਦਾ, ਉਹਦਾ ਵਾਲਟ ਵੀ ਕੱਢਦਾ। ਹੀ ਕਾਲਡ ਮੀ ਅਪ। ਪਰ ਇਦਾਂ ਦੇ ਕੇਸ ਤਾਂ 1% ਹੁੰਦੇ ਨੇ, ਜ਼ਿਆਦਾਤਰ ਤਾਂ ਬੰਦੇ ਨੇ ਕੁੱਟਿਆ ਹੁੰਦਾ ਜਿਹਨਾਂ ਨੇ। ਦੇਖੋ ਇਨਸਾਫ ਸਾਰਿਆਂ ਨੂੰ ਮਿਲਣਾ ਚਾਹੀਦਾ, ਇੱਕ ਹੋਵੇ, ਅੱਧਾ ਹੋਵੇ ਜਾਂ 50% ਹੋਵੇ, ਇਨਸਾਫ ਦਾ ਹੱਕ ਸਾਰਿਆਂ ਦਾ ਹੈ। ਰਾਈਟ ਟੂ ਲਿਵ ਇਨ ਕੰਟਰੀ ਤੇ ਜਸਟਿਸ ਨਾਲ ਜੀਣ ਦਾ ਅਧਿਕਾਰ ਮੇਰਾ ਵੀ ਹੈ। ਮੈਂ ਭਾਵੇਂ 0.01% 'ਚ ਕਿਉਂ ਨਹੀਂ ਆਉਂਦਾ ਜੀ, ਠੀਕ ਹੈ। ਤੁਸੀਂ ਲਾਅ ਨੂੰ ਨਿਊਟਰਲ ਬਣਾਓ, ਇਨਵੈਸਟੀਗੇਸ਼ਨ ਏਜੰਸੀ ਨੂੰ ਪ੍ਰੋਪਰ ਇਨਵੈਸਟੀਗੇਸ਼ਨ ਲਈ ਕਹੋ, ਉਹ ਇਸ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਕਰਨ ਕਿ ਜਿੰਦੇ 'ਚ ਸੱਚ ਸਾਹਮਣੇ ਆਵੇ। ਉਹ ਸਿਰਫ ਬਲਾਈਂਡਲੀ ਕੁੜੀ ਦਾ ਬਿਆਨ ਐਜ਼ ਇਟ ਇਜ਼ FIR ਦੇ ਵਿੱਚ ਲਿਖ ਦੇਣ, ਉਹ ਨਾ ਹੋਵੇ। ਤੁਹਾਨੂੰ ਨਹੀਂ ਲੱਗਦਾ ਕਿ ਕਾਨੂੰਨ ਮਰਦਾਂ ਦੇ ਪ੍ਰਤੀ ਹੋ ਗਿਆ? ਕਿਉਂਕਿ ਸਾਡਾ ਜਿਹੜਾ ਇਤਿਹਾਸ ਹੈਗਾ, ਜਿਹੜਾ ਸਮਾਜ ਦੇ ਵਿੱਚ ਇਤਿਹਾਸ ਦੇਖਿਆ ਜਾਂਦਾ ਹੈਗਾ ਕਿ ਵਾਕਈ ਦਾਜ ਦੀਆਂ ਸਮੱਸਿਆਵਾਂ ਆਉਂਦੀਆਂ ਸੀ ਕਿ ਲੜਕੀ ਨੂੰ ਸਾੜ ਦਿੱਤਾ, ਇਹ ਕਰਤਾ, ਉਹ ਕਰਤਾ। ਪਿਛਲੇ ਸਮੇਂ ਦੇ ਵਿੱਚ ਅਸੀਂ ਕਾਫੀ ਸੁਣਦੇ ਰਹੇ। ਉਲਟਾ ਹੋ ਗਿਆ, ਫਿਰ ਉਲਟਾ ਕਾਨੂੰਨ ਬਣਾ ਦਿਓ।
ਮੈਂ ਉਹੀ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਉਲਟਾ ਹੋ ਗਿਆ। ਤੁਹਾਨੂੰ ਲੱਗਦਾ ਜੀ ਕਿ ਕਾਨੂੰਨ ਮਰਦ ਦੇ ਫੇਵਰ ਦੇ ਵਿੱਚ ਹੋ ਗਿਆ ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੱਧ ਨਹੀਂ ਜਾਣਗੀਆਂ? ਸਰ, ਅਸੀਂ ਮਰਦ ਦੇ ਫੇਵਰ ਦੀ ਗੱਲ ਨਹੀਂ ਕਰ ਰਹੇ, ਅਸੀਂ ਕਹਿ ਰਹੇ ਹਾਂ ਜੈਂਡਰ ਨਿਊਟਰਲ। ਨਾ ਉਹਦੇ ਫੇਵਰ ਚ ਹੋਵੇ ਕੁੜੀ ਦੇ ਫੇਵਰ ਚ, ਨਾ ਮਰਦ ਦੇ ਫੇਵਰ ਚ ਹੋਵੇ, ਅੱਛਾ ਜਿਹੜਾ ਨਿਊਟਰਲ ਹੋਵੇ। ਕਰੇ ਉਹਦੇ ਤੇ ਵੀ ਕਰੋ ਕਾਰਵਾਈ। ਤੀਸਰਾ ਅਸੀਂ ਜੋ ਕਹਿ ਰਹੇ ਸੀਗੇ ਕਿ ਜੇ ਕੋਈ ਕੁੜੀ ਕਿਸੇ ਮੁੰਡੇ ਤੇ ਝੂਠਾ ਪਰਚਾ ਕਰਦੀ ਹੈ, ਜੇ ਉਹ ਸੱਚਾ ਹੁੰਦਾ, ਜਿੰਨੀ ਦੇਰ ਵਾਸਤੇ ਉਹ ਮੁੰਡਾ ਅੰਦਰ ਜਾਂਦਾ ਉਨੀ ਦੇਰ ਵਾਸਤੇ ਕੁੜੀ ਨੂੰ ਵੀ ਸਜ਼ਾ ਕਰੋ। ਇਹ ਥਮੇਗਾ ਹੀ ਤਾਂ, ਕਿਉਂਕਿ ਤੁਹਾਡੇ ਅਦਾਲਤਾਂ, ਸਾਡੀਆਂ ਅਦਾਲਤਾਂ 'ਚ 3 ਕਰੋੜ ਤੋਂ ਉੱਤੇ, 3.5 ਕਰੋੜ ਦੇ ਆਸ-ਪਾਸ ਕੁਝ ਪੈਂਡੈਂਸੀ ਆਫ ਕੇਸਿਸ ਹੈ, ਜੋ ਕੇਸ ਪੈਂਡਿੰਗ ਹੈ, ਤੇ ਉਹ 'ਚ ਮੇਜਰ ਚੰਕ ਹੈ ਮੈਟਰੀਮੋਨੀਅਲ ਡਿਸਪਿਊਟਸ ਦਾ। ਤੁਸੀਂ ਦੇਖ ਲਓ, ਜਿਹੜਾ ਨੂੰ ਚਾਹੀਦਾ ਇਨਸਾਫ ਉਹਨਾਂ ਨੂੰ ਵੀ ਨਹੀਂ ਮਿਲ ਪਾ ਰਿਹਾ ਇਹਨਾਂ ਝੂਠੇ ਕੇਸਾਂ ਕਰਕੇ। ਤੁਸੀਂ ਉਹਦੇ ਚ ਤੇ ਉਹ 'ਚ ਸਜ਼ਾ ਹੋਏਗੀ ਤੇ ਝੂਠੇ ਕੇਸ ਨਹੀਂ ਕਰਨਗੀਆਂ। ਤੁਸੀਂ ਕੀ ਕਰਦੇ 7 ਸਾਲਾਂ ਬਾਅਦ ਮੁੰਡੇ ਨੂੰ ਬਰੀ ਕਰ ਦਿੰਦੇ, ਹਾਂ ਵੀ ਤੂੰ ਬਰੀ ਹੈ ਤੂੰ ਜਾ, ਬਟ ਵਾਟ ਅਬਾਊਟ ਦ ਗਰਲ ਜਿਹਨੇ ਸਾਰਾ ਉਹਦੀ ਲਾਈਫ ਵੇਸਟ ਕਰਤੀ, 7-8 ਸਾਲ ਉਹਦੇ ਖਰਾਬ ਕਰਤੇ, ਤੁਸੀਂ ਉਹਨੂੰ ਇਦਾਂ ਹੀ ਛੱਡਤਾ ਕਿ ਠੀਕ ਹੈ ਇਟਸ ਓਕੇ। ਪਾਰਲੀਮੈਂਟ 'ਚ ਵੀ ਉਹਨੇ ਇਦਾਂ ਦਾ ਰੇਸ ਹੋਇਆ ਸੀਗਾ ਪਿੱਛੇ, ਇੱਕ ਰੋਹਤਕ ਸਿਸਟਰਸ ਦਾ, ਉਹਨਾਂ ਨੂੰ ਬਰੇਵ ਹਾਰਟ ਕਿਹਾ ਸੀਗਾ, ਸਾਰਾ ਕੁਝ ਕਿਹਾ ਸੀਗਾ, ਉਹਨਾਂ ਨੇ ਮੁੰਡਿਆਂ ਨੂੰ ਕੁੱਟਿਆ ਸੀਗਾ ਤੇ ਉਹਨਾਂ ਦੀ ਸਟੋਰੀ ਵਾਇਰਲ ਹੋ ਗਈ ਸੀਗੀ ਤੇ ਉਹਨਾਂ ਨੂੰ ਬਹੁਤ ਰੋਹਤਕ ਬਰੇਵ ਹਾਰਟਸ ਅਲੱਗ-ਅਲੱਗ ਨਾਮ ਮਿਲੇ ਸੀਗੇ। ਪੂਰੀ ਹਿੰਦੁਸਤਾਨ ਨੇ, ਪੂਰੀ ਦੁਨੀਆ ਨੇ ਉਹਨਾਂ ਦੀ ਸਰਾਹਨਾ ਕੀਤੀ ਸੀ। ਬਟ ਕੁਝ ਸਮੇਂ ਬਾਅਦ ਉਹਨਾਂ ਦੀ ਕਹਾਣੀ ਝੂਠੀ ਹੋ ਗਈ ਸਾਬਤ। ਮੁੰਡੇ ਆਪਣਾ ਕੇਸ ਜਿੱਤ ਗਏ। ਜਿਹੜੇ ਮੁੰਡਿਆਂ ਦੇ ਉਹਨਾਂ ਨੇ ਕੇਸ ਕੀਤਾ ਸੀ, ਉਹਨਾਂ 'ਚੋਂ ਮੁੰਡਿਆਂ ਨੇ, ਉਹਨਾਂ ਨੇ ਆਰਮੀ ਦੇ ਐਗਜ਼ਾਮ ਵਾਸਤੇ ਬਹਿਣਾ, ਉਹਨਾਂ ਜੌਬ ਵਾਸਤੇ ਬੈਠਣਾ ਸੀਗਾ, ਉਹਨਾਂ ਨੂੰ ਜੌਬ ਮਿਲਣੀ ਸੀਗੀ। ਹੁਣ ਉਹ ਸਾਰੇ ਕੇਸ ਜਿੱਤਣ ਤੋਂ ਬਾਅਦ ਵੀ 4-5 ਸਾਲ ਤੋਂ ਬਾਅਦ ਵੀ ਉਹਨਾਂ ਨੂੰ ਜੌਬ ਨਹੀਂ ਮਿਲ ਪਾ ਰਹੀ ਹੈ। ਕਿਉਂ? ਉਹਨਾਂ 'ਤੇ ਹਜੇ ਵੀ ਦਾਗ ਲੱਗਾ ਕਿ ਕੇਸ ਉੱਤੇ ਜਾ ਸਕਦਾ ਜਾਂ ਹਜੇ ਵੀ ਫਾਈਨਲ ਨਹੀਂ ਹੈ। ਉਸ ਬੰਦੇ ਦੀ ਜਿਨ੍ਹਾਂ ਦੇ ਮੁੰਡਿਆਂ 'ਤੇ ਇਲਜ਼ਾਮ ਲਗਾ ਸੀ, ਉਹਨਾਂ ਦੀ ਜੋ ਨੌਕਰੀ ਪਾਉਣ ਦੀ ਜਾਂ ਗਰੋਥ ਕਰਨ ਦੀ ਉਮਰ ਨਿਕਲ ਗਈ। ਉਹਨਾਂ ਦੀ ਹਰਾਸਮੈਂਟ ਦੀ, ਉਹਨਾਂ ਦੀ ਨੌਕਰੀ ਪਾਉਣ ਦੀ, ਉਹਨਾਂ ਦੀ ਜੋ ਉન્નਤੀ ਕਰਨ ਦੀ ਟਾਈਮ ਖਰਾਬ ਕਰ ਦਿੱਤਾ। ਉਹਦਾ ਰਿਸਪੌਂਸਿਬਲ ਕੌਣ ਆ? ਉਹ ਕੁੜੀਆਂ। ਉਹਨਾਂ ਨੂੰ ਕੋਈ ਉਹ ਨਹੀਂ ਹੈ। ਪਰ ਇਸ ਮੁੰਡੇ ਦੀ ਕੰਪਨਸੇਸ਼ਨ ਕੌਣ ਕਰੇਗਾ? ਸਾਡੀਆਂ ਇਨਵੈਸਟੀਗੇਸ਼ਨ ਏਜੰਸੀ ਅਗਰ ਠੀਕ ਢੰਗ ਨਾਲ ਉਦੋਂ ਕੰਮ ਕਰਦੀਆਂ, ਬੱਸ ਦੇ ਬੰਦਿਆਂ ਨੇ ਬਾਅਦ ਚੋਂ ਇੰਡੀਵਿਜੂਅਲੀ ਕਈਆਂ ਨੇ ਕਿਹਾ ਸੀ ਕਿ ਮੁੰਡਿਆਂ ਦੀ ਕੋਈ ਗਲਤੀ ਨਹੀਂ ਸੀਗੀ। ਅਗਰ ਇਨਵੈਸਟੀਗੇਸ਼ਨ ਏਜੰਸੀ ਸਿਰਫ ਮੀਡੀਆ ਜਾਂ ਪ੍ਰੈਸ਼ਰ ਕਹਿ ਲਓ ਜਾਂ ਸੋਸਾਈਟਲ ਪ੍ਰੈਸ਼ਰ ਮੰਨ ਕੇ ਉੱਦਾਂ ਰਿਐਕਟ ਨਾ ਕਰਕੇ ਠੀਕ ਢੰਗ ਨਾਲ ਇਨਵੈਸਟੀਗੇਸ਼ਨ ਕਰਦੀਆਂ ਤੇ ਸ਼ਾਇਦ ਉਹ ਪਰਚਾ ਹੀ ਨਾ ਹੁੰਦਾ ਫਸਟ ਪਲੇਸ ਤੇ। ਮਤਲਬ ਗਲਤ ਨੂੰ ਗਲਤ ਨਹੀਂ ਕਿਹਾ ਜਾਂਦਾ ਤੇ ਸਹੀ ਨਹੀਂ ਕਿਹਾ ਜਾਂਦਾ। ਉਹ ਸਿੱਧੀ ਜੀ ਸੋਚ ਹੈ ਜੀ, ਆਪਣੀ ਸੀਟ ਬਚਾਣੀ ਹੈ। ਅਗਰ ਆਪਾਂ ਲੜਕੀ ਦੀ ਦਰਖਾਸਤ ਨਹੀਂ ਐਕਸੈਪਟ ਕੀਤੀ ਹੈ, ਕਿਤੇ ਉੱਤੇ ਜਾ ਕੇ ਇਹ ਨਾ ਕਹਦੇ ਕਿ ਆਫੀਸਰ ਦੂਜੀ ਸਾਈਡ ਮਿਲਿਆ, ਉਹ ਬੈਟਰ ਹੈ ਕਿ ਇੱਕ ਪਰਚਾ ਕਰ ਦੋ ਤੇ ਭੁਗਤਦੇ ਰਹਿਣ ਕੋਰਟ ਦੇ ਵਿੱਚ। ਸੋ ਜਿਨ੍ਹਾਂ ਤੇ ਝੂਠੇ ਪਰਚੇ ਪੈਂਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਡਰੋ ਨਹੀਂ। ਦੇਖੋ, ਇਹ ਬਹੁਤ ਸਾਰੇ ਲੋਕਾਂ ਨਾਲ ਹੋ ਰਿਹਾ, ਤੁਸੀਂ ਉਹਨਾਂ 'ਚੋਂ ਇੱਕ ਹੋ, ਤੁਸੀਂ ਇਕੱਲੇ ਨਹੀਂ ਹੋ। ਇਹ 'ਚ ਇਨਸਾਫ ਤੁਹਾਡੇ ਨਾਲ ਹੈ। ਡਰ ਕੇ ਕੋਈ ਵੀ ਇੱਦਾਂ ਦਾ ਸਟੈਪ ਨਾ ਲਵੋ ਕਿ ਜਿੱਥੇ ਤੁਹਾਡੇ ਮਾਪਿਓ ਨੂੰ ਜਾਂ ਜੋ ਪਿੱਛੇ ਲੋਕ ਰਹਿ ਜਾਂਦੇ ਉਹਨਾਂ ਨੂੰ ਭੁਗਤਣਾ ਪਵੇ, ਕਿਉਂਕਿ ਕਿਸੇ ਦੀ ਜਾਨ ਦੀ ਪੀੜ ਬਹੁਤ ਗਹਿਰੀ ਹੁੰਦੀ ਹੈ, ਸਾਡੇ ਨਾਲ ਜੁੜੇ ਬੰਦੇ। ਤੇ ਇਸ ਕਰਕੇ ਡਰੋ ਨਹੀਂ, ਹੌਸਲਾ ਰੱਖੋ। ਇਹ ਟਾਈਮ ਹੈ, ਇਹ ਨਿਕਲ ਜਾਏਗਾ। ਜ਼ਿੰਦਗੀ 'ਚ ਖੁਸ਼ੀਆਂ ਫੇਰ ਆਉਣਗੀਆਂ। ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਔਰ ਤੁਸੀਂ ਜੋ ਵੀ ਹਾਲਾਤ ਨੇ ਉਹਨਾਂ ਨਾਲ ਜੂਝੋ, ਕਿਉਂਕਿ ਇਹ ਕੁਝ ਸਮੇਂ ਲਈ ਹੈ। ਸਿਰਫ ਸਾਡੀ ਇੱਕ ਹੈਲਪਲਾਈਨ ਹੈ ਜਿੱਤੇ ਕਾਲ ਕਰਕੇ ਵੀ ਉਹ ਸਾਡੇ ਨਾਲ ਟੱਚ ਆ ਸਕਦੇ। ਉਹ ਨੈਸ਼ਨਲ ਲੈਵਲ ਤੇ ਕੰਮ ਕਰਦੀ ਹੈ। ਅਸੀਂ ਕੋਈ ਚਾਰਜ ਨਹੀਂ ਲੈਂਦੇ। ਉਹ ਹੈਲਪਲਾਈਨ ਤੇ ਤੁਸੀਂ ਕਾਲ ਕਰੋ। ਡਿਫਰੈਂਟ ਸਟੇਟਸ ਦੇ, ਹਰ ਸਟੇਟ ਦੇ ਵਿੱਚ ਸਾਡੀਆਂ ਟੀਮ ਦਾ ਅਸੀਂ ਨੈਸ਼ਨਲ ਲੈਵਲ ਤੇ ਟਾਈ ਅਪ ਕੀਤਾ ਹੋਇਆ। ਨੰਬਰ ਇਜ਼ 8882498498। ਤੁਸੀਂ ਇੱਥੇ ਕਿਸੇ ਵੀ ਸਟੇਟ 'ਚੋਂ, ਜਾਂ ਤਾਂ ਉੱਥੇ ਮੀਟਿੰਗਸ ਹੋਣਗੀਆਂ। ਅੱਜ ਕੱਲ੍ਹ ਕਰੋਨਾ ਕਰਕੇ ਕੁਝ ਜਗ੍ਹਾ 'ਤੇ ਨਹੀਂ ਮੀਟਿੰਗਸ ਹੋ ਪਾ ਰਹੀਆਂ, ਬਟ ਜਾਂ ਤਾਂ ਉੱਥੇ ਮੀਟਿੰਗਸ ਹੋਣਗੀਆਂ, ਨਹੀਂ ਮੀਟਿੰਗਸ ਹੋਣਗੀਆਂ ਤਾਂ ਤੁਹਾਨੂੰ ਫੋਨ 'ਤੇ ਕਾਉਂਸਲਿੰਗ ਮਿਲੇਗੀ ਔਰ ਤੁਸੀਂ ਆਪਣੀ ਗੱਲ ਸ਼ੇਅਰ ਕਰ ਸਕਦੇ ਹੋ, ਆਪਣੀ ਗੱਲ ਦੱਸ ਸਕਦੇ ਹੋ। ਮੈਂ ਨਾਲ ਇੱਥੇ ਵੈਲਕਮ ਨਿਊਜ਼ 24 ਤੋਂ ਅਮਰਪ੍ਰੀਤ ਭਾਜੀ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੂੰਗਾ। ਸਾਨੂੰ ਇੱਥੇ ਬੁਲਾ ਕੇ ਸਾਡੀਆਂ ਗੱਲਾਂ ਸੁਣੀਆਂ, ਸਾਨੂੰ ਵਿਚਾਰ ਆਪਣੇ ਪ੍ਰਗਟ ਕਰਨ ਦਾ ਮੌਕਾ ਦਿੱਤਾ। ਸੋ ਕੁਨਾਲ ਜੀ, ਵਿਕਾਸ ਜੀ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਔਰ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਝੂਠੇ ਪਰਚਿਆਂ ਤੋਂ ਬਚਿਆ ਜਾ ਸਕਦਾ ਹੈ, ਕਿ ਜੋ ਝੂਠੇ ਡੋਰੀ ਦੇ ਕੇਸ ਨੇ ਉਸ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਨੇ। ਔਰ ਮੈਨੂੰ ਉਮੀਦ ਹੈ ਕਿ ਇਹ ਲੋਕਾਂ ਦੇ ਜ਼ਰੂਰ ਕੰਮ ਆਏਗੀ। ਜੀ, ਥੈਂਕ ਯੂ।